हाँ जी। बाणी गुरु ग्रंथ साहब जी महाराज। राग घोड़ी पूर्वी महला चौथा चौपदे। हर हर अर्थ शरीर हम बेचिया पूरे गुर के आगे। हरे हरे अर्थ शरीर हम बेचिया पूरे गुर के आगे। सतगुर दाता नाम दृढ़ाया मुख मस्तक पाग सबागे। राधा स्वामी। ये बाणी हजूर चौथे पातशाह गुरु रामदास जी महाराज जी की है। जिस तरीके दे नाल आप कमाई की, जिस तरीके दे नाल आप गुरु नूं पाया, ਉਹੀ ਰਸਤਾ ਸਾਨੂੰ ਦੱਸ ਰਹੇ ਨੇ। ਜਿੱਦਾਂ ਅਸੀਂ ਵੀ ਸੰਸਾਰੀ ਤੌਰ ਦੇ ਉੱਤੇ ਕਿਸੇ ਵੀ ਚੀਜ਼ ਦੇ ਵਿੱਚ ਕਾਮਯਾਬੀ ਹਾਸਲ ਕਰਦੇ ਹਾਂ ਤੇ ਕੋਈ ਪੁੱਛਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਇਹਦੇ 'ਚ ਕਾਮਯਾਬ ਹੋਏ, ਤੇ ਜਿਹੜੇ ਰਸਤੇ 'ਤੇ ਚੱਲ ਕੇ ਅਸੀਂ ਕਾਮਯਾਬ ਹੋਏ ਹੁੰਦੇ ਹਾਂ ਉਹੀ ਰਸਤਾ ਅਸੀਂ ਅੱਗੇ ਦੱਸਦੇ ਹਾਂ। ਇਸੇ ਤਰ੍ਹਾਂ ਹੀ ਸਤਿਗੁਰੂ ਵੀ ਉਸ ਭਗਤੀ ਰਸਤੇ ਦੇ ਵਿੱਚ ਚੱਲੇ ਔਰ ਐਸੀ ਇੱਕ ਮਿਸਾਲ ਜਿਹੜੀ ਸੀ ਪੈਦਾ ਕੀਤੀ ਜਿਹੜੀ ਦੁਨੀਆ 'ਤੇ ਕਿਤੇ ਨਹੀਂ ਮਿਲਦੀ। ਅਤੇ ਉਹਨਾਂ ਨੇ ਭਗਤੀ ਕਰਕੇ ਆਪਣੇ ਭਗਵੰਤ ਨੂੰ ਪਾ ਲਿਆ, ਉਹਨਾਂ ਦੀ ਖੁਸ਼ੀ ਪ੍ਰਾਪਤ ਕਰ ਲਈ, ਉਹਦੇ ਨਾਲ ਇੱਕਮਿੱਕ ਹੋ ਗਏ। ਅਸੀਂ ਸਾਰੇ ਹੀ ਆਪਣੇ ਆਪਣੇ ਭਗਵੰਤ ਨੂੰ, ਆਪਣੇ ਪਰਮਾਤਮਾ ਨੂੰ, ਗੁਰੂ ਨੂੰ ਮਿਲਣਾ ਚਾਹੁੰਦੇ ਹਾਂ, ਲੇਕਿਨ ਕੁਛ ਨਾ ਕੁਛ ਐਸੀ ਜਿਹੜੀਆਂ ਬੇਸਮਝੀਆਂ ਸਾਡੇ ਕੋਲ ਹੁੰਦੀਆਂ ਨੇ, ਜਿਹੜੀਆਂ ਅਸੀਂ ਸਾਰੀ ਉਮਰ ਹੀ ਸਾਡੀ ਲੰਘ ਜਾਂਦੀ ਹੈ ਪਰ ਉਹਨੂੰ ਅਸੀਂ ਠੀਕ ਨਹੀਂ ਕਰ ਪਾਉਂਦੇ। ਉਹਦੇ ਵਿੱਚ ਕੋਈ ਬੜੀ ਵੱਡੀ ਕੋਈ ਕਿਤਾਬ ਜਾਂ ਬੜਾ ਵੱਡਾ ਕੋਈ ਗ੍ਰੰਥ ਇਸ ਤਰ੍ਹਾਂ ਪੜ੍ਹਨ ਦੀ ਲੋੜ ਨਹੀਂ। ਗੁਰੂ ਦਾ ਮਤਲਬ ਕੀ ਹੈ? ਮੈਨੂੰ ਯਾਦ ਹੈ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਇੱਕ ਵਾਰ ਕੋਈ ਸੇਵਾਦਾਰ ਆਇਆ, ਬੜਾ ਸ਼ੌਂਕ ਸੀ, ਚਲੋ ਨਵਾਂ ਆਇਆ, ਥੋੜ੍ਹੇ ਦਿਨ ਸੇਵਾ ਕੀਤੀ। ਇੱਕ ਦਿਨ ਕੋਈ ਸੇਵਾਦਾਰ ਨੂੰ ਕਹਿਣ ਲੱਗਾ ਕਿ ਮੈਨੂੰ ਕੋਈ ਡੇਰੇ ਦੀ ਕਿਤਾਬ ਹੈਗੀ, ਕੋਈ ਰਸਾਲਾ, ਕੋਈ ਕਿਤਾਬ, ਕੋਈ ਗ੍ਰੰਥ ਮੈਨੂੰ ਦਿਓ, ਮੈਂ ਪੜ੍ਹਨਾ ਹੈ। ਉਹ ਗੁਰੂਆਂ ਸੇਵਾਦਾਰ ਜਿਹੜੇ ਸੀ ਉਹਨਾਂ ਨੇ ਦੱਸਿਆ ਕਿ ਬਈ ਪਹਿਲਾਂ ਰਸਾਲਾ ਇੱਕ ਨਿਕਲਦਾ ਸੀ ਪਰ ਉਹ ਵੀ ਹੁਣ ਬੰਦ ਹੈ, ਅਤੇ ਅੱਜ ਕੱਲ੍ਹ ਤਾਂ ਕੋਈ ਇਸ ਤਰ੍ਹਾਂ ਦੀ ਕਿਤਾਬ ਨਹੀਂ ਵੈਸੇ। ਕਹਿੰਦਾ ਚਲੋ ਕੋਈ ਨਾ ਕੋਈ ਮੈਨੂੰ ਦਿਓ, ਰਸਾਲਾ ਦਿਓ, ਕੁਛ ਹੀ ਦਿਓ। ਕਹਿੰਦੇ ਮੇਰੇ ਕੋਲ ਤਾਂ ਨਹੀਂ ਆ ਕਿ ਮੈਂ ਤੈਨੂੰ ਮਹਾਰਾਜ ਕੋਲ ਪੁੱਛ ਕੇ ਤੈਨੂੰ ਦੱਸਾਂਗਾ। ਸਤਿਗੁਰਾਂ ਪਾਸ ਉਹਨਾਂ ਨੇ ਬੇਨਤੀ ਕੀਤੀ, ਮੈਂ ਉਹਨਾਂ ਨੂੰ ਬੁਲਾਇਆ ਸੇਵਾਦਾਰ ਨੂੰ, ਅਤੇ ਬੁਲਾ ਕੇ ਮੈਨੂੰ ਯਾਦ ਦੇ ਨਾਲ ਸੀ, ਮੈਂ ਵੀ ਜੋੜੀ 'ਚ ਬੈਠੇ ਗੁਰਮੁਖ ਪਾਉਣ ਲੱਗੇ ਕਿ ਹਾਂਜੀ ਬੇਟੇ ਪੁੱਛੋ ਕੀ ਪੁੱਛਣਾ ਤੁਸੀਂ। ਹੁਣ ਕੋਈ ਗੱਲ ਨਾ ਹੋਵੇ। ਉਹ ਕਹਿਣ ਲੱਗਾ ਕਿ ਨਹੀਂ ਮਹਾਰਾਜ ਵੈਸੇ ਯਾਰਾ ਕੋਈ ਜਾਣਕਾਰੀ ਲੈਣੀ ਸੀ। ਉਹ ਮੈਂ ਕਹਿੰਦੇ ਕਿਹੜੀ ਜਾਣਕਾਰੀ ਲੈਣੀ ਬੇਟੇ, ਦੱਸੋ, ਜਿਹੜੀ ਜਾਣਕਾਰੀ ਚਾਹੀਦੀ ਹੈ ਤੁਹਾਨੂੰ ਦਿੰਦੇ ਹਾਂ। ਲੇਕਿਨ ਸਾਨੂੰ ਖੁਦ ਨੂੰ ਹੀ ਨਹੀਂ ਪਤਾ ਹੁੰਦਾ ਕਿ ਅਸੀਂ ਜਾਣਕਾਰੀ ਲੈਣੀ ਕਿਹੜੀ ਹੈ। ਸਾਨੂੰ ਇੱਕ ਆਪਣੀ ਬੁੱਧੀ ਦਾ ਬੜਾ ਮਾਣ ਹੁੰਦਾ ਹੈ, ਬੜਾ ਇਹਦੇ ਉੱਤੇ ਅਸੀਂ ਇਤਰਾਉਂਦੇ ਹਾਂ, ਅਤੇ ਉਹੀ ਨੌਲੇਜ ਇਕੱਠੀ ਕਰਨ ਵਾਸਤੇ, ਆਪਣੀ ਬੁੱਧੀ ਦੇ ਨਾਲ ਪਰਖਣ ਵਾਸਤੇ, ਕਰਨ ਵਾਸਤੇ ਅਸੀਂ ਕੋਈ ਨਾ ਕੋਈ ਇਹੋ ਜਿਹਾ ਹੌਸਲਾ ਬਣਾਉਂਦੇ ਹਾਂ। ਹਾਂ ਠੀਕ ਹੈ, ਜਿਹਦੇ ਅੰਦਰ ਉਹ ਸੱਚੀ ਤੜਫ ਹੈ, ਅਤੇ ਬਈ ਸਤਿਗੁਰ ਦਇਆ ਕਿਰਪਾ ਕਰਕੇ ਗੁਰੂ ਪਾਉਂਦੇ ਸੀ, ਇਹਨੇ ਸਿੱਖ ਨੇ ਕਿ ਗੁਰੂ ਨੇ ਲੱਭਣਾ, ਗੁਰੂ ਸਿੱਖ ਨੂੰ ਲੱਭ ਲੈਂਦਾ। ਪਰ ਜਦੋਂ ਤੱਕ ਇਹਦੇ ਅੰਦਰ ਤੜਫ ਹੀ ਨਹੀਂ ਸੱਚੀ, ਜਦੋਂ ਤੱਕ ਇਹਨੂੰ ਉਹ ਜਿਹੜਾ ਪਤਾ ਹੀ ਨਹੀਂ ਚੱਲਿਆ ਗੁਰੂ ਦਾ, ਅਤੇ ਇਹ ਬਈ ਕਿਸ ਤਰੀਕੇ ਨਾਲ ਉਹਨੂੰ ਪਾਉਣ ਦੀ ਕੋਸ਼ਿਸ਼ ਕਰੇਗਾ। ਹੁਣ ਕੋਈ ਵੀ ਚੀਜ਼ ਅਸੀਂ ਵੇਚਦੇ ਉਦੋਂ ਹੀ ਹਾਂ ਜਾਂ ਅਸੀਂ ਦਿੰਦੇ ਉਦੋਂ ਹੀ ਹਾਂ ਜਦੋਂ ਸਾਨੂੰ ਪਤਾ ਹੋਵੇ ਕਿ ਉਹਦਾ ਮੁੱਲ ਸਾਨੂੰ ਕੋਈ ਚੀਜ਼ ਦਾ ਮਿਲ ਰਿਹਾ ਹੈ। ਕੋਈ ਵੀ ਆਪਣੀ ਕੀਮਤੀ ਚੀਜ਼ ਹੋਵੇ ਜਿਹੜੀ, ਅਤੇ ਜਦੋਂ ਅਸੀਂ ਕਿਸੇ ਨੂੰ ਆਪਣੀ ਕੀਮਤੀ ਚੀਜ਼, ਸਭ ਤੋਂ ਕੀਮਤੀ ਚੀਜ਼ ਦਿੰਦੇ ਹਾਂ, ਅਤੇ ਉਹਦੇ ਪਿੱਛੇ ਕੋਈ ਮਕਸਦ ਵੀ ਵੱਡਾ ਹੀ ਹੁੰਦਾ ਹੈ। ਅਤੇ ਜੇ
ਸਾਨੂੰ ਵਿਸ਼ਵਾਸ ਹੋਵੇ, ਭਰੋਸਾ ਹੋਵੇ ਇਸ ਗੱਲ ਦਾ ਕਿ ਸਾਨੂੰ ਇਹਦੀ ਕੀਮਤ ਮਿਲੇਗੀ, ਸਾਨੂੰ ਇਹਦਾ ਚੀਜ਼ ਜਿਹੜੀ ਹੈ ਜੋ ਵੀ ਇਹਦਾ ਮੁੱਲ ਮਿਲੇਗਾ ਉਸ ਨੂੰ ਵੱਧ ਹੀ ਮਿਲੇਗਾ, ਅਤੇ ਫਿਰ ਅਸੀਂ ਹੱਸਦੇ ਹੱਸਦੇ ਆਪਣੀ ਜਿਹੜੀ ਜੋ ਵੀ ਕੀਮਤੀ ਚੀਜ਼ ਦੇ ਦਿੰਦੇ ਹਾਂ। ਪਰ ਜਦੋਂ ਸਾਨੂੰ ਵਿਸ਼ਵਾਸ ਨਹੀਂ ਹੁੰਦਾ, ਭਰੋਸਾ ਨਹੀਂ ਹੁੰਦਾ, ਉਦੋਂ ਤੱਕ ਜਿਹੜੀ ਡਾਵਾਂ ਡੋਲੀ ਜਿਹੜੀ ਹੈ ਫਿਰ ਚੱਲਦੀ ਰਹਿੰਦੀ ਹੈ। ਹੁਣ ਆਹ ਸਤਿਗੁਰਾਂ ਦੇ ਜੋ ਬਚਨ ਨੇ, ਜਿਸ ਤਰ੍ਹਾਂ ਹਰ ਵਾਰ ਮੈਂ ਕਹਿੰਦਾ ਕਿ ਬੜਾ ਧਿਆਨ ਦੇ ਕੇ, ਬੜੇ ਧਿਆਨ ਦੇ ਨਾਲ ਦੇਖੀਏ, ਕਿਉਂਕਿ ਹਰ ਵਾਰ ਇੱਕੋ ਹੀ ਗੱਲ ਮੈਂ ਕਰਦਾ ਬੇਨਤੀ, ਇੱਕੋ ਹੀ ਵਾਰ-ਵਾਰ ਕਰਦਾ ਰਹਿੰਦਾ ਕਿ ਕਈ ਦੀਵਾਲੀਆਂ, ਕਈ ਦੁਸਹਿਰੇ, ਕਈ ਭੰਡਾਰੇ, ਕਈ ਐਤਵਾਰ, ਕਈ ਸੰਗਰਾਂਦਾਂ ਲੰਘ ਗਈਆਂ, ਪਰ ਸਾਡੀ ਸੰਗਰਾਂਦ ਅਸਲੀ, ਸਾਡਾ ਭੰਡਾਰਾ ਉਹੀ, ਸਾਡੀ ਹਰ ਇੱਕ ਦੀਵਾਲੀ ਉਹੀ ਹੋਏਗੀ, ਉਹੀ ਦੀਵਾਲੀ ਸਾਡੇ ਵਾਸਤੇ ਹੋਏਗੀ ਜਦੋਂ ਸਾਡੇ ਅੰਦਰ ਚਾਨਣ ਹੋ ਗਿਆ, ਜਦੋਂ ਸਾਡੇ ਅੰਦਰੋਂ ਅੰਧੇਰਾ ਮਿਟ ਗਿਆ, ਸਾਡੇ ਵਾਸਤੇ ਤਾਂ ਉਹੀ ਦੀਵਾਲੀ ਹੋਏਗੀ। ਬਾਕੀ ਤਾਂ ਬਈ ਇਹ ਚੱਲਦਾ ਹੀ ਪਿਆ, ਸਾਡੇ ਜਨਮ ਲੈਣ ਤੋਂ ਪਹਿਲਾਂ ਵੀ ਦੀਵਾਲੀਆਂ ਮਨਾਈ ਜਾ ਰਹੀਆਂ ਸੀ, ਬਾਅਦ 'ਚ ਵੀ ਮਨਾਉਂਦੇ ਰਹਿਣਾ, ਇਹ ਤਾਂ ਚੱਲਦੇ ਰਹਿਣਾ ਇਹ ਕੰਮ। ਸਾਡੇ ਅੰਦਰੋਂ ਅੰਧੇਰਾ ਦੂਰ ਹੋ ਗਿਆ ਅਤੇ ਉਸੇ ਵੇਲੇ ਸਾਡੀ ਦੀਵਾਲੀ ਹੋ ਗਈ। ਹੁਣ ਸਤਿਗੁਰਾਂ ਨੇ ਜੋ ਵਚਨ ਫਰਮਾਇਆ, ਉਹਨਾਂ ਨੇ ਫਰਮਾਇਆ ਕਿ ਹਰ ਹਰ ਅਰਥ ਸਰੀਰ ਹਮ ਵੇਚਿਆ, ਪੂਰੇ ਗੁਰ ਕੇ ਆ ਗਏ। ਪਹਿਲਾਂ ਇੰਨਾ ਵਿਸ਼ਵਾਸ ਕਿ ਗੁਰੂ ਪੂਰਾ ਹੈ, ਇਹ ਬੜੀ ਵੱਡੀ ਚੀਜ਼ ਹੈ। ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਤੁਹਾਨੂੰ ਵਿਸ਼ਵਾਸ ਤਾਂ ਹੋਵੇ ਕਿ ਸਾਨੂੰ ਮੁੱਲ ਮਿਲੇਗਾ। ਹੁਣ ਇਹਦੇ ਵਿੱਚ ਸਾਡੇ ਕੋਲ ਐਸਾ ਕੋਈ ਵੀ ਚੀਜ਼ ਨਹੀਂ ਹੈਗੀ, ਕੋਈ ਸੰਸਾਰੀ ਪਰਖ ਕਰਨ ਵਾਲੀ, ਕਿਉਂਕਿ ਬਾਣੀ ਦੇ ਵਿੱਚ ਉਹਨੇ ਸਭ ਕੁਛ ਦੱਸਿਆ ਹੈ। ਸਵਾਮੀ ਜੀ ਨੇ ਵੀ ਫਰਮਾਇਆ ਹੈ ਕਿ ਬਈ ਲਛ ਲਛ ਨਾ ਦੇਖੋ ਕੋਈ, ਜਿਹੜੀ ਚੀਜ਼ ਦੇਖਣ ਵਾਲੀ ਹੈ, ਇਹ ਜਿਹੜੀ ਬਾਹਰੋਂ ਆ। ਹੁਣ ਕੋਈ ਕਹਿੰਦਾ ਹੈ, ਅਸੀਂ ਪਿੱਛੇ ਇਤਿਹਾਸ ਪੜ੍ਹਦੇ ਹਾਂ, ਬੜੇ ਬੜੇ ਸੰਤ ਮਹਾਤਮਾ ਐਸੇ ਹੋਏ ਜਿਨ੍ਹਾਂ ਦੀ ਰਹਿਣੀ ਬਾਹਰੋਂ ਕੁਛ ਹੋਰ ਸੀ ਕਿਸੇ ਤਰ੍ਹਾਂ। ਹੁਣ ਜਿਸ ਤਰ੍ਹਾਂ ਅਸੀਂ ਅਸ਼ਟਾਵਕਰ ਜੀ ਦੀ ਗੱਲ ਕਰਦੇ ਹਾਂ, ਅਤੇ ਅਸ਼ਟਾਵਕਰ ਜੀ ਦੇ ਕਹਿੰਦੇ ਕਿ ਉਹਨਾਂ ਦੇ ਸਰੀਰ ਦੇ ਜੋ ਚੱਲਦੇ ਸੀ, 8 ਵਾਲ ਪੈਂਦੇ ਸੀ। ਕੋਈ ਵਸਤਰ ਨਹੀਂ ਸੀ ਅੱਛੇ, ਤੁਰਿਆ ਕੋਈ ਐਡਾ ਕੋਈ ਸਰੀਰ ਨਹੀਂ ਸੀ ਸੁੰਦਰ, ਅਤੇ ਬਾਹਰੋਂ ਵੀ ਉਹੋ ਜਿਹੀ ਹਾਲਤ ਸੀ। ਕਈ ਵਾਰ ਕਈ ਐਸੇ ਜਿਹੜੇ ਸੰਤ ਮਹਾਤਮਾ ਦਾ ਅਸੀਂ ਜੀਵਨ ਦੇਖਦੇ ਹਾਂ ਕਿ ਬਈ ਬਿਲਕੁਲ ਹੀ ਉਹਨਾਂ ਨੇ ਸੰਸਾਰ ਨਾਲੋਂ, ਜਿਸ ਤਰ੍ਹਾਂ ਕਹਿੰਦੇ ਕਿ ਇੱਕ ਅਲੱਗ ਹੀ ਕੰਮ ਕੀਤਾ। ਕੋਈ ਬੰਦਾ ਸੋਚਦਾ ਬੁੱਧ ਮੱਤ ਨਾਲ ਕਿ ਇਹ ਕਿਸ ਤਰ੍ਹਾਂ ਹੋ ਸਕਦਾ। ਜਿਸ ਤਰ੍ਹਾਂ ਕਬੀਰ ਸਾਹਿਬ ਨੇ ਆਪਣੇ ਬੱਚਿਆਂ ਨੂੰ ਉੱਪਰ ਉਠਾਉਣ ਵਾਸਤੇ ਕਹਿੰਦੇ ਇੱਕ ਇੱਕ ਟਾਈਮ ਦੇ ਉੱਤੇ ਕਿਸੇ ਵੇਲੇ ਕਿ ਬਈ ਉਹਨਾਂ ਨੇ ਬੋਝੇ ਕੀਤੇ ਵੱਖਰੇ ਵੱਖਰੇ। ਕਈ ਜਗ੍ਹਾ 'ਤੇ ਸੰਤਾਂ ਨੇ ਆਪ ਜੀ ਨੂੰ ਕਹਿੰਦੇ ਸ਼ਰਾਬ ਦੀ ਬੋਤਲ ਹੱਥ 'ਚ ਫੜੀ ਅਤੇ ਬਈ ਉਹ ਆਪਣੇ ਉੱਪਰ ਡੋਲੀ। ਹੁਣ ਉਹ ਹੈ ਤਾਂ ਜਦੋਂ ਜਿੰਨੇ ਸਾਰੇ ਸੁਣਿਆ ਉਹਨੂੰ ਪਤਾ ਹੈ ਕਿ ਕੀ ਚੀਜ਼ ਸੀ, ਕਾਹਦੇ ਵਾਸਤੇ ਸੀ, ਪਰ ਉਸ ਵੇਲੇ ਤਾਂ ਇਹੋ ਹੀ ਲੱਗਦਾ ਹੈ ਨਾ। ਜਿਸ ਤਰ੍ਹਾਂ ਸ਼ਾਹ ਨਾਇਕ ਜੀ ਨੇ, ਜਿਸ ਤਰ੍ਹਾਂ ਜਦੋਂ ਉਹਨਾਂ ਨੇ ਕੀਤਾ ਸੀ ਕਿ ਉਹ ਕੋਠੇ ਦੇ ਉੱਤੇ ਚਲੇ ਗਏ ਸੀ, ਤਾਂ ਉਦੋਂ ਵੀ ਤਾਂ ਇਹੋ ਹੀ ਸਿੱਖਾਂ ਨੇ ਇਹੋ ਲਓ ਜੀ ਇਹ ਦੇਖੋ ਸੰਤ ਹੋ ਕੇ ਇਹ ਕਿੱਧਰ ਨੂੰ ਤੁਰੇ ਫਿਰਦੇ ਨੇ, ਇਹ ਦਿਮਾਗ ਨਾਲ ਪਤਾ ਕੁਛ ਨਹੀਂ ਲੱਗਦਾ। ਪਰ ਜਦੋਂ ਇੱਕ ਵਿਸ਼ਵਾਸ ਭਰੋਸਾ ਬਣ ਗਿਆ, ਅਟੱਲ ਬਣ ਗਿਆ, ਫਿਰ ਇਹਨੂੰ ਨਹੀਂ, ਫਿਰ ਇਹਨੂੰ ਹਰ ਇੱਕ ਕੰਮ ਸਗੋਂ ਉਹਦੀ ਲੀਲਾ ਲੱਗਦੀ ਹੈ ਕਿ ਵੀ ਇਹ ਕੋਈ ਲੀਲਾ ਰਚ ਰਹੇ ਨੇ, ਕੁਝ ਮੇਰੇ ਭਲੇ ਵਾਸਤੇ ਹੀ ਹੋਏਗੀ। ਨਹੀਂ ਤੇ ਪਤਾ ਹੀ ਨਹੀਂ ਲੱਗਦਾ ਸਾਰੀ ਇਹ ਗੁਰੂ ਦੀਆਂ ਹੀ ਗਲਤੀਆਂ ਕੱਢੀ ਜਾਂਦਾ ਹੈ, ਗੁਰੂ ਦਾ ਹੀ ਵੇਖੀ ਜਾਂਦਾ ਹੈ, ਆਹ ਨਹੀਂ ਕਰਦੇ, ਉਹ ਨਹੀਂ ਕਰਦੇ, ਇਸ ਤਰ੍ਹਾਂ ਕਰਨਾ ਚਾਹੀਦਾ, ਉਸ ਤਰ੍ਹਾਂ ਕਰਨਾ ਚਾਹੀਦਾ, ਇੱਦਾਂ ਹੋਣਾ ਚਾਹੀਦਾ ਹੈ, ਇੱਦਾਂ ਹੁੰਦਾ ਸੀ, ਇੱਦਾਂ ਹੋਣਾ, ਮਤਲਬ ਇਹੋ ਚੀਜ਼ਾਂ ਕਰਦੇ ਕਰਦੇ ਆਪਣਾ ਟਾਈਮ ਜਿਹੜਾ ਹੈ ਵੇਸਟ ਕਰ ਲੈਂਦਾ ਹੈ। ਇਹ ਜਦੋਂ ਤੱਕ ਸਾਡੇ ਮਨ ਦੀ ਹਾਲਤ ਨਹੀਂ ਬਦਲੇਗੀ, ਕੁਛ ਵੀ ਨਹੀਂ ਅਸੀਂ ਪਾ ਸਕਦੇ। ਜੇ ਪਾਇਆ ਹੁੰਦਾ, ਜੇ ਸਾਡੀ ਹਾਲਤ ਬਦਲੀ ਹੁੰਦੀ ਤੇ ਫਿਰ ਬਈ ਨਹੀਂ, ਉਹ ਚੀਜ਼ ਨਹੀਂ ਰਹਿਣੀ ਸੀ। ਹੁਣ ਫਰਮਾਇਆ ਕਿ ਹਰ ਹਰ ਅਰਥ ਸਰੀਰ ਹਮ ਵੇਚਿਆ। ਹੁਣ ਸਰੀਰ ਵੇਚੇ ਦੀ ਗੱਲ ਆ ਰਹੀ ਹੈ ਪਹਿਲਾਂ। ਵੈਸੇ ਅਸੀਂ ਆਮ ਬਚਨ ਬਾਣੀ ਦੇ ਸੁਣੇ ਕਹਿ ਰਹੀ ਕਿ ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਜ। ਹੁਣ ਇੱਥੇ ਸਤਿਗੁਰਾਂ ਦੇ ਬਚਨ ਜਿਹੜੇ ਆ ਰਹੇ ਨੇ, ਉਹਨਾਂ ਨੇ ਕਿਹਾ ਕਿ ਸਰੀਰ ਵਿੱਚ ਹਮ ਵੇਚਿਆ, ਪਰ ਕਾਹਦੇ ਵਾਸਤੇ? ਹਰ ਹਰ ਅਰਥ, ਹਰੀ ਨੂੰ ਪਾਉਣ ਵਾਸਤੇ, ਉਸ ਪਰਮਾਤਮਾ ਨੂੰ ਪਾਉਣ ਵਾਸਤੇ। ਤੇ ਵੇਚਿਆ ਕਿਹਦੇ ਅੱਗੇ ਹੈ? ਹਰ ਹਰ ਅਰਥ ਸਰੀਰ ਹਮ ਵੇਚਿਆ, ਪੂਰੇ ਗੁਰ ਕੇ ਅੱਗੇ, ਗੁਰੂ ਦੇ ਅੱਗੇ ਭੇਟ ਕਰ ਦਿੱਤਾ ਆਪਣਾ ਸਭ ਕੁਛ। ਕਿਉਂਕਿ ਬੰਦੇ ਦਾ ਸਭ ਤੋਂ ਜਿਹੜਾ ਜਿਹਦੇ ਨਾਲ ਜ਼ਿਆਦਾ ਪਿਆਰ ਕੀਮਤੀ ਇਹਦਾ ਸਰੀਰ ਹੀ ਹੁੰਦਾ ਹੈ। ਮਨ ਤਾਂ ਇਹਦੇ ਅੰਦਰ ਹੈ ਨਾ, ਮਨ ਨੂੰ ਤਾਂ ਇਹਨੇ ਦੇਖਿਆ ਨਹੀਂ ਅਜੇ, ਮਨ ਨਾਲ ਤਾਂ ਇਹਦੀ ਕਦੀ ਹਜੇ ਕੋਈ ਹੋਈ ਨਹੀਂ, ਮੇਲ ਹੀ ਨਹੀਂ ਹੋਇਆ ਇਹਦਾ। ਇਹਨੂੰ ਕੀ ਮਨ ਦਾ ਪਤਾ ਕਿ ਮਨ ਕੀ ਚੀਜ਼ ਹੈ? ਪਰ ਹਜੇ ਤਾਂ ਸਰੀਰ ਹੀ ਹੈ ਨਾ। ਜੇ ਇਹਦਾ ਸਰੀਰ ਹੀ ਨਹੀਂ ਉਸ ਚੀਜ਼ 'ਚ ਚੱਲ ਰਿਹਾ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ, ਹੁਣ ਵੇਚਣ ਦੀ ਗੱਲ ਆ ਗਈ, ਮੈਂ ਕਈ ਵਾਰ ਦੱਸਿਆ ਹੈ ਕਿ ਜਿਹੜੀ ਚੀਜ਼ ਅਸੀਂ ਵੇਚ ਦਿੰਦੇ ਹਾਂ ਉਹਦੇ 'ਤੇ ਸਾਡਾ ਹੱਕ ਨਹੀਂ ਹੁੰਦਾ ਕਦੇ ਵੀ। ਅਸੀਂ ਕੋਈ ਵੀ ਆਪਣੀ ਵਸਤੂ ਜਦੋਂ ਕੋਈ ਬਾਜ਼ਾਰ 'ਚ ਲੈ ਕੇ, ਕਾਰ ਹੋਵੇ ਸਾਡੀ ਬਹੁਤ ਵਧੀਆ, ਮਕਾਨ ਹੋਵੇ ਸਾਡਾ ਬਹੁਤ ਵਧੀਆ, ਜਦੋਂ ਅਸੀਂ ਵੇਚ ਦਿੱਤੀ, ਸਾਨੂੰ ਉਹ ਕਰ ਦਿੱਤਾ, ਅਗਲੇ ਨੂੰ ਦੇ ਦਿੱਤੀ, ਉਸ ਤੋਂ ਬਾਅਦ ਸਾਡਾ ਉੱਤੇ ਕੋਈ ਵੀ ਹੱਕ ਨਹੀਂ ਰਹਿ ਜਾਂਦਾ। ਉਹ ਅਸੀਂ ਕਾਰ ਹੀ ਆਪਣੀ ਵੇਚੀ ਹੋਵੇ, ਉਹ ਸਾਡੇ ਕੋਲ ਅਗਲਾ ਬੰਦਾ ਲੈ ਕੇ
ਉਸੇ ਵੇਲੇ ਭਾਵੇਂ ਅੱਗ ਲਾ ਦਿਓ ਉਹਨੂੰ, ਸਾਨੂੰ ਕੀ ਹੈ, ਅਸੀਂ ਤੇ ਵੇਚ ਦਿੱਤੀ। ਅਸੀਂ ਬਹੁਤ ਵੱਡਾ ਵਧੀਆ ਮਕਾਨ ਬਣਾਇਆ ਹੋਵੇ, ਅਸੀਂ ਵੇਚ ਦਿੱਤਾ, ਅਗਲਾ ਬੰਦੇ ਨੂੰ ਨਹੀਂ ਪਸੰਦ, ਉਹਨੇ ਢਾਹ ਕੇ ਫਿਰ ਬਣਾਉਣਾ ਹੋਵੇ ਢਾਹ ਦਿੱਤਾ, ਇਹ ਉਹਦੀ ਮਰਜ਼ੀ ਹੈ। ਲੇਕਿਨ ਜਦੋਂ ਤੱਕ ਅਸੀਂ ਵੇਚਿਆ ਨਹੀਂ ਨਾ ਹੋਏਗਾ, ਉਦੋਂ ਤੱਕ ਅਸੀਂ ਨਹੀਂ ਹੱਥ ਲਾਉਣ ਦਿੰਦੇ ਕਿਸੇ ਨੂੰ। ਅਸੀਂ ਕਹਿੰਦੇ ਨਾ 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 ਨਾ, ਇਸ ਤਰ੍ਹਾਂ ਨਹੀਂ ਕਰਨਾ, ਇਸ ਤਰ੍ਹਾਂ ਨਹੀਂ ਕਰਨਾ। ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਆਪ ਨੂੰ ਵੇਚਿਆ ਹੀ ਨਹੀਂ, ਅਸੀਂ ਗੁਰੂ ਨੂੰ ਵੀ ਹੱਥ ਲਾਉਣ ਦੇਵਾਂਗੇ? ਨਹੀਂ ਲਾਉਣ ਦਿੰਦੇ। ਅਸੀਂ ਕਹਿੰਦੇ ਅਸੀਂ ਗੁਰੂ ਨੂੰ ਕਹਿੰਦੇ ਇੱਦਾਂ ਕਿਉਂ ਕਰਦਾ, ਇੱਦਾਂ ਕਿਉਂ ਨਹੀਂ ਕਰਦਾ? ਫਿਰ ਉਦੋਂ ਤੱਕ ਇਹ ਗੱਲ ਬਣੇਗੀ ਕਿੱਦਾਂ? ਜਦੋਂ ਇਹ ਗੁਰੂ ਦਾ ਗੁਰੂ ਬਣ ਗਿਆ, ਉਦੋਂ ਕਿੱਦਾਂ ਗੱਲ ਬਣੇਗੀ ਇਹਦੀ? ਹਜੇ ਤੇ ਮਨ 'ਚ ਸਾਡੇ ਇਹੋ ਹੀ ਚੀਜ਼ਾਂ ਜਿਹੜੀਆਂ ਨੇ ਨਹੀਂ ਮਿਟੀਆਂ। ਉਸ ਤਰ੍ਹਾਂ ਅਸੀਂ ਕਹਿੰਦੇ ਹਾਂ ਅਸੀਂ ਤੇ ਗੁਰੂ ਦੇ ਸਿੱਖ ਹਾਂ ਜੀ, ਅਸੀਂ ਤੇ ਸਭ ਕੁਛ ਦਿੱਤਾ, ਅਸੀਂ ਤੇ ਦੇਖੋ ਜੀ ਗੁਰੂ ਦੀ ਸੇਵਾ ਦੇ ਵਿੱਚ ਹਾਂ, ਅਸੀਂ ਤੇ ਗੁਰੂ ਦੀ ਸੇਵਾ ਕਰਦੇ ਹਾਂ, ਅਸੀਂ ਆਹ ਕਰਦੇ ਹਾਂ। ਪਰ ਮੈਂ ਕਈ ਵਾਰ ਇੱਥੇ ਇਸੇ ਹੀ ਚੀਜ਼ ਨੂੰ ਖੋਲ੍ਹਦਾ ਰਹਿੰਦਾ ਹੈ ਕਿ ਪਹਿਲਾਂ ਪਤਾ ਕਰ ਲਈਏ ਗੁਰੂ ਕੌਣ ਹੈ, ਸਿੱਖ ਕੌਣ ਹੈ, ਸੇਵਾ ਕਿਹੜੀ ਹੈ। ਜਦੋਂ ਇਹ ਗੱਲ ਪਤਾ ਚੱਲ ਗਈ ਫਿਰ ਤਰੱਕੀ ਹੋਏਗੀ, ਫਿਰ ਅੱਗੇ ਅਸੀਂ ਚੱਲਾਂਗੇ। ਜਦੋਂ ਤੱਕ ਪਤਾ ਨਾ ਲੱਗਾ ਉਦੋਂ ਤੱਕ ਨਹੀਂ, ਇਹ ਵਿਸ਼ਵਾਸ ਨਹੀਂ ਹੋਣਾ, ਉਹ ਗੱਲ ਨਹੀਂ ਬਣਨੀ ਹੈਗੀ। ਮੈਂ ਇੱਕ ਬੱਚੇ ਦੀ ਇੱਕ ਮਿਸਾਲ ਦਿੱਤੀ ਸੀ ਕਿ ਬੱਚੇ ਨੇ ਇੱਕ ਬੇਨਤੀ ਕੀਤੀ, ਉਹਦੇ ਘਰ ਵਾਲੇ ਬੜੇ ਨਾਰਾਜ਼ ਸੀ, ਕਹਿਣ ਲੱਗੇ ਕਿ ਬਾਰਿਸ਼ ਨਹੀਂ ਹੋਈ ਇਸ ਵਾਰੀ, ਫਸਲ ਨਹੀਂ ਹੋਣੀ, ਅਤੇ ਅਸੀਂ ਨਾ ਬਾਰਿਸ਼ ਬੜੀ ਦੇਰ ਹੋ ਗਈ ਹੈ ਅਤੇ ਹੋ ਨਹੀਂ ਰਹੀ, ਫਸਲਾਂ ਜਿਹੜੀਆਂ ਹੋ ਨਹੀਂ ਰਹੀਆਂ ਪੂਰੀਆਂ, ਅਤੇ ਚਲੋ ਗੁਰਦੁਆਰੇ ਜਾਂ ਮੰਦਰ ਜਿੱਥੇ ਵੀ ਅਸੀਂ ਜਾਣਾ ਹੈ ਅਤੇ ਅਰਦਾਸ ਕਰਕੇ ਆਉਣੀ ਗੁਰੂ ਦੇ ਅੱਗੇ। ਹੁਣ ਉਹ ਗੱਲਬਾਤ ਗੁਰੂ ਦੀ ਸਤਸੰਗ ਜਿਹੜਾ ਕਈ ਵਾਰ ਘਰ 'ਚ ਚੱਲਦਾ ਸੀ, ਬੱਚਾ ਵੀ ਨਾਲ ਜਾਂਦਾ, ਹੈ ਛੋਟਾ ਜਿਹਾ ਬੱਚਾ ਸੀ, ਵਿਸ਼ਵਾਸ ਸੀ। ਜਦੋਂ ਘਰੋਂ ਚੱਲਿਆ, ਸਾਰੇ ਜਣੇ ਘਰੋਂ ਚੱਲਣ ਲੱਗੇ ਅਤੇ ਬੱਚਾ ਵੀ ਨਾਲ ਚੱਲਣ ਲੱਗਾ, ਅਤੇ ਬੱਚੇ ਨੇ ਛਤਰੀ ਨਾਲ ਲੈ ਲਈ। ਧੁੱਪ ਚੜੀ ਪੂਰੀ ਬਾਹਰ, ਅਤੇ ਇਸ ਤਰ੍ਹਾਂ ਕਰਕੇ ਅਤੇ ਉਹਦੇ ਪਿਓ ਕਹਿਣ ਲੱਗਾ ਕਿ ਇਹ ਬੇਟੇ ਇਹ ਛਤਰੀ ਕੀ ਕਰਨੀ ਤੂੰ ਨਾਲ? ਕਹਿੰਦਾ ਪਾਪਾ ਤੁਸੀਂ ਕਹਿ ਤਾਂ ਰਹੇ ਹੋ ਕਿ ਅਸੀਂ ਅਰਦਾਸ ਕਰਨ ਜਾ ਰਹੇ ਹਾਂ, ਬੇਨਤੀ ਕਰਨ ਜਾ ਰਹੇ ਹਾਂ। ਅਤੇ ਕਹਿੰਦਾ ਜਦੋਂ ਬੇਨਤੀ ਕੀਤੀ ਅਤੇ ਰੱਬ ਨੇ, ਮਾਲਕ ਨੇ ਵਰਸ਼ਾ ਕਰ ਦੇਣੀ ਹੈ, ਅਤੇ ਫਿਰ ਜਾਉਂਦੀ ਬਾਕੀ ਲੋੜ ਪਊਗੀ ਛਤਰੀ ਦੀ, ਫਿਰ ਇਸ ਕਰਕੇ ਮੈਂ ਲੈ ਕੇ ਚੱਲਿਆ ਨਾਲ। ਇੰਨਾ ਵਿਸ਼ਵਾਸ। ਜਦੋਂ ਤੱਕ ਸਾਡੇ ਅੰਦਰ ਵਿਸ਼ਵਾਸ ਭਰੋਸਾ ਹੀ ਨਹੀਂ ਹੋਏਗਾ ਤਾਂ ਅਸੀਂ ਚੱਲੀ ਜਾਂਦੇ ਹਾਂ। ਜਿਸ ਤਰ੍ਹਾਂ ਕੋਹਲੂ ਦਾ ਬੈਲ ਹੁੰਦਾ ਹੈ, ਸਵੇਰ ਤੋਂ ਚੱਲਦਾ ਹੈ, ਸ਼ਾਮ ਤੱਕ ਚੱਲੀ ਜਾਂਦਾ ਹੈ, ਉਹ ਚੱਲਦਾ ਬਹੁਤ ਹੈ। ਹੋ ਸਕਦਾ ਹੈ ਕਿ ਇੰਨਾ ਬੈਲ ਹੋਰ ਕੋਈ ਜਿਹੜਾ ਇੰਨਾ ਚੱਲਦਾ ਹੋਵੇ ਜਿੰਨਾ ਕੋਹਲੂ ਵਾਲਾ ਚੱਲਦਾ ਸਵੇਰ ਤੋਂ ਲੈ ਕੇ, ਪਰ ਪਹੁੰਚਦਾ ਕਿੱਥੇ ਆ? ਉਹਦੀ ਮੰਜ਼ਿਲ ਕੀ ਹੈ? ਜਿੱਥੋਂ ਸਵੇਰੇ ਚੱਲਿਆ ਸੀ ਸ਼ਾਮ ਨੂੰ ਵੀ ਉੱਥੇ ਹੀ ਹੁੰਦਾ ਹੈ। ਕਈ ਵਾਰ ਸਾਡੇ ਵੀ ਜੀਵਨ ਦੇ ਵਿੱਚ ਇੱਦਾਂ ਹੀ ਹੁੰਦਾ ਹੈ ਕਿ ਜਿੱਥੋਂ ਅਸੀਂ ਚੱਲੇ ਹੁੰਦੇ ਹਾਂ ਉੱਥੇ ਹੀ ਅਸੀਂ ਖੜੇ, ਉੱਥੇ ਹੀ ਹੁੰਦੇ। ਜਦੋਂ ਅਸੀਂ ਦੇਖਦੇ ਹਾਂ ਆਪਣੇ ਨੂੰ, ਆਪ ਨੂੰ, ਉੱਥੇ ਲੱਗਦਾ ਕਿ ਯਾਰ ਕੋਈ ਹੋਇਆ ਕੀ ਬਦਲਾਵ ਆਇਆ ਸਾਡੇ 'ਚ, ਕੀ ਚੀਜ਼ ਬਣੀ ਸਾਡੀ? ਇਹ ਕਦੋਂ ਬਣੇਗੀ? ਜਦੋਂ ਗੁਰੂ ਤੇ ਹੁਕਮ 'ਚ ਆਏਗਾ। ਗੁਰੂ ਨੂੰ ਹੁਕਮ 'ਚ ਲਿਆਉਣ ਦੀ ਕੋਸ਼ਿਸ਼ ਨਾ ਕਰੇ, ਗੁਰੂ ਦੇ ਹੁਕਮ 'ਚ ਆਵੇ। ਜੋ ਵੀ ਕਰਦਾ ਹੈ, ਜਿੱਦਾਂ ਵੀ ਕਰਦਾ ਹੈ, ਬਈ ਉਹਦੇ ਮੌਜ ਦੇ ਵਿੱਚ ਆਪਣੀ ਮੌਜ ਮਿਲਾ ਦੇਵੇ, ਫਿਰ ਗੱਲ ਬਣੇਗੀ। ਜਦੋਂ ਤੱਕ ਆਪਣਾ ਰੰਗ ਛੱਡਦਾ ਨਹੀਂ ਤਾਂ ਦੂਸਰਾ ਰੰਗ ਕਿੱਦਾਂ ਛੱਡੇਗਾ ਇੱਥੇ? ਜੇ ਆਪਣਾ ਰੰਗ ਛੱਡੇਗਾ ਤਾਂ ਦੂਸਰਾ ਰੰਗ ਆਏਗਾ ਇਹਨੂੰ, ਉਹ ਗੱਲ ਨਹੀਂ ਬਣਦੀ। ਉਹਦੇ ਵਾਸਤੇ ਵੀ ਜਿਸ ਤਰ੍ਹਾਂ ਉਹਨੇ ਵੇਚਿਆ ਦੀ ਗੱਲ ਕੀਤੀ ਹੈ, ਤੇ ਬਈ ਹਰ ਇੱਕ ਚੀਜ਼ ਦਾ ਇੱਕ ਮੁੱਲ ਹੁੰਦਾ ਹੈ, ਮੁੱਲ ਮਿਲਦਾ ਵੀ ਹੈ। ਪਰ ਇਹ ਗੱਲ ਆ ਗਈ ਫਿਰ ਉਹੀ ਕਿ ਸਾਡੇ ਵਿਸ਼ਵਾਸ ਦੀ, ਕਿ ਅਸੀਂ ਕੀ ਵੇਚਣਾ ਕੀ ਚਾਹੁੰਦੇ ਹਾਂ, ਕੀ ਲੈਣਾ ਕੀ ਚਾਹੁੰਦੇ ਹਾਂ ਅਸੀਂ। ਇਸੇ ਤਰ੍ਹਾਂ ਇੱਕ ਵਾਰੀ ਇੱਕ ਬੱਚਾ ਸੀ, ਚਲਾ ਗਿਆ ਦੁਕਾਨ 'ਤੇ, ਬਾਜ਼ਾਰ ਦੇ ਵਿੱਚ ਚਲਾ ਗਿਆ, ਬੜਾ ਵੱਡਾ ਬਾਜ਼ਾਰ ਸੀ, ਬੜੀਆਂ ਦੁਕਾਨਾਂ ਸੀ ਉੱਥੇ। 1 ਰੁਪਈਆ ਉਹਨੇ ਹੱਥ ਦੇ ਵਿੱਚ ਫੜਿਆ, ਇੱਕ ਸਿੱਕਾ। ਇੱਕ ਦੁਕਾਨ 'ਤੇ ਗਿਆ, ਦੁਕਾਨ 'ਤੇ ਜਾ ਕੇ ਕਹਿੰਦਾ ਅੰਕਲ ਜੀ ਆਹ ਰੁਪਈਆ, ਉਹਨੂੰ ਹੱਥ ਫੜਾ, ਕਹਿੰਦਾ ਲੈ ਲਓ। ਉਹਨੇ ਰੁਪਈਆ ਫੜ ਲਿਆ। ਕਹਿੰਦਾ ਕੀ ਲੈਣਾ ਹੈ? ਕਹਿੰਦਾ ਮੈਂ ਰੱਬ ਲੈਣਾ ਹੈ। ਕਿਉਂਕਿ ਜਿਸ ਤਰ੍ਹਾਂ ਹਰ ਇੱਕ ਬੱਚਿਆਂ ਨੂੰ ਪਤਾ ਹੁੰਦਾ ਕਿ ਹਰ ਚੀਜ਼ ਮਾਂ ਪਿਓ ਕਹਿੰਦੇ ਦੁਕਾਨ ਤੋਂ ਲੈਂਦੇ ਆ, ਇਸ ਤਰ੍ਹਾਂ ਤਾਂ ਉਹ ਕਹਿਣ ਲੱਗਾ ਕਿ ਮੈਂ ਨਾ ਰੱਬ ਲੈਣਾ ਹੈ। ਦੁਕਾਨਦਾਰ ਨੇ ਜਿਹੜਾ ਅਸੀਂ ਰੁਪਈਆ ਭੁਆ ਕੇ ਮਾਰਿਆ, ਕਹਿੰਦਾ ਮਜ਼ਾਕ ਕਰਦਾ, ਕੀ ਕਰਦਾ, ਜਾਂ ਚਲਾ ਜਾ। ਉਹਨੇ ਫਿਰ ਰੁਪਈਆ ਫੜਿਆ, ਪਰ ਹਾਰਿਆ ਨਹੀਂ, ਅੱਗੇ ਚੱਲ ਪਿਆ। ਦੂਸਰੀ ਦੁਕਾਨ 'ਤੇ ਗਿਆ, ਜਾ ਕੇ ਫਿਰ ਉਹੀ ਰੁਪਈਆ ਫੜਾਇਆ। ਜਦੋਂ ਉਹਨੇ ਪੁੱਛਿਆ ਕੀ ਲੈਣਾ ਹੈ, ਕਹਿੰਦਾ ਰੱਬ ਲੈਣਾ ਹੈ। ਇਸ ਤਰ੍ਹਾਂ ਕਰਦਿਆਂ ਕਰਦਿਆਂ ਦੂਸਰੀ 'ਤੇ, ਤੀਸਰੀ 'ਤੇ ਹਰ ਇੱਕ ਨੇ ਮੋੜ ਦਿੱਤਾ। ਕਰਦਿਆਂ ਕਰਦਿਆਂ ਕਾਫੀ ਦੁਕਾਨਾਂ, 30-35 ਦੁਕਾਨਾਂ 'ਤੇ ਇਸ ਤਰ੍ਹਾਂ ਗਿਆ, ਪਰ ਇਹ ਨਹੀਂ ਕਿ ਵਿਸ਼ਵਾਸ ਟੁੱਟਾ। ਉਹ ਰੁਪਈਆ ਫੜੇ, ਫਿਰ ਅਗਲੀ ਦੁਕਾਨ 'ਤੇ ਚਲਾ, ਜਾ ਕੇ ਕਹਿਣ ਲੱਗਾ। ਫਿਰ ਇਹ ਕਰਦਿਆਂ ਕਰਦਿਆਂ ਇੱਕ ਲਾਸਟ 'ਤੇ ਜਿਸ ਤਰ੍ਹਾਂ ਜਾ ਰਿਹਾ, ਇੱਕ ਬਜ਼ੁਰਗ ਦੁਕਾਨ 'ਤੇ ਬੈਠੇ ਸੀ, ਉਹਨਾਂ ਨੂੰ ਜਾ ਕੇ ਰੁਪਈਆ ਦਿੱਤਾ। ਅਤੇ ਉਹਨੇ ਜਦੋਂ ਪੁੱਛਿਆ ਹਾਂਜੀ ਬੇਟੇ ਕੀ ਲੈਣਾ ਹੈ, ਕਹਿੰਦਾ ਮੈਂ ਰੱਬ ਲੈਣ ਆਇਆ ਅੰਕਲ ਜੀ। ਉਹ ਸਮਝ ਗਿਆ ਕਿ ਕੁਛ ਨਾ ਕੁਛ ਗੱਲ ਹੈ। ਉਹਨੇ ਫੜ ਲਿਆ, 2 ਮਿੰਟ ਸੋਚਦਾ ਰਿਹਾ, ਸੋਚ ਕੇ ਕਹਿੰਦਾ ਬੇਟੇ ਰੱਬ ਕਾਹਦੇ ਵਾਸਤੇ ਚਾਹੀਦਾ ਤੈਨੂੰ?
ਕਹਿੰਦਾ ਮੇਰੀ ਨਾ ਮਾਂ ਬਿਮਾਰ ਹੈ ਬੜੀ, ਹਸਪੀਟਲ ਦੇ ਵਿੱਚ ਏ, ਤੇ ਡਾਕਟਰਾਂ ਨੇ ਕਹਿ ਦਿੱਤਾ ਹੈ ਕਿ ਹੁਣ ਸਾਡੇ ਹੱਥ ਹੈ ਤੇ ਇਹਨੂੰ ਹੁਣ ਰੱਬ ਹੀ ਬਚਾ ਸਕਦਾ ਹੈ, ਤੇ ਇਸ ਕਰਕੇ ਮੈਂ ਰੱਬ ਲੈਣ ਆਇਆ, ਇਹਨੂੰ ਹੋਰ ਨਹੀਂ ਮੈਨੂੰ ਬਚਾ ਸਕਦਾ, ਇਹਨੂੰ ਰੱਬ ਬਚਾ ਸਕਦਾ ਹੈ। ਉਹਨੇ ਬਜ਼ੁਰਗ ਨੇ ਦੇਖਿਆ, ਕਹਿਣ ਲੱਗਾ ਕਿ ਰੁਪਈਆ ਫੜ ਲਿਆ, ਕਹਿੰਦਾ ਹਾਂ ਬੇਟੇ ਮੇਰੀ ਦੁਕਾਨ ਤੋਂ ਰੱਬ ਮਿਲਦਾ ਹੈ, ਮੈਂ ਤੈਨੂੰ ਦੇਵਾਂਗਾ। ਅੰਦਰ ਗਿਆ, ਅੰਦਰ ਜਾ ਕੇ ਦੇਖਿਆ ਸਮਾਨ ਸਾਰਾ ਕੋਈ ਮਹਿੰਗਾ ਮਹਿੰਗਾ ਕੁਛ ਇਸ ਤਰ੍ਹਾਂ ਪਿਆ ਸੀ, ਬਾਕੀ ਹੋਰ ਵੀ ਇੱਕ ਜਿਸ ਤਰ੍ਹਾਂ ਪਾਣੀ ਵਾਲੀਆਂ ਬੋਤਲਾਂ ਕਹਿ ਲਈਏ ਜਾਂ ਕੋਈ ਗਲਾਸ ਹੁੰਦੇ ਨੇ ਅੱਜ ਕੱਲ੍ਹ, ਇਸ ਤਰ੍ਹਾਂ ਪਾਣੀ ਦਾ ਗਲਾਸ ਸੀ, ਉਹ 1 ਰੁਪਏ ਦਾ ਸੀ। ਉਹਨੇ ਗਲਾਸ ਪਾਣੀ ਦਾ ਫੜ ਕੇ ਤੇ ਉਹਨੂੰ ਫੜਾ ਦਿੱਤਾ, ਕਹਿਣ ਲੱਗਾ ਕਿ ਇਹ ਜਿਹੜਾ ਪਾਣੀ ਹੈ ਰੱਬ ਨੇ ਭੇਜਿਆ, ਜਿਹੜਾ ਇਹ ਤੂੰ ਜਾ ਕੇ ਆਪਣੇ ਮਾਤਾ ਨੂੰ ਪਿਲਾ ਦੇ, ਤੇ ਕੋਈ ਨਹੀਂ ਰੱਬ ਤੇਰੀ ਮਾਂ ਨੂੰ ਠੀਕ ਕਰ ਦੇਗਾ। ਹੁਣ ਉਹ ਭਰੋਸਾ ਬੱਚਾ ਹੈ, ਬੱਚੇ ਨੂੰ ਚੱਲ ਕੋਈ ਉਹ ਨਹੀਂ, ਬੱਚਾ ਤੇ ਬੱਚਾ ਹੀ ਹੈ। ਉਹਨੇ ਫੜਿਆ ਗਲਾਸ, ਉਸੇ ਤਰ੍ਹਾਂ ਗਿਆ, ਜਾ ਕੇ ਬੜੀ ਵਿਸ਼ਵਾਸ ਨਾਲ ਭਰੋਸੇ ਦੇ ਨਾਲ ਆਪਣੀ ਮਾਂ ਨੂੰ ਉਹ ਜਿਹੜਾ ਪਾਣੀ ਜਿਹੜਾ ਸੀ ਪਿਲਾਇਆ, ਥੋੜ੍ਹਾ ਪਿਲਾਇਆ। ਜੋ ਵੀ ਉਹਦਾ ਕੋਈ ਆਪਰੇਸ਼ਨ ਹੋਣ ਵਾਲਾ ਸੀ, ਜੋ ਵੀ ਉਹ ਹੋਇਆ, ਤੇ ਉਸ ਤੋਂ ਬਾਅਦ ਮਾਂ ਠੀਕ ਹੋ ਗਈ, ਬਿਲਕੁਲ ਮਾਂ ਠੀਕ ਹੋ ਗਈ। ਠੀਕ ਹੋਣ ਤੋਂ ਬਾਅਦ ਜਦੋਂ ਡਾਕਟਰ ਕੋਲ ਗਏ, ਉਹਦਾ ਬਿੱਲ ਤਾਰਨ ਵਾਸਤੇ ਬਿੱਲ ਦੇਖਿਆ ਕਾਫੀ ਬਣਿਆ ਪਿਆ ਸੀ, ਮੂੰਹ ਤੇ ਫਿਰ ਥੋੜ੍ਹੀ ਨਿਰਾਸ਼ਾ ਆਈ, ਤੇ ਵੇਖਣ ਲੱਗੇ ਕਿ ਇੰਨਾ ਬਿੱਲ ਜ਼ਿਆਦਾ। ਡਾਕਟਰ ਵੇਖ ਕੇ ਕਹਿਣ ਲੱਗਾ ਘਬਰਾਉਣ ਦੀ ਲੋੜ ਨਹੀਂ ਹੈ, ਤੁਹਾਡਾ ਬਿੱਲ ਜਿਹੜਾ ਆ ਦੇ ਗਿਆ, ਕੋਈ ਬਜ਼ੁਰਗ ਆਏ ਸੀ ਤੇ ਉਹ ਤੁਹਾਡਾ ਬਿੱਲ ਜਿਹੜਾ ਸਾਰਾ ਦੇ ਗਏ ਆ, ਤੇ ਨਾਲ ਇੱਕ ਚਿੱਠੀ ਦੇ ਕੇ ਗਏ ਆ, ਤੇ ਇਹ ਚਿੱਠੀ ਔਰ ਚਿੱਠੀ ਜਦੋਂ ਖੋਲ੍ਹੀ ਤਾਂ ਉਹਦੇ 'ਚ ਸਟਾਰਟਿੰਗ ਵਿੱਚ ਲਿਖਿਆ ਕਿ ਬਈ ਤੁਹਾਨੂੰ ਮੇਰਾ ਧੰਨਵਾਦ ਕਰਨ ਦੀ ਕੋਈ ਲੋੜ ਨਹੀਂ, ਇਹ ਜੋ ਵੀ ਕੀਤਾ ਹੈ ਇਹ ਰੱਬ ਨੇ ਕੀਤਾ ਹੈ, ਔਰ ਤੁਹਾਡੇ ਜੇ ਤੁਸੀਂ ਧੰਨਵਾਦ ਕਰਨਾ ਹੈ ਤਾਂ ਉਸ ਰੱਬ ਦਾ ਕਰੋ, ਔਰ ਜਾਂ ਆਪਣੇ ਬੱਚੇ ਦਾ ਕਰੋ, ਕਿਉਂਕਿ ਤੁਹਾਡੇ ਬੱਚੇ ਦੇ ਵਿਸ਼ਵਾਸ ਨੇ ਉਸ ਰੱਬ ਦੇ, ਉਹਨੇ ਤੁਹਾਨੂੰ ਬਚਾਇਆ ਹੈ। ਤੇ ਬਈ ਇਸ ਕਰਕੇ ਮੈਂ ਤੇ ਇੱਕ ਸੇਵਾਦਾਰ ਸੇਵਕ ਹਾਂ, ਤੇ ਜੇ ਧੰਨਵਾਦ ਕਰਨਾ ਜਾਂ ਉਸ ਮਾਲਕ ਦਾ ਕਰੋ ਤੇ ਜਾਂ ਇਸ ਬੱਚੇ ਦਾ ਕਰੋ। ਇਸੇ ਤਰ੍ਹਾਂ ਹੀ ਜਦੋਂ ਸਾਨੂੰ ਵਿਸ਼ਵਾਸ ਬੱਚਾ, ਗੁਰੂ ਮਹਾਰਾਜ ਜੀ ਕਿਉਂ ਸਾਨੂੰ ਬਾਰ-ਬਾਰ ਫਰਮਾਉਂਦੇ ਕਿ ਬੇਟੇ ਬੱਚੇ ਬਣ ਕੇ ਜਾਈਏ, ਬੱਚੇ ਬਣ ਕੇ ਰਹੀਏ, ਕਿਉਂਕਿ ਬੱਚੇ ਨੂੰ ਤਾਂ ਕੋਈ ਪਤਾ ਨਹੀਂ ਹੈ। ਜਦੋਂ ਅਸੀਂ ਸਿਆਣੇ ਫਿਰ ਸਾਡਾ ਦਿਮਾਗ ਚੱਲਦਾ ਹੈ ਕਿ ਅਸੀਂ ਉਹ ਚੀਜ਼ਾਂ ਨੂੰ ਕਰਦੇ ਹਾਂ। ਹੁਣ ਸਤਿਗੁਰੂ ਜੀ ਫਰਮਾਉਂਦੇ ਨੇ, ਹਰ ਹਰ ਅਰਥ ਸਰੀਰ ਹਮ ਵੇਚਿਆ, ਪੂਰੇ ਗੁਰ ਕੇ ਆਗੇ, ਸਤਿਗੁਰੂ ਦਾਤੇ ਨਾਮ ਦਿੜਾਇਆ, ਮੁੱਖ ਮਸਤਕ ਭਾਗ ਸੁਭਾਗੇ। ਹੁਣ ਅਸੀਂ ਇੰਨੀ ਦੇਰ ਸੇਵਾ ਕਰਦੇ ਹਾਂ, ਇੰਨੀ ਦੇਰ ਸਾਡੀਆਂ ਜ਼ਿੰਦਗੀਆਂ ਲੰਘ ਜਾਂਦੀਆਂ, ਸਾਡੇ ਉਹ ਭਾਗ ਸੁਭਾਗੇ ਕਦੀ ਹੁੰਦੇ ਹੀ ਨਹੀਂ, ਅਸੀਂ ਦੁੱਖਾਂ 'ਚੋਂ ਨਿਕਲਦੇ ਹੀ ਨਹੀਂ, ਮਨ ਨੂੰ ਕਦੀ ਚੈਨ ਆਇਆ ਹੀ ਨਹੀਂ, ਕਦੀ ਨਹੀਂ ਮਨ ਨੂੰ ਚੈਨ ਆਇਆ। ਕਦੋਂ ਇਹ ਜਿਹੜੇ ਭਾਗ ਜਿਹੜੇ ਆ ਸੁਭਾਗੇ ਹੋਣਗੇ? ਜਦੋਂ ਤੱਕ ਸਾਨੂੰ ਵਿਸ਼ਵਾਸ ਭਰੋਸਾ ਨਹੀਂ ਬਣਦਾ, ਕਿਉਂਕਿ ਬਾਣੀ ਉਹਨੇ ਫਰਮਾਇਆ ਹੈ ਕਿ ਪਹਿਲੇ ਦਾਤਾ ਸਿੱਖ ਬਿਆ, ਪਹਿਲੇ ਦਾਤਾ ਸਿੱਖ ਬਿਆ, ਜਿਨ ਤਨ ਮਨ ਅਰਪਾ ਸ਼ੀਸ਼, ਪਾਸ਼ੇ ਦਾਤਾ ਗੁਰੂ ਵੇ ਜਿਨ ਨਾਮ ਕੀਆ ਬਖਸ਼ੀਸ਼। ਕਹਿੰਦੇ ਪਹਿਲਾਂ ਸਿੱਖ ਨੂੰ ਦਾਤਾ ਬਣਨਾ ਪੈਂਦਾ, ਇਹਨੂੰ ਦੇਣਾ ਪੈਂਦਾ ਆਪਣਾ, ਇਹਨੂੰ ਆਪਣਾ, ਜਿਸ ਤਰ੍ਹਾਂ ਉਹਨੇ ਕਿਹਾ ਨਾ ਕਿ ਹਰ ਹਰ ਅਰਥ ਸਰੀਰ ਹਮ ਵੇਚਿਆ, ਕੀ ਦੇਣਾ ਅਸੀਂ? ਕਿੰਨੀ ਜਗ੍ਹਾ ਤੇ ਅਸੀਂ ਬਾਣੀ 'ਚ ਪੜ੍ਹਦੇ ਹਾਂ, ਉਹਨੇ ਫਰਮਾਇਆ ਪਹਿਲਾਂ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ, ਸਭਨਾ ਕੀ ਹੋ ਰੇਣਕਾ, ਤਬ ਆਓ ਹਮਾਰੇ ਪਾਸ। ਉਹਨੇ ਤਾਂ ਪਹਿਲੇ ਦਿਨ ਹੀ ਪਹਿਲਾਂ ਹੀ ਕਹਿ ਦਿੱਤਾ, ਸ਼ਰਤ ਹੀ ਰੱਖ ਦਿੱਤੀ ਕਿ ਪਹਿਲਾਂ ਮਰਨ ਕਬੂਲ ਕਰ। ਔਰ ਜਿਹੜਾ ਬੰਦਾ ਮਾਰੀ ਜਾਵੇ, ਤੁਸੀਂ ਸੋਚੋ ਉਹਦੀ ਕੋਈ ਚੀਜ਼ ਕੰਮ ਕਰਦੀ ਹੈ? ਉਹਦਾ ਕੋਈ ਹੱਥ ਪੈਰ ਨਹੀਂ ਹਿਲਦਾ, ਉਹਦੇ ਉੱਤੇ ਮੱਖੀਆਂ ਮੂੰਹ 'ਤੇ ਬੈਠੀਆਂ ਹੋਣ, ਉਹ ਨਹੀਂ, ਉਹਨੂੰ ਕੋਈ ਫਰਕ ਨਹੀਂ ਹੈ, ਉਹਦੇ ਉੱਤੇ ਕੋਈ ਸਵਾਹ ਪਾ ਦੇਵੇ ਉਹਨੂੰ ਤਾਂ ਨਹੀਂ ਪਤਾ, ਉਹਨੂੰ ਅੱਗ 'ਚ ਪਾ ਦਿੰਦੇ ਹਾਂ ਉਹਨੂੰ ਤਾਂ ਨਹੀਂ ਕੁਛ ਕਹਿੰਦਾ, ਜੇ ਉਹਨੂੰ ਮਿੱਟੀ 'ਚ ਦੱਬ ਦਿੰਦੇ ਹੋ ਤਾਂ ਕੁਛ ਨਹੀਂ ਕਹਿੰਦਾ, ਉਹਨੂੰ ਚੁੱਕ ਕੇ ਸਮੁੰਦਰ 'ਚ ਸੁੱਟ ਦਈਏ ਤਾਂ ਕੁਛ ਨਹੀਂ ਕਹਿੰਦਾ, ਪਰ ਕਿਉਂਕਿ ਉਹ ਮਰ ਚੁੱਕਾ ਹੈ। ਇਸੇ ਕਰਕੇ ਸਤਿਗੁਰਾਂ ਨੇ ਜੋ ਬਚਨ ਵਰਤਿਆ, ਉਹਨੇ ਕਿਹਾ ਪਹਿਲਾਂ ਮਰਨ ਕਬੂਲ ਕਰ, ਕਬੂਲ ਕਹਿ ਕੇ ਇਹਨੂੰ ਕਬੂਲ ਕਰ ਰਿਹਾ ਸੀ ਕਿ ਤੂੰ ਆਪਣੇ ਆਪ ਨੂੰ ਮਾਰ ਦਿੱਤਾ ਹੈ, ਤੂੰ ਗੁਰੂ ਦਾ ਹੋ ਗਿਆ, ਗੁਰੂ ਦੇ ਹਵਾਲੇ ਕਰ ਦਿੱਤਾ ਆਪਣੇ ਆਪ ਨੂੰ, ਤੇ ਫਿਰ ਤੇਰਾ ਕੁਛ ਨਾ ਕੁਛ ਗੁਰੂ ਕਰੇਗਾ। ਜਦੋਂ ਤੱਕ ਅਸੀਂ ਜੀਂਦੇ ਹਾਂ, ਕਿਉਂ ਸਤਿਗੁਰਾਂ ਨੇ ਕਈ ਵਾਰ ਸਤਸੰਗ 'ਚ ਬਚਨ ਫਰਮਾਉਣਾ ਕਿ ਸਜਦਾ ਉਸ ਸਰ ਕੋ ਹੋਤਾ ਹੈ ਜੋ ਤਨ ਸੇ ਜੁਦਾ ਹੋਤਾ ਹੈ, ਕਿਉਂਕਿ ਜਦੋਂ ਜੁਦਾ ਹੋ ਗਿਆ ਫਿਰ ਇਹਦਾ ਇਹ ਮੱਤ ਜਿਹੜੀ ਹੈ ਇਹ ਖਤਮ ਹੋ ਜਾਏਗੀ। ਹੋਰ ਕਈ ਵਾਰ ਦੱਸਿਆ ਹੈ, ਕਿਉਂਕਿ ਘਾਟ ਹੋਰ ਕੋਈ ਨਹੀਂ, ਸਤਸੰਗ ਦੇ ਬੜੇ ਸੁਣੇ ਨੇ ਅਸੀਂ, ਇਹ ਛੋਟੀਆਂ ਛੋਟੀਆਂ ਕਈ ਵਾਰੀ ਚੀਜ਼ਾਂ ਦੱਸੀ ਦੀਆਂ, ਠੀਕ ਹੈ ਟਾਈਮ ਜ਼ਿਆਦਾ ਲੱਗਦਾ ਹੈ,
ਕਈ ਵਾਰੀ ਅਸੀਂ ਸੋਚਦੇ ਹਾਂ ਕਿ ਸਤਸੰਗ ਬੜਾ ਲੰਬਾ ਹੋ ਜਾਂਦਾ ਹੈ, ਮਿਸਾਲਾਂ ਹੀ ਚੱਲਦੀਆਂ ਰਹਿੰਦੀਆਂ ਇਸ ਤਰ੍ਹਾਂ, ਪਰ ਮਤਲਬ ਕੀ ਹੈ? ਕੋਈ ਵੀ ਚੀਜ਼ ਸਾਡੇ ਪੱਲੇ ਪੈ ਜਾਏ, ਕੁਝ ਵੀ ਸਾਡੇ ਸਮਝ ਦੇ ਵਿੱਚ ਆ ਜਾਵੇ ਸਹੀ ਕੋਈ, ਇਸ ਕਰਕੇ ਕੋਈ ਨਾ ਕੋਈ, ਜਿਸ ਤਰ੍ਹਾਂ ਬਾਕੀ ਸਵਾਲ ਅਸੀਂ ਮੈਥ ਦੇ ਕੇ ਕਰਦੇ ਹਾਂ, ਪਿੱਛੇ ਉਹਦੇ ਇੱਕ ਉਦਾਹਰਨਾਂ ਦਿੱਤੀਆਂ ਹੁੰਦੀਆਂ ਨੇ ਕਿ ਸਾਨੂੰ ਕਿਸੇ ਤਰੀਕੇ ਨਾਲ ਵੀ ਸਮਝ ਲੱਗ ਜਾਵੇ ਉਸ ਚੀਜ਼ ਦੀ ਕਿ ਦਿੱਕਤ ਆ ਕਿੱਥੇ ਰਹੀ ਹੈ। ਜਦੋਂ ਸਮਝ ਆ ਗਈ ਤੇ ਬਈ ਜਿਸ ਤਰ੍ਹਾਂ ਫਾਰਮੂਲਾ ਸਮਝ 'ਚ ਆ ਗਿਆ ਤੇ ਫਿਰ ਤੇ ਸਵਾਲ ਨਿਕਲੇ ਨੇ ਸਾਰੇ। ਤੇ ਜੇ ਫਾਰਮੂਲਾ ਸਮਝ 'ਚ ਨਾ ਆਵੇ, ਪਤਾ ਹੀ ਨਾ ਲੱਗੇ, ਟੱਕਰਾਂ ਮਾਰਦੇ ਰਹੀਏ, ਜਿੰਨਾ ਮਰਜ਼ੀ ਕਾਪੀਆਂ ਭਰ ਦਈਏ, ਸਵਾਲ ਨਹੀਂ ਨਿਕਲਦੇ ਹੈਗੇ। ਇਸ ਕਰਕੇ ਅਸੀਂ ਕਈ ਵਾਰੀ ਕਹਿੰਦੇ ਹਾਂ ਨਾ ਜਾ ਕੇ ਟੀਚਰ ਨੂੰ ਕਿ ਸਰ ਜੀ ਫਾਰਮੂਲਾ ਸਮਝਾਓ ਕੀ ਹੈ। ਹੁਣ ਇਹ ਫਾਰਮੂਲਾ ਸਤਿਗੁਰ ਬਾਣੀ ਦੇ ਵਿੱਚ ਸਾਨੂੰ ਦੱਸਿਆ ਹੈ। ਜਦੋਂ ਤੱਕ ਸਾਨੂੰ ਇਹ ਸਮਝ ਨਹੀਂ ਆਉਂਦੀ, ਜਦੋਂ ਤੱਕ ਮਨ ਅਜੇ ਗੁਰੂ ਦੇ ਉੱਤੇ ਸ਼ੱਕ ਕਰ ਰਿਹਾ ਹੈ, ਉਸ ਪਰਮਾਤਮਾ ਤੇ ਸ਼ੱਕ ਕਰ ਰਿਹਾ, ਰੱਬ ਤੇ ਸ਼ੱਕ ਕਰ ਰਿਹਾ ਹੈ, ਸਮਝ ਲਈਏ ਕਿ ਅਸੀਂ ਫੇਲ ਹਾਂ, ਅਜੇ ਅਸੀਂ ਅਜੇ ਉੱਥੇ ਨਹੀਂ ਆਏ, ਉਸ ਲਾਈਨ ਦੇ ਉੱਤੇ ਨਹੀਂ ਆਏ। ਜਿਸ ਦਿਨ ਇਹਦਾ ਆਪਣੇ ਗੁਰੂ ਤੇ ਵਿਸ਼ਵਾਸ ਭਰੋਸਾ ਅਟੱਲ ਬਣ ਗਿਆ, ਜਿਹਨੇ ਆਪਣੇ ਆਪ ਨੂੰ ਵੇਚ ਦਿੱਤਾ, ਤੇ ਕੋਈ ਟਾਈਮ ਨਹੀਂ ਲੱਗੇਗਾ, ਉਸੇ ਵੇਲੇ ਹੀ ਕੰਮ ਹੋਏਗਾ, ਉਸੇ ਵੇਲੇ ਹੀ। ਕੋਈ ਟਾਈਮ ਕਾਹਦੇ ਵਾਸਤੇ ਲੱਗੇਗਾ? ਪਾਣੀ ਦੇ ਵਿੱਚ ਕੋਈ ਚੀਜ਼ ਮਿਲਾਉਂਦੇ ਆ, ਕੋਈ ਰੰਗ ਮਿਲਾਉਂਦੇ, ਕੋਈ ਟਾਈਮ ਲੱਗਦਾ ਹੈ ਉਹ 'ਚ ਬਣਦਿਆਂ, ਕਿਉਂਕਿ ਪਾਣੀ ਨੇ ਆਪਣਾ ਰੰਗ ਛੱਡਿਆ। ਜਿਹੜਾ ਰੰਗ ਉਹ 'ਚ ਮਿਲਾਉਂਦੇ ਆ, ਉਹੀ ਰੰਗ ਉਹਦਾ ਉਸੇ ਵੇਲੇ ਬਣ ਜਾਂਦਾ ਹੈ। ਇਸੇ ਤਰ੍ਹਾਂ ਆਪਣੇ ਆਪ ਨੂੰ ਅੰਦਰੋਂ ਪਹਿਲਾਂ ਉਹਨੂੰ ਖਤਮ ਕਰਨਾ ਪਏਗਾ। ਪਤਾ ਲੱਗਦਾ ਹੈ ਕਈ ਵਾਰ ਸਾਡੀ ਜ਼ਿੰਦਗੀ 'ਚ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ, ਅਸੀਂ ਭੁੱਲਦੇ ਹਾਂ, ਫਿਰ ਭੁੱਲਦੇ ਹਾਂ। ਕਈ ਵਾਰ ਸਾਡੇ ਨਾਲ ਇਹ ਚੀਜ਼ਾਂ ਵਾਪਰੀਆਂ ਹੋਣਗੀਆਂ। ਇੱਕ ਹੋਰ ਸੁਣਾਇਆ ਸੀ, ਦੱਸਿਆ ਸੀ ਕਿ ਇਸ ਤਰ੍ਹਾਂ ਹੀ ਦੋ ਦੋਸਤ ਸੀ, ਕਹਿਣ ਲੱਗੇ ਕਿ ਰੋਜ਼ ਕੋਈ ਨਾ ਕੋਈ ਗਲਤ ਮਲਤ ਐਸਾ ਕੁਛ ਨਾ ਕੁਛ ਹੁੰਦਾ ਸੀ। ਕਹਿੰਦੇ ਕਿ ਬੰਦਾ ਤੇ ਬੰਦਾ ਵੇਖੋ, ਰੱਬ ਨੇ ਵੀ ਤੇ ਕਿਹੜੇ ਕੋਈ ਕੰਮ ਸਹੀ ਕੀਤੇ ਆ, ਰੱਬ 'ਚ ਵੀ ਤੇ ਰੱਬ ਨੇ ਵੀ ਤੇ ਕਈ ਕੰਮ ਇਸ ਤਰ੍ਹਾਂ ਦੇ ਕੀਤੇ। ਰੱਬ ਆਹ ਨਹੀਂ ਕਰਦਾ, ਜੇ ਰੱਬ ਇੱਦਾਂ ਕਰਦਾ ਤੇ ਇੱਦਾਂ ਨਹੀਂ ਸੀ ਹੋਣਾ, ਜੇ ਫਲਾਣੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਇਹਨੂੰ ਨਹੀਂ ਇਹਨੂੰ ਬਣਾਉਂਦਾ, ਇੱਦਾਂ ਹੋ ਜਾਣਾ ਸੀ। ਆਹ ਜਿਹੜੇ ਜੇ ਕਹਿੰਦੇ ਰੱਬ ਨੇ ਸਭ ਕੁਛ ਕੀਤਾ, ਤੇ ਰੱਬ ਵੀ ਤੇ ਗਲਤ ਮਲਤੀ ਕਰ ਰਹੇ। ਮਨ 'ਚ ਕਈ ਵੀ ਕਰਦਿਆਂ ਕਹਿਣ ਲੱਗੇ, ਕਹਿੰਦੇ ਦੋਵੇਂ ਦੋਸਤ ਡਾਇਰੀ ਫੜ ਕੇ ਤੁਰ ਪਏ, ਕਹਿੰਦੇ ਅੱਜ ਨਾ ਰੱਬ ਦੀਆਂ ਗਲਤੀਆਂ ਫੜਨੀਆਂ, ਗਲਤੀਆਂ ਨੋਟ ਕਰੀਏ, ਰੱਬ ਨੇ ਕਿਹੜੀ ਕਿਹੜੀ ਗਲਤੀ ਕੀਤੀ। ਕਈ ਵਾਰ ਸਮਝਾਇਆ ਕਿ ਜਦੋਂ ਤੱਕ ਸਾਡਾ, ਜਿਹਨੂੰ ਅਸੀਂ ਕਹਿ ਰਹੇ ਹਾਂ, ਇੱਕ ਬੰਨੇ ਅਸੀਂ ਰੱਬ ਕਹਿ ਰਹੇ ਹਾਂ, ਪਰਮਾਤਮਾ ਕਹਿ ਰਹੇ ਹਾਂ, ਤੇ ਔਰ ਇੱਕ ਬੰਨੇ ਸਾਡੇ ਮਨ ਦੇ ਵਿੱਚ ਅਸੀਂ ਕਿਸ ਤਰ੍ਹਾਂ ਆਪਣਾ ਭੇਟ ਕਰਾਂਗੇ ਉਹਨੂੰ, ਜਦੋਂ ਸਾਡਾ ਵਿਸ਼ਵਾਸ ਹੀ ਨਹੀਂ ਬਣਿਆ ਉਹਦੇ ਤੇ। ਇਸੇ ਤਰ੍ਹਾਂ ਉਹ ਘਰੋਂ ਨਿਕਲ ਪਏ, ਨਿਕਲੇ ਆ ਬਾਹਰ ਤੇ ਕਹਿਣ ਲੱਗੇ, ਬਈ ਨਿਕਲਦਿਆਂ ਸਾਰੀ ਅਜੇ ਉਹ ਝੌਂਪੜੀਆਂ ਜੀ, ਅਸੀਂ ਝੌਂਪੜੀਆਂ ਦੇ ਨਾਲ ਹੀ ਇੱਕ ਵੇਲ ਲੱਗੀ ਪੇਠਿਆਂ ਦੀ, ਕਹਿ ਜੇ ਹਲਵੇ ਦੀ ਕਹਿ ਦੀ। ਕਹਿਣ ਲੱਗਾ ਦੇਖ ਪਹਿਲੀ ਗਲਤੀ ਨੋਟ ਕਰ ਇਹਦੀ। ਕਹਿੰਦਾ ਦੇਖੋ ਐਡਾ ਵੱਡਾ ਪੇਠਾ, ਤੇ ਕਾਹਦੇ ਨਾਲ, ਇੱਕ ਪਤਲੀ ਜਿਹੀ ਟਾਹਣੀ ਦੇ ਨਾਲ ਵੇਖੋ ਐਡਾ ਵੱਡਾ ਪੇਠਾ ਲਗਾ ਦਿੱਤਾ ਹੈ, ਐਡਾ ਵੱਡਾ ਹਲਵਾ ਲਵਾ ਦਿੱਤਾ ਹੈ, ਛੋਟੀ ਜਿਹੀ ਟਾਹਣੀ ਦੇ ਨਾਲ ਐਡਾ ਵੱਡਾ ਭਾਰ ਕਰ ਦਿੱਤਾ ਹੈ, ਤੇ ਇਹ ਗਲਤ ਹੈ। ਉਹਨੇ ਲਿਖ ਲਿਆ ਉਹਦੇ ਉੱਤੇ। ਅੱਗੇ ਚੱਲੇ, ਅੱਗੇ ਚੱਲ ਕੇ ਲੰਘ ਰਹੇ ਸੀ ਕਿਤੋਂ, ਤੇ ਕੋਈ ਵੱਡਾ ਜਿਹਾ ਦਰਖਤ ਅੰਬ ਦਾ ਸੀ, ਤੇ ਕਹਿਣ ਲੱਗੇ ਤਾਂ ਦੇਖਿਆ ਤੇ ਉਹਦੇ ਨਾਲ ਅੰਬ ਨਾਲ ਅੰਬੀਆਂ ਲੱਗੀਆਂ ਛੋਟੀਆਂ ਛੋਟੀਆਂ। ਕਹਿਣ ਲੱਗੇ ਦੇਖੋ ਜੀ, ਕਹਿੰਦਾ ਦੂਸਰੀ ਗਲਤੀ ਨੋਟ ਕਰ। ਕਹਿੰਦਾ ਦੇਖੋ ਐਡਾ ਵੱਡਾ ਦਰਖਤ ਤੇ ਛੋਟੇ ਛੋਟੀਆਂ ਅੰਬ ਨਾਲ ਛੋਟੇ ਛੋਟੇ ਲਗਾਏ ਨੇ, ਕਹਿੰਦਾ ਗਲਤ ਹੈ ਨਾ ਕੰਮ। ਕਹਿੰਦਾ ਵੇਲ ਨਾਲ ਚਾਹੀਦਾ ਸੀ ਅੰਬੀਆਂ ਲਗਾਉਣੀਆਂ, ਇਹਦੇ ਨਾਲ ਚਾਹੀਦਾ ਐਡਾ ਵੱਡਾ ਦਰਖਤ, ਇਹਦੇ ਨਾਲ ਚਾਹੀਦੇ ਹਲਵੇ ਲਗਾਉਣੇ। ਉਹਨੇ ਦੂਸਰੀ ਗਲਤੀ ਵੀ ਨੋਟ ਕਰ ਲਈ। ਹੁਣ ਮਨ ਦੇ ਵਿੱਚ ਆਇਆ ਥੋੜਾ ਜਿਹਾ ਕਰ, ਕਹਿੰਦਾ ਚੱਲ ਥੋੜਾ ਜਿਹਾ ਲੰਮੇ ਪੈ ਜਾਈਏ, ਫਿਰ ਅੱਗੇ ਚੱਲਦੇ ਆ। ਲੰਮੇ ਪਏ, ਹਨੇਰੀ ਕਿਤੇ ਹਵਾ ਚੱਲੀ, ਉਹ ਕਿਤੇ ਇੱਕ ਅੰਬੀ ਟੁੱਟੀ ਤੇ ਸਿੱਧੀ ਨੱਕ ਤੇ ਆ ਕੇ ਵੱਜੀ। ਨੱਕ ਤੇ ਆ ਕੇ ਵੱਜੀ, ਤੇ ਭਈਆ ਹੁਣ ਚੀਜ਼ ਤੇ ਜਿਹੜੀ ਹੈਗੀ ਕੱਚੀਆਂ ਅੰਬੀਆਂ ਸੀ, ਨੱਕ ਤੇ ਵੱਜੀ, ਨੱਕ ਉਸੇ ਵਰਗਾ ਹੋ ਗਿਆ, ਸੁੱਜ ਗਿਆ। ਉਸੇ ਵੇਲੇ ਉੱਠਿਆ ਤੇ ਕਹਿਣ ਲੱਗਾ ਕੀ ਹੋਇਆ? ਕਹਿੰਦਾ ਕੁਛ ਨਹੀਂ, ਡਾਇਰੀ ਬੰਦ ਕਰ। ਕਹਿੰਦਾ ਜਿਹੜਾ ਲਿਖਿਆ ਇਹਨੂੰ ਕੱਟ ਦੇਣਾ। ਕਹਿੰਦਾ ਕਿਉਂ ਕੱਟ ਕੇ ਦੋ, ਅਜੇ ਤਾਂ ਅੱਗੇ ਚੱਲਣਾ ਹੈ। ਕਹਿੰਦਾ ਦੇਖ ਅਜੇ ਆਹ ਤੇ ਆਹੀ ਕਹਿੰਦੇ ਪਏ ਹਾਂ ਕਿ ਇਹ ਤੇ ਅੰਬ ਦਾ ਏਡਾ ਵੱਡਾ ਦਰਖਤ ਆ, ਇਹ ਤੇ ਪੇਠਾ ਹੋਣਾ ਚਾਹੀਦਾ ਹੈ। ਕਹਿੰਦਾ ਕਿ ਜੇ ਇੱਥੇ ਪੇਠਾ ਲੱਗਾ ਹੁੰਦਾ, ਏਡਾ ਵੱਡਾ ਹਲਵਾ ਲੱਗਾ ਹੁੰਦਾ, ਤੇ ਅੱਜ ਮੇਰੇ ਸਿਰ ਦਾ ਕੀ ਬਚਣਾ ਸੀ ਅੱਜ। ਇਹ ਕਹਿੰਦਾ ਜੋ ਰੱਬ ਨੇ ਕੀਤਾ ਨਾ, ਠੀਕ ਹੀ ਕੀਤਾ ਵਾ, ਸਭ ਕੁਝ ਠੀਕ ਹੀ ਕੀਤਾ ਵਾ। ਲੇਕਿਨ ਸਮਝ ਕਦੋਂ ਲੱਗਦੀ ਹੈ? ਕਈ ਵਾਰੀ ਦੇਰ ਹੋ ਜਾਂਦੀ ਹੈ, ਠੀਕ ਹੈ। ਜੇ ਅਸੀਂ
ਪਹਿਲੇ ਜੇ ਇਸ ਗੱਲ ਨੂੰ ਸਮਝ ਲਿਆ, ਕਈ ਵਾਰ ਸਾਡੀ ਜ਼ਿੰਦਗੀ ਵਿੱਚ ਮੈਂ ਕਈ ਵਾਰ ਦੱਸਿਆ ਹੈ, ਗੁਰਮਤਿ ਦੇ ਸੇਵਾਦਾਰ ਕਈ ਗੁਰਮਤਿ ਨੇ ਕੋਈ ਨਿਯਮ ਬਣਾਏ ਕਿ ਬਈ ਕਿਸੇ ਨਾਲ ਵਾਧੂ ਘੱਟ ਨਹੀਂ ਬੋਲਣਾ, ਸੰਗਤ ਦੇ ਵਿੱਚ ਠੀਕ ਹੈ ਹਰ ਤਰ੍ਹਾਂ ਦੇ ਲੋਕ ਆਉਂਦੇ ਨੇ, ਪਰ ਅਸੀਂ ਆਪਣੇ ਆਪ ਨੂੰ ਦੇਖੀਏ ਕਿ ਅਸੀਂ ਗੁਰੂ ਕੋਲੋਂ ਕੀ ਲਿਆ। ਹੋ ਗੁਰੂ ਵਾਲਾ ਰੰਗ ਤੇ ਸਾਨੂੰ ਆਉਂਦਾ ਨਹੀਂ, ਇੱਧਰੋਂ ਉਧਰੋਂ ਜਿਹੜੀਆਂ ਗੱਲਾਂ ਸੁਣ ਕੇ ਝੱਟ ਰੰਗ ਚੜ੍ਹ ਜਾਂਦਾ, ਅਸੀਂ ਵੀ ਸਿਰ ਮਾਰਨਾ ਸ਼ੁਰੂ ਕਰ ਦਿੰਦੇ, ਹਾਂ 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 ਇੱਥੇ ਗਲਤ ਹੀ ਗਲਤ ਹੈ, ਇੱਥੇ ਠੀਕ ਹੀ ਠੀਕ ਹੈ। ਕੀ ਸਿੱਖਿਆ ਸੀ ਗੁਰੂ ਕੋਲੋਂ? ਚਾਹੀਦਾ ਤਾਂ ਸੀ ਕਿ ਜਿਹੜਾ ਬੰਦਾ ਗਲਤ ਹੈ ਉਹਨੂੰ ਵੀ ਸਗੋਂ ਉੱਪਰ ਲਿਆਉਣ ਦੀ ਕੋਸ਼ਿਸ਼, ਜਿਹੜਾ ਬੰਦਾ ਡਿੱਗਾ ਪਿਆ ਉਹਨੂੰ ਚੁੱਕਣ ਦੀ ਕੋਸ਼ਿਸ਼ ਕਰੀਏ। ਉਲਟਾ ਚੁੱਕਦਾ ਕੀ ਆ, ਆਪ ਹੀ ਡਿੱਗ ਪੈਂਦੇ ਆ ਉੱਥੇ। ਗੁਰਮਤਿ ਨੇ ਕਈ ਨਿਯਮ ਬਣਾਏ ਕਿ ਬਈ ਇੱਥੋਂ ਜਦੋਂ ਜਾਣਾ ਹੈ ਛੁੱਟੀ ਲੈ ਕੇ ਜਾਣਾ ਹੈ। ਹੁਣ ਕਈ ਵਾਰ ਇਸ ਤਰ੍ਹਾਂ ਹੁੰਦਾ ਸੀ ਕਿ ਛੁੱਟੀ, ਜਿਸ ਤਰ੍ਹਾਂ ਹੁਣ ਤਾਂ ਚਲੋ ਕਾਫੀ ਸਰਵਿਸ ਹੋ ਗਈ ਹੈ ਬੱਸ ਵਗੈਰਾ, ਪਹਿਲਾਂ ਹੁੰਦੀਆਂ ਸੀ ਬੱਸਾਂ ਹੀ ਹੁੰਦੀਆਂ। ਕਈ ਵਾਰ ਇੱਥੋਂ ਗੁਰਮਤਿ ਦੇ ਸੇਵਾਦਾਰ ਨੇ ਕੋਈ ਛੁੱਟੀ ਮੰਗਣੀ, ਗੁਰਮਤਿ ਪਾਉਣਾ, ਰੁਕ ਜਾ ਬੇਟੇ ਰੁਕ ਜਾ, ਦਿੰਦੇ ਹਾਂ ਛੁੱਟੀ ਤੁਹਾਨੂੰ, ਭੇਜਦੇ ਹਾਂ ਹੁਣੇ। ਕਰਦਿਆਂ ਲੇਟ ਹੋ ਜਾਣਾ, ਜਦੋਂ ਉਹਨੇ ਜਾਣਾ ਤੇ ਜਿਹੜੀ ਲਾਸਟ ਬੱਸ ਹੋਣੀ ਉਹ ਨਿਕਲ ਜਾਣੀ। ਕਈ ਸੇਵਾਦਾਰਾਂ ਨੇ ਇਸ ਤਰ੍ਹਾਂ ਦੱਸਿਆ ਕਿ ਬੱਸ ਨਿਕਲ ਗਈ ਤੇ ਸੋਚਣਾ ਕਿ ਬਈ ਬੜਾ ਇਸ ਤਰ੍ਹਾਂ ਹੋਇਆ ਹੈ, ਤੇ ਦੇਖੋ ਮਨ 'ਚ ਕਲਪਨਾ ਆ ਜਾਣੀ, ਖਿਜਣਾ ਸ਼ੁਰੂ ਕਰ ਦੇਣਾ ਮਨ 'ਚ ਉਸੇ ਵੇਲੇ। ਕਈ ਜਿਵੇਂ ਹੁਣ ਅੱਗੇ ਤੋਂ ਨਹੀਂ ਇਹ ਆਇਆ ਕਰਨਾ, ਅੱਗੇ ਤੋਂ ਇੱਦਾਂ ਤੇ ਇੱਦਾਂ ਹੀ ਕਰਿਆ ਕਰਨਾ, ਉੱਦਾਂ ਤੇ ਉੱਦਾਂ ਇੰਨਾ ਲੇਟ ਕਰਤਾ, ਬੱਸ ਹੀ ਨਿਕਲ ਗਈ ਆ, ਖਰਾਬ ਤੇ ਅਸੀਂ ਹੋਣਾ ਵਾ ਕਈ ਗੁਰਮਨ 'ਚ। ਫਿਰ ਕੋਈ ਸਗਰੋਂ ਦਿਆ ਕੋਈ ਆਈ ਚੀਜ਼ ਆਈ, ਕਹਿੰਦੇ ਅਸੀਂ ਬੈਠ ਕੇ ਗਏ, ਅੱਗੇ ਪਹੁੰਚੇ, ਮਨ 'ਚ ਕਰੀ ਜਾਂਦੇ ਪਏ ਆ ਕਿ ਚਲੋ ਥੋੜ੍ਹਾ ਜਿਹਾ, ਜਦੋਂ ਕੋਈ ਚੀਜ਼ ਆ ਕੇ ਕਿਸੇ ਨੇ ਕਿਹਾ ਕਿ ਆਓ ਮੈਂ ਤੁਹਾਨੂੰ ਉੱਥੇ ਨਾਲ ਛੱਡ ਦੇਣਾ, ਥੋੜ੍ਹਾ ਜਿਹਾ ਮਨ ਹੋਇਆ ਫਿਰ ਕਿ ਨਹੀਂ ਨਹੀਂ ਚਲੋ ਗੁਰੂ ਮਹਾਰਾਜ ਜੀ ਨੇ ਭੇਜ ਦਿੱਤਾ ਇਹਨੂੰ। ਫਿਰ ਜਦੋਂ ਅੱਗੇ ਜਾ ਕੇ ਦੇਖਿਆ ਕਿ ਬਈ ਉਹੀ ਬੱਸ ਜਿਹੜੀ ਕੋਈ ਐਕਸੀਡੈਂਟ ਹੋਇਆ ਪਿਆ ਹੈ ਜਾਂ ਖਰਾਬ ਹੋਈ ਪਈ ਹੈ, ਟਾਇਰ ਪੈਂਚਰ ਹੋਇਆ, ਉਸ ਖੜੀ ਇੱਕ ਸਾਈਡ ਦੇ ਉੱਤੇ, ਤੇ ਉਹ ਬੰਦਾ ਆਪ ਲਾਗੋਂ ਲੰਘ ਰਿਹਾ, ਫਿਰ ਕਹਿੰਦਾ ਸ਼ੁਕਰ ਹੈ ਮੈਂ ਇਹਦੇ 'ਚ ਨਹੀਂ ਸੀ ਬੈਠਾ, ਚੰਗਾ ਹੋਇਆ। ਪਰ ਇਹ ਚੀਜ਼ਾਂ ਕਈ ਵਾਰ ਹੋਈਆਂ, ਉਦੋਂ ਕਹਿੰਦਾ ਨਹੀਂ ਨਹੀਂ ਜੋ ਗੁਰੂ ਕਰਦਾ ਠੀਕ ਕਰਦਾ ਹੈ। ਅਗਲੀ ਵਾਰੀ ਫਿਰ ਉਹੀ ਗੱਲ, ਜਿੱਥੇ ਜਿੱਥੇ ਅੜੇ ਆ ਉੱਥੇ ਉੱਥੇ ਅੜੇ ਪਏ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਗੁਰਭਗਤੀ ਦੇ ਵਿੱਚ ਤਰੱਕੀ, ਚਾਹੁੰਦੇ ਹਾਂ ਕਿ ਸਾਡੀ ਭਗਤੀ ਸਟਾਰਟਿੰਗ ਹੀ ਇੱਥੋਂ ਹੋਣੀ ਹੈ ਕਿ ਪਹਿਲਾਂ ਮਰਨ ਕਬੂਲ ਕਰ। ਜਦੋਂ ਅਸੀਂ ਸਤਿਗੁਰਾਂ ਦੀ ਸੇਵਾ ਚਾਹੁੰਦੇ ਹਾਂ, ਉਹਨਾਂ ਦੇ ਦਰ ਤੇ ਆਉਂਦੇ ਹਾਂ, ਤੇ ਕਮ ਸੇ ਕਮ ਉੱਥੇ ਆਣ ਕੇ ਆਪਣਾ ਮਨ, ਅਸੀਂ ਤੇ ਆਪਣੇ ਆਪ ਨੂੰ ਭੇਟ ਕਰਨ ਵਾਸਤੇ ਆਏ ਹਾਂ ਨਾ। ਹੁਣ ਭੇਟਾ ਕਦੀ ਰੱਖ ਕੇ ਫਿਰ ਚੁੱਕੀ ਜਾਂਦੀ ਹੈ, ਉਹ ਤਾਂ ਹੋ ਗਈ ਜਿਹੜੀ। ਜੇ ਅਸੀਂ ਸਿਰ ਕਹਿੰਦੇ ਅਸੀਂ ਮੱਥਾ ਟੇਕ ਦਿੱਤਾ, ਅਸੀਂ ਇਹ ਸਿਰ ਦੇ ਦਿੱਤਾ, ਮੱਥਾ ਟੇਕਣ ਦਾ ਮਤਲਬ ਤਾਂ ਇਹ ਹੁੰਦਾ ਨਾ ਕਿ ਸਿਰ ਅਗਲੇ ਦੇ ਅੱਗੇ ਦੇ ਦਿੱਤਾ, ਤੇ ਜੇ ਸਿਰ ਦੇ ਦਿੱਤਾ ਤੇ ਫਿਰ ਦੁਬਾਰਾ ਕਿੱਥੋਂ ਆ ਗਿਆ? ਹੁਣ ਅਸੀਂ ਕਈ ਵਾਰ ਕਰਦੇ ਰਹਿੰਦੇ ਇਹੋ ਜਿਹੀ ਚੀਜ਼ਾਂ ਕਿ ਮਿਲਣ ਮਿਲਾਉਣ ਦੀਆਂ ਵੀ। ਮੈਂ ਕੱਲ੍ਹ ਵੀ ਕੋਈ ਗੁਰਮਤਿ ਦੇ ਸੇਵਾਦਾਰ ਬੈਠੇ, ਮੈਂ ਉਹ ਗੱਲ ਕਰ ਰਿਹਾ ਸੀ ਕਿ ਨਿਯਮ ਜਿਹੜਾ ਹੈ ਗੁਰਮਤਿ, ਹਾਂ ਠੀਕ ਹੈ ਘਰ ਦੇ ਸ਼ੁਰੂ ਤੋਂ ਹੀ ਵੱਖਰੇ ਨਿਯਮ ਰਹੇ। ਜਿਸ ਤਰ੍ਹਾਂ ਛੁੱਟੀ ਲੈ ਕੇ ਜਾਣਾ, ਮੈਨੂੰ ਯਾਦ ਹੈ ਜਨਿਆਲੇ ਤੋਂ ਕਈ ਆਉਣਾ, ਤੋਂ ਉਹਨਾਂ ਨੇ ਲੇਟ ਹੋ ਜਾਣਾ, ਤੇ ਉਹਨਾਂ ਡਰਾਈਵਰ ਨੇ ਕਹਿਣਾ ਇਹ ਕੀ, ਇਹ ਸਕੂਲ ਹੈ, ਅਸੀਂ ਛੁੱਟੀ ਲੈ ਕੇ ਜਾਣਾ ਹੈ, ਹਰ ਥਾਂ ਤੇ ਜਾਈਦਾ, ਮੱਥਾ ਟੇਕ ਕੇ ਆ ਜਾਈਦਾ, ਇੱਥੇ ਤੁਸੀਂ ਨਿਕਲਦੇ ਨਹੀਂ ਬਾਹਰ। ਮਨ 'ਚ ਕਈ ਚੀਜ਼ਾਂ ਆਉਂਦੀਆਂ ਨੇ, ਪਰ ਬਈ ਇਸ ਚੀਜ਼ ਨੂੰ ਸਮਝੀਏ, ਨਹੀਂ ਸਮਝ ਤੇ ਅਸੀਂ ਥੱਲੇ ਡਿੱਗਣ ਤੋਂ ਪਹਿਲਾਂ ਉਸ ਚੀਜ਼ ਨੂੰ ਜਾਣ ਲਈਏ, ਪਛਾਣ ਲਈਏ, ਕਰ ਲਈਏ, ਤੇ ਫਿਰ ਉਹ ਚੀਜ਼ ਠੀਕ ਹੈ। ਹੁਣ ਅਸੀਂ ਆਉਂਦੇ ਹਾਂ ਅਲੱਗ ਅਲੱਗ, ਕਈ ਵਾਰੀ ਨਿਯਮ ਨਵਾਂ ਹੋਣਾ ਕਿ ਨਹੀਂ ਵੀ ਅੱਜ ਇੱਥੇ ਬੈਠਣਾ ਹੈ, ਅੱਜ ਆਹ ਸੇਵਾ ਕਰਨੀ ਹੈ, ਅੱਜ ਉਹ ਕਰਨਾ ਹੈ। ਪਰ ਜੇ ਸਾਡਾ ਮਨ ਇਹੋ ਹੀ ਹੋਵੇ ਕਿ ਨਹੀਂ ਅਸੀਂ ਤੇ ਆਪਣੇ ਆਪ ਨੂੰ ਭੇਟ, ਹੁਣ ਜਿੱਥੇ ਮਰਜ਼ੀ ਵਰਤ, ਅਸੀਂ ਤੇ ਆ ਗਏ ਨਾ ਗੁਰੂ ਦੇ ਦਰ ਤੇ, ਅਸੀਂ ਤੇ ਭੇਟ ਕਰ ਦਿੱਤਾ ਆਪਣੇ ਆਪ ਨੂੰ। ਹੁਣ ਜਿੱਥੇ ਮਰਜ਼ੀ ਉਹ ਸਾਨੂੰ ਬਿਠਾਉਣ, ਜਿੱਥੇ ਮਰਜ਼ੀ ਕਰਨ, ਜਿੰਨੀ ਦੇਰ ਅਸੀਂ ਸੇਵਾ ਦੇ ਵਿੱਚ ਹਾਂ ਉਨੀ ਦੇਰ ਤੇ ਕਮ ਸੇ ਕਮ, ਚਲੋ ਹਮੇਸ਼ਾ ਲਈ ਤੇ ਉਹਨਾਂ ਨੇ ਤਾਂ ਕਿਹਾ ਨਾ ਮੈਂ ਸਰੀਰ ਆਪਣੇ ਆਪ ਨੂੰ ਵੇਚ ਹੀ ਦਿੱਤਾ, ਚਲੋ ਅਸੀਂ ਸਦਾ ਲਈ ਨਹੀਂ ਵੇਚਿਆ, ਤੇ ਕਮ ਸੇ ਕਮ ਜਿੰਨੀ ਦੇਰ ਅਸੀਂ ਸੇਵਾ ਦੇ ਵਿੱਚ ਆ ਉਨੀ ਦੇਰ ਤੇ ਆਪਣੇ ਆਪ ਨੂੰ ਵੇਚ ਦਈਏ। ਉਨੀ ਦੇਰ ਤਾਂ ਹੋਵੇ ਕਿ ਠੀਕ ਹੈ ਜੀ ਜਿਸ ਤਰ੍ਹਾਂ ਮਰਜ਼ੀ ਚਲਾਉਣ, ਅਸੀਂ ਤਾਂ ਪਹੁੰਚ ਗਏ ਨਾ, ਅਸੀਂ ਤੇ ਆ ਗਏ, ਅਸੀਂ ਆਪਣੇ ਆਪ ਨੂੰ ਭੇਟ ਕਰ ਦਿੱਤਾ ਹੈ। ਹੁਣ ਉਹ ਸਾਨੂੰ ਜਿੱਥੇ ਮਰਜ਼ੀ ਬਿਠਾਉਣ, ਜਿੱਥੇ ਮਰਜ਼ੀ ਖਿਲਾਰਨ, ਜਿੱਥੇ ਮਰਜ਼ੀ ਸੇਵਾ ਲਗਾਉਣ, ਨਾ ਵੀ ਲਗਾਉਣ, ਸਾਰਾ ਦਿਨ ਭਾਵੇਂ ਬੈਠੇ ਰਹੀਏ, ਅਸੀਂ ਤਾਂ ਪਹੁੰਚ ਗਏ ਸੇਵਾ ਦੇ ਵਿੱਚ ਵੀ। ਜੇ ਭਾਵਨਾ ਹੀ ਇੰਨੀ ਬਣ ਗਈ ਤੇ ਅਸੀਂ ਸੋਚੀਏ ਅਸੀਂ ਭਾਵੇਂ ਜਿੰਨੀ ਦੇਰ ਰਹਾਂਗੇ, ਹਰ ਇੱਕ ਪਲ ਸਾਡਾ ਸੇਵਾ 'ਚ ਲੱਗੇਗਾ। ਪਰ ਜੇ ਅਸੀਂ ਭੇਟ ਹੀ ਨਹੀਂ ਕੀਤਾ ਤੇ ਅਸੀਂ ਭਾਵੇਂ ਆ ਕੇ ਹਫ਼ਤਾ ਰਹੀਏ, ਅਸੀਂ ਮਹੀਨਾ ਰਹੀਏ, ਅਸੀਂ ਸਾਲ ਰਹੀਏ, ਅਸੀਂ 10 ਸਾਲ ਰਹੀਏ, ਕੋਈ ਫਾਇਦਾ ਨਹੀਂ ਉਸ ਚੀਜ਼ ਦਾ, ਗੱਲ ਨਹੀਂ ਬਣਨੀ ਹੈਗੀ। ਤਾਂ ਉਹਨੇ ਫਰਮਾਇਆ ਕਿ
हम बेचिया पूरे गुर के आगे, सतगुरु दाते नाम दिड़ाया, मुख मस्तक भाग सुभागे। कि सतगुर ने जो दाते ने मैनू नाम दिता, जो नाम दिड़ाया, मैनू बख्शिश की, ते कहंदे उहदे नाल मेरे मत्थे दे भाग जिहड़े सी बदल गए, मेरे चेहरे दे रंगत ही बदल गई है, सब कुछ ही मेरा बदल गया है बई सतगुरां दे नूं वेचन करके। क्योंकि पहलां तो जिस तरह पिछे भी वचन आए थे, इस 14 ਨੂੰ फरमाया कि हम रुलते फिरते कोई बात ना पूछता, ਜਿਹਦੇ ਵੱਲ ਕੋਈ ਵੇਖ ਕੇ ਨਹੀਂ ਕੋਈ ਰਾਜੀ, ਜਿਹਨੂੰ ਕੋਈ ਬੁਲਾ ਕੇ ਰਾਜੀ ਨਹੀਂ ਸੀ, ਉਹਨੂੰ ਸਾਧ ਬਾਬਾ ਜੀ ਸੇਵਾਦਾਰ ਕਈ ਕੁਛ ਉੱਤੇ ਲੱਗ ਗਈਆਂ ਕਿ ਵੀ ਇਹ ਤੇ ਗੁਰੂ ਦਾ ਸਿੱਖ ਹੈ। ਕੋਈ ਵਿਸ਼ਵਾਸ ਨਹੀਂ ਸੀ ਕਰਦਾ, ਤੇ ਉਹ ਵੀ ਸਤਿਗੁਰਾਂ ਨੇ ਸਾਰੇ ਕੰਮ ਕਰਨੇ ਸ਼ੁਰੂ ਕਰ ਦਿੱਤੇ। ਦਇਆ ਕਰ ਉਹਨਾਂ ਦੀ ਦਇਆ ਦੇ ਨਾਲ ਸਾਰੇ ਹੋਏ ਆ। ਇਸ ਕਰਕੇ ਇਸ ਚੀਜ਼ ਦੇ ਉੱਤੇ ਪਹਿਲਾਂ ਆਪਣੇ ਆਪ ਨੂੰ ਪਰਖੀਏ ਕਿ ਬਈ ਅਸੀਂ ਚੱਲ ਤਾਂ ਰਹੇ ਹਾਂ, ਤੁਰੇ ਤਾਂ ਜਾ ਰਹੇ ਹਾਂ, ਪਰ ਕੀ ਅਸੀਂ ਆਪਣਾ ਆਪ ਗੁਰੂ ਨੂੰ ਦੇ ਦਿੱਤਾ ਹੈ, ਸੌਂਪ ਦਿੱਤਾ ਹੈ? ਜੇ ਤੇ ਸੌਂਪ ਦਿੱਤਾ ਹੈ ਤੇ ਫਿਰ ਘਾੜ ਘੜੀ ਜਾਏਗੀ, ਜ਼ਰੂਰ ਘਾੜ ਘੜੀ ਜਾਏਗੀ, ਜ਼ਰੂਰ ਹੋਏਗੀ। ਪਰ ਜੇ ਅਸੀਂ ਆਪਣੇ ਆਪ ਨੂੰ ਦਿੱਤਾ ਹੀ ਨਹੀਂ ਹੈ, ਵੇਚਿਆ ਹੀ ਨਹੀਂ, ਹਜੇ ਆਪਣੇ ਕੋਲ ਹੀ ਰੱਖਿਆ ਪਿਆ ਆ, ਤੇ ਫਿਰ ਤਾਂ ਕਿੱਥੋਂ ਗੱਲ ਬਣਨੀ ਹੈ। ਜਿੰਨੀ ਦੇਰ ਮਾੜੀ ਧੋਬੀ ਕੋ ਕੱਪੜਾ ਲਿਆਈਏ, ਫਿਰ ਵਾਪਸ ਲੈ ਜਾਈਏ, ਉਹਨੂੰ ਕਹਿ ਦਈਏ ਕੱਪੜਾ ਵਿਖਾ ਕੇ ਆ ਜੀ, ਸਾਫ਼ ਕਰਨ ਵਾਲਾ ਦਾਗ ਬੜੇ ਪਏ ਆ, ਗੱਲਾਂ ਕਰਕੇ, ਤੇ ਬਈ ਇੱਦਾਂ ਨਹੀਂ, ਕੱਪੜਾ ਉਹਨੂੰ ਫੜਾਉਣਾ ਪਏਗਾ, ਉਹ ਕਰੇਗਾ, ਸਭ ਕੁਛ ਕਰੇਗਾ, ਉਹਦੇ ਕੋਲ ਸਭ ਕੁਛ ਹੈ। ਲੇਕਿਨ ਜਦੋਂ ਵਿਸ਼ਵਾਸ ਹੋਏਗਾ ਕਿ ਬਈ ਇਹ ਜਾਣਦਾ ਹੈ ਸਭ ਕੁਛ, ਇਹਨੂੰ ਪਤਾ ਹੈ, ਜੇ ਮਨ 'ਚ ਇਹੋ ਹੀ ਹੋਵੇ ਕੱਪੜਾ ਬੜਾ ਕੀਮਤੀ ਹੈ, ਇਹ ਤੇ 5000 ਰੁਪਏ ਮੀਟਰ ਵਾਲਾ ਹੈ, ਪਤਾ ਨਹੀਂ ਇਹ ਕੋਈ ਗੱਲ ਨਾ ਖਰਾਬ ਨਾ ਕਰਦੇ ਮੇਰਾ, ਕਿਤੇ ਇੱਦਾਂ ਨਾ ਹੋ ਜੇ, ਤੇ ਫਿਰ ਅਸੀਂ ਕੱਪੜਾ ਕਿੱਥੋਂ ਫੜਾਵਾਂਗੇ ਉਹਨੂੰ? ਫਿਰ ਗੱਲ ਨਹੀਂ ਬਣੇਗੀ। ਤੇ ਸਤਿਗੁਰ ਦਇਆ ਕਿਰਪਾ ਕਰਨ, ਇਹ ਵਿਸ਼ਵਾਸ ਭਰੋਸਾ ਸਾਡੇ ਅੰਦਰ ਆਵੇ, ਗੱਲ ਫਿਰ ਬਣਨੀ, ਸਟਾਰਟਿੰਗ ਉੱਥੋਂ ਹੋਣੀ ਹੈ। ਨਹੀਂ ਤੇ ਇਸੇ ਤਰ੍ਹਾਂ ਹੀ ਜੀਵਨ ਜਿਹੜਾ ਨਿਕਲਦਾ ਜਾਂਦਾ ਹੈ। ਹਾਂਜੀ ਬੇਟੇ। ਸਤਿਗੁਰੂ ਦਾਤੇ ਨਾਮ ਦ੍ਰਿੜਾਇਆ, ਮੁਖ ਮਸਤਕ ਭਾਗ ਸੁਭਾਗੇ। ਰਾਮ ਗੁਰਮਤਿ ਹਰ ਲਿਵ ਲਾਗੇ। ਘਟ ਘਟ ਰਮਈਆ ਰਮਤ ਰਾਮ ਰਾਏ। ਗੁਰ ਸ਼ਬਦ ਗੁਰੂ ਲਿਵ ਲਾਗੇ। ਹੁਣ ਗੱਲ ਤਾਂ ਅਸੀਂ ਵੀ ਸਾਰੇ ਕਰਦੇ ਹਾਂ ਕਿ ਘਟ ਘਟ ਦੇ ਵਿੱਚ ਪਰਮਾਤਮਾ ਹੈ, ਘਟ ਘਟ ਦੇ ਵਿੱਚ ਉਹ ਸਮਾਇਆ ਪਿਆ ਹੈ। ਬੜਾ ਅੱਛਾ ਵੀ ਲੋਕ ਕਹਿੰਦੇ ਹੋਣਗੇ ਕਿ ਬੱਲੇ ਵੀ ਇਹ ਤਾਂ ਬਈ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਇਹ ਤਾਂ ਸਭ ਨਾਲ ਹੀ ਇੱਦਾਂ ਹੈ। ਪਰ ਇੱਕ ਗੱਲ ਹੁੰਦੀ ਹੈ ਸਿਰਫ ਉੱਪਰ ਉੱਪਰ ਦੀ, ਇੱਕ ਹੁੰਦੀ ਹੈ ਸਾਡੇ ਅੰਦਰ ਉਹ ਚੀਜ਼ ਬਣ ਜਾਵੇ। ਹੁਣ ਸਵੇਰ ਦੇ ਅਸੀਂ ਭੁੱਖੇ ਹੋਈਏ ਤੇ ਕਿਸੇ ਦੇ ਸਾਹਮਣੇ ਜਾ ਕੇ ਐਵੇਂ ਫੋਕੇ ਜਿਹੇ ਡਕਾਰ ਮਾਰ ਕੇ ਪੇਟ ਤੇ ਹੱਥ ਫੇਰ ਕੇ ਕਹੀਏ ਵਾਹ ਬੱਲੇ ਬੱਲੇ ਕਿਆ ਅੱਜ ਤਾਂ ਰੱਜੇ ਪਏ ਆ, ਕਿੰਨੀ ਕੁ ਦੇਰ ਉਹ ਜਿਹੜੀ ਚੀਜ਼ ਬਣੇਗੀ? ਉਹ ਗੱਲ ਨਹੀਂ ਬਣਨੀ ਹੈਗੀ। ਇਸ ਕਰਕੇ ਜਿਹੜੀ ਅਸਲੀ ਜਿਹੜੀ ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਫਰਮਾਇਆ ਹੈ ਕਿ ਰਾਮ ਗੁਰਮਿਤ ਹਰ ਲਿਵ ਲਾਗੇ, ਉਸ ਹਰੀ ਨੂੰ, ਉਸ ਪਰਮਾਤਮਾ ਨੂੰ, ਉਸ ਰੱਬ ਨੂੰ ਅਸੀਂ ਸਾਰੇ ਮਿਲਣਾ ਚਾਹੁੰਦੇ ਹਾਂ ਕਿ ਉਹਦੇ ਨਾਲ ਉਹ ਜਿਹੜੀ ਆ ਲਿਵ ਲੱਗੇ, ਉਹਦੇ ਨਾਲ ਸਾਡਾ ਮਿਲਾਪ ਹੋ ਜਾਵੇ, ਉਹਦਾ ਪਿਆਰ ਸਾਨੂੰ ਪ੍ਰਾਪਤ ਹੋ ਜਾਵੇ। ਪਰ ਉਹਨਾਂ ਨੇ ਫਰਮਾਇਆ ਕਿ ਰਾਮ ਗੁਰਮਤ ਹਰ ਲਿਵ ਲਾਗੇ। ਕਿਉਂ? ਗੁਰੂ ਦੀ ਮੱਤ ਲਿਆ, ਗੁਰੂ ਦੀ ਮੱਤ ਲੈ ਕੇ ਹੀ, ਆਪਣੀ ਮੱਤ ਛੱਡ ਕੇ ਹੀ ਇਹ ਗੱਲ ਬਣ ਸਕਦੀ ਹੈ। ਅੱਗੇ ਫਰਮਾਇਆ ਘਟ ਘਟ ਰਮਈਆ ਰਮਤ ਰਾਮ ਰਾਏ, ਗੁਰ ਸ਼ਬਦ ਗੁਰ ਗੁਰ ਲਿਵ ਲਾਗੇ। ਹੁਣ ਕਹਿੰਦੇ ਘਟ ਘਟ ਦੇ ਵਿੱਚ ਸਮਾਇਆ ਪਿਆ, ਇਹ ਤਾਂ ਸਭ ਨੂੰ ਪਤਾ ਹੈ, ਜ਼ਰੂਰ ਅਸੀਂ ਕਹਿੰਦੇ ਹਾਂ, ਪਰ ਹਜੇ ਸਾਨੂੰ ਵਿਸ਼ਵਾਸ ਹੋ ਗਿਆ ਇਸ ਚੀਜ਼ ਦਾ? ਹਜੇ ਨਹੀਂ ਗੱਲ ਬਣਦੀ। ਜੇ ਸਾਨੂੰ ਵਿਸ਼ਵਾਸ ਹੋ ਜੇ, ਅਸੀਂ ਗੁਰੂ ਦੀ ਤਾਂ ਗੱਲ ਹੀ ਛੱਡ ਦਈਏ। ਅਜੇ ਤਾਂ ਮੈਂ ਪਹਿਲਾਂ ਜਿਸ ਤਰ੍ਹਾਂ ਪਿੱਛੇ ਦੱਸਿਆ ਹੈ, ਅਜੇ ਤਾਂ ਅਸੀਂ ਗੁਰੂ ਦੀਆਂ ਗਲਤੀਆਂ ਜਾਂ ਗੁਰੂ ਨਾਲ ਹੀ ਰੋਸੇ ਜਾਂ ਗੁਰੂ ਨਾਲ ਹੀ ਕਰਦੇ ਹਾਂ। ਜਿੱਦਣ ਸਾਨੂੰ ਵਿਸ਼ਵਾਸ ਹੋ ਗਿਆ, ਫਿਰ ਅਸੀਂ ਕਿਸੇ ਨਾਲ ਵੀ ਕੋਈ ਚੀਜ਼ ਨਹੀਂ ਕਰਾਂਗੇ। ਫਿਰ ਤੇ ਅਸੀਂ ਹਰ ਇੱਕ ਦੇ ਪਤਾ ਲੱਗੇਗਾ ਕਿ ਬਈ ਸਭ ਕੁਛ ਗੁਰੂ ਦੀ ਮੌਤ 'ਚ ਹੋ ਰਿਹਾ ਹੈ, ਕੀ ਉੱਥੇ ਬੋਲਣ ਦੀ ਲੋੜ ਹੈ? ਕਿਉਂਕਿ ਸਾਡੀਆਂ ਗੱਲਾਂ, ਸਾਡੇ ਜਿਹੜੇ ਬਹਿਸ ਵਸਾਜੇ ਨੇ, ਸਗੋਂ ਹੋਰ ਕਈ ਚੀਜ਼ਾਂ ਖੜੀਆਂ ਕਰ ਦਿੰਦੇ ਨੇ। ਇਸ ਲਈ ਕੁਛ ਚੀਜ਼ਾਂ ਜਿਹੜੀਆਂ ਨੇ ਠੀਕ ਉਹਨੂੰ ਸਮਝਣਾ ਹੀ ਹੁੰਦਾ ਹੈ, ਉਹਨਾਂ ਦੇ ਉੱਤੇ ਕੋਈ ਬਹੁਤਾ ਜ਼ਿਆਦਾ ਉਹਦੇ ਉੱਤੇ ਨਹੀਂ ਤਰਕ ਕਰਨਾ।
ਉਹਨਾਂ ਨੇ ਫਰਮਾਇਆ ਇਸ ਤਰ੍ਹਾਂ ਕਿ ਘੱਟ ਘੱਟ ਰਮਈਆ ਰਮਤ, ਕਿ ਠੀਕ ਹੈ ਘੱਟ ਘੱਟ ਦੇ ਵਿੱਚ ਉਹ ਰਮਿਆ ਪਿਆ ਏ, ਪਰ ਬਈ ਉਹਨੇ ਕਿਹਾ ਕਿ ਗੁਰ ਸ਼ਬਦ ਗੁਰ ਲਿਵ ਲਾਗੇ, ਕਿਉਂਕਿ ਜਦੋਂ ਤੱਕ ਸਤਿਗੁਰਾਂ ਦੇ ਬਚਨ ਦੇ ਉੱਤੇ ਆਵਾਂਗੇ ਨਹੀਂ ਉਦੋਂ ਤੱਕ ਉਹ ਜਿਹੜੀ ਆ ਗੱਲ ਨਹੀਂ ਬਣਨੀ। ਉਦੋਂ ਤੱਕ ਸਾਨੂੰ ਭਾਵੇਂ ਘੱਟ ਘੱਟ ਦੇ ਵਿੱਚ ਸਾਡੇ ਨਾਲ ਹੀ ਭਾਵੇਂ ਖੜਾ ਹੋਵੇ, ਜਦੋਂ ਤੱਕ ਉਹ ਗੱਲ ਨਹੀਂ ਬਣੇਗੀ, ਸਤਿਗੁਰਾਂ ਦੇ ਬਚਨਾਂ ਨੂੰ ਕਮਾਇਆ ਨਹੀਂ ਹੋਏਗਾ, ਉੱਤੇ ਚੱਲੇ ਨਹੀਂ ਹੋਵਾਂਗੇ, ਭਾਵੇਂ ਨਾਲ ਖੜੇ ਹੋਣ, ਨਹੀਂ ਪਤਾ ਲੱਗਣਾ ਉਸ ਉਦੋਂ ਤੱਕ। ਕਿਉਂਕਿ ਅਸੀਂ ਦੇਖੀਏ, ਚਲੋ ਪਿੱਛੇ ਇਤਿਹਾਸ ਦੀ ਗੱਲ ਦੇਖ ਲਈਏ ਕਿ ਇਤਿਹਾਸ ਦੇ ਵਿੱਚ ਕਿਸੇ ਵੀ ਗੁਰੂ ਸਾਹਿਬਾਨ ਦੀ ਕਰ ਲਈਏ ਗੱਲ, ਕਿਸੇ ਵੀ ਟਾਈਮ ਦੇ ਉੱਤੇ ਕਿਸੇ ਵੀ ਯੁੱਗ ਦੀ ਗੱਲ ਕਰ ਲਈਏ, ਉਸ ਯੁੱਗ ਦੇ ਵਿੱਚ ਇਹਨੂੰ ਵੀ ਹਟਾਓ, ਇਹਨਾਂ ਨਾਲ ਥੋੜ੍ਹਾ ਜਿਹਾ ਕਰ ਲਿਆ ਆਪਣਾ ਨਾਲ ਰਹਿ ਕੇ। ਜਿਸ ਤਰ੍ਹਾਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਕਰੀਏ, ਕੋਈ ਉਦੋਂ ਕੋਈ ਘੱਟ ਸਿੱਖ ਹੋਣਗੇ? ਦੂਸਰੀ ਪਾਤਸ਼ਾਹੀ, ਤੀਸਰੀ ਪਾਤਸ਼ਾਹੀ ਦੇ, ਪੰਜਵੀਂ ਪਾਤਸ਼ਾਹੀ ਦੇ ਹਿਸਾਬ ਨਾਲ ਸੰਗਤਾਂ ਤੇ ਬੜੀਆਂ ਉਦੋਂ ਸੀ, ਪਰ ਕੀ ਸਾਰਿਆਂ ਨੂੰ ਇੰਨਾ ਵਿਸ਼ਵਾਸ ਹੋ ਗਿਆ? ਦਸਮ ਪਾਤਸ਼ਾਹ ਦੀ ਕਿੰਨੀ ਮਹਿਮਾ, ਕਿੰਨਾ ਅੱਜ, ਤੇ ਬਈ ਜੇ ਉਸ ਟਾਈਮ ਦੇ ਉੱਤੇ ਜਿੰਨੇ ਕੁ ਸਿੱਖ ਵੀ ਸੀ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਜਦੋਂ ਪੰਜ ਪਿਆਰੇ ਉਹਨਾਂ ਨੇ ਕਿਹਾ ਸੀ ਕਿ ਪੰਜ ਪਿਆਰੇ ਮੈਨੂੰ ਇੱਕ ਇੱਕ ਕਰਕੇ ਕਿਹਾ ਕਿ ਇੱਕ ਸਿਰ ਚਾਹੀਦਾ ਏ, ਤੇ ਕਿੰਨੀ ਸੰਗਤ ਸੀ ਉੱਥੇ, ਕਿੰਨੇ ਕੁ ਸਿਰ ਬਾਹਰ ਨਿਕਲੇ? ਜਿਹੜੇ 40 ਸਿੱਖ ਸੀ ਜਿਨ੍ਹਾਂ ਨੇ, ਹੈ ਤਾਂ ਬਈ ਠੀਕ ਹੈ, ਗੁਰੂ ਤਾਂ ਇਹਦੀ ਬਾਂਹ ਨਹੀਂ ਛੱਡਦਾ ਕਦੇ ਵੀ, ਪਰ ਅਸੀਂ ਆਪਣੀ ਰਹਿਣੀ ਦੀ ਗੱਲ ਕਰ ਰਹੇ ਹਾਂ ਕਿ ਉਦੋਂ ਵੀ ਜਦੋਂ ਵਿਦਾਵੇ ਲਿਖ ਕੇ ਦਿੱਤੇ ਗਏ ਸੀ, ਸਾਡੇ ਵਰਗੇ ਹੀ ਉਦੋਂ ਹੋਣਗੇ। ਕੋਈ ਮੁਸ਼ਕਿਲਾਂ ਆਈਆਂ ਜਦੋਂ, ਤੇ ਕਿਹਾ ਕਿ ਲੈ ਜੀ ਗੁਰੂ ਨਾਲ ਰਹਿ ਕੇ ਵੀ ਮੁਸ਼ਕਿਲਾਂ ਹੀ ਆਉਣੀਆਂ, ਤੇ ਫਿਰ ਕੀ ਫਾਇਦਾ, ਲਿਖ ਕੇ ਦੇ ਦਿੱਤਾ ਕਿ ਨਾ ਤੁਹਾਡੇ ਅਸੀਂ ਸਿੱਖ ਆ, ਨਾ ਤੁਸੀਂ ਸਾਡੇ ਗੁਰੂ। ਪਰ ਠੀਕ ਹੈ ਬਈ, ਸਤਿਗੁਰ ਨੇ ਫੜਿਆ ਹੁੰਦਾ, ਛੱਡਦੇ ਤਾਂ ਨਹੀਂ ਉਹ ਕਦੇ ਵੀ, ਪਰ ਟਾਈਮ ਜਿਹੜਾ ਆ ਉਹ ਤਾਂ ਖਰਾਬ ਹੁੰਦਾ ਨਾ, ਇੱਕ ਦਾਗ ਲੱਗਦਾ ਹੈ। ਇਸ ਲਈ ਜਿਸ ਤਰ੍ਹਾਂ ਉਹਨੇ ਫਰਮਾਇਆ ਕਿ ਬਈ ਹੈ ਤੇ ਘੱਟ ਦੇ ਵਿੱਚ ਆ, ਘਰਾਂ ਦੇ ਵਿੱਚ ਸਾਡੀਆਂ ਲੜਾਈਆਂ ਝਗੜੇ ਜੋ ਚੀਜ਼ਾਂ ਵੀ ਚੱਲਦੀਆਂ ਸੰਸਾਰ ਦੇ ਵਿੱਚ, ਕਦੇ ਕਰਕੇ ਆ ਕਿਉਂਕਿ ਸਾਨੂੰ ਵਿਸ਼ਵਾਸ ਹੀ ਨਹੀਂ ਹੁੰਦਾ, ਭਰੋਸਾ ਹੀ ਨਹੀਂ ਹੁੰਦਾ ਉਸ ਚੀਜ਼ ਤੇ, ਮਾਲਕ ਤੇ। ਜੇ ਸਾਨੂੰ ਮਾਲਕ ਤੇ ਵਿਸ਼ਵਾਸ ਭਰੋਸਾ ਹੋਵੇ ਤੇ ਕਦੀ ਕੁਝ ਹੋ ਸਕਦਾ ਹੀ ਨਹੀਂ ਹੈ। ਕਮ ਸੇ ਕਮ ਜਿੱਥੇ ਸਾਡਾ ਦਿਮਾਗ ਕੰਮ ਨਹੀਂ ਕਰਦਾ, ਕਈ ਵਾਰ ਸੋਚਦੇ ਅਸੀਂ ਤੇ ਸਭ ਕੁਝ ਸਹੀ ਕੀਤਾ, ਗਲਤ ਕਿੱਦਾਂ ਹੋ ਗਿਆ, ਜਾਂ ਅਸੀਂ ਕਿਸੇ ਦਾ ਮਾੜਾ ਕਰਨਾ ਚਾਹੁੰਦੇ ਹਾਂ, ਬੜਾ ਗਲਤ ਕਰਦੇ ਹਾਂ, ਫਿਰ ਵੀ ਉਹਦਾ ਕੁਛ ਨਹੀਂ ਵਿਗੜਦਾ, ਤੇ ਬੰਦਾ ਫਿਰ ਐਂਡ ਤੇ ਕਹਿੰਦਾ ਨਾ, ਸੋਚਦੇ ਹੈ ਮਾਲਕ ਨੇ ਉਹਦੇ ਅੱਗੇ ਕੀ ਜ਼ੋਰ ਹੈ। ਕਮ ਸੇ ਕਮ ਇੱਕ ਸਹਾਰਾ ਤੇ ਆਪਣੇ ਕੋਲ ਹੁੰਦਾ ਨਾ ਐਸਾ, ਤੇ ਬਈ ਉਸ ਪਰਮਾਤਮਾ ਤੇ ਵਿਸ਼ਵਾਸ ਕਰਕੇ, ਭਰੋਸਾ ਕਰਕੇ ਆਪਣੇ ਆਪ ਨੂੰ ਉਹਦੇ ਅੱਗੇ ਵੇਚ ਦਈਏ, ਉਹਦੀ ਮੱਤ ਲੈ ਆਈਏ, ਆਪਣੀ ਮੱਤ ਛੱਡ ਦਈਏ ਤੇ ਗੁਰੂ ਦੀ ਮੱਤ ਲੈ ਕੇ ਜਾਈਏ, ਫਿਰ ਸਾਡਾ ਕੁਝ ਬਣੇਗਾ। ਤੇ ਹਰ ਇੱਕ ਬੰਦਾ ਜਿੱਥੇ ਜਿੱਥੇ, ਹਰ ਇੱਕ ਸਿਰ ਕਿਤੇ ਨਾ ਕਿਤੇ ਝੁਕ ਰਿਹਾ ਹੈ। ਗੁਰੂ ਕੋਈ ਸਾਨੂੰ ਮਾੜੀ ਸਿੱਖਿਆ ਨਹੀਂ ਦਿੰਦੇ, ਵਾਕਈ ਹੀ ਅਸੀਂ ਉਹਨੂੰ ਸਮਝ ਲਈਏ, ਸਹੀ ਸਮਝ ਗਈ, ਲੱਗ ਗਈ, ਤੇ ਬਈ ਇੱਥੇ ਵੈਰ ਵਿਰੋਧ ਜਿਹੜਾ ਖਤਮ ਹੋ ਜਾਏਗਾ। ਹਾਂਜੀ, ਉੱਠੇ ਅੱਗੇ। ਹਉ ਮਨ ਤਨ ਦੇਵੋ ਕਾਟ ਗੁਰੂ ਕੋ, ਮੇਰਾ ਭ੍ਰਮ ਪਉ ਗੁਰੂ ਬਚਨੀ ਪਾਗੇ, ਅੰਧਿਆਰੇ ਦੀਪਕ ਆਨ ਜਲਾਏ, ਗੁਰ ਗਿਆਨ ਗੁਰੂ ਲਿਵ ਲਾਗੇ। ਹੁਣ ਜਿਸ ਤਰ੍ਹਾਂ ਸਤਿਗੁਰਾਂ ਨੇ ਬਚਨ ਜਿਹੜੇ ਫਰਮਾਏ ਕਿ ਬਈ ਮਿਲਣਾ ਕਿਸ ਤਰ੍ਹਾਂ ਹੈ, ਹਰ ਇੱਕ ਚੀਜ਼ ਦੀ ਇੱਕ ਕੀਮਤ ਹੈ, ਇਹ ਵੀ ਤਾਂ ਇੱਕ ਕੀਮਤ ਹੀ ਮੰਗੇ ਨਾ। ਅਸੀਂ ਉੱਦਾਂ ਵੈਸੇ ਕਹਿੰਦੇ ਹਾਂ ਕਿ ਗੁਰੂ ਨੇ ਸਾਡੇ ਕੋਲ ਹੋਰ ਲੈਣਾ ਕੀ ਹੈ, ਸਭ ਕੁਛ ਤੇ ਉਹੀ ਸਾਨੂੰ ਬਖਸ਼ਦਾ, ਸਭ ਕੁਛ ਉਹ ਦਿੰਦਾ ਹੈ। ਕਹਿੰਦੇ ਮੇਰਾ ਮੁਝ ਮੇਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ। ਪਰ ਇਹ ਵਿਸ਼ਵਾਸ ਕਹਿਣਾ ਤੇ ਬੜਾ ਸੌਖਾ ਹੈ, ਪਰ ਇਹ ਭਰੋਸਾ ਬਣਨਾ ਬੜਾ ਔਖਾ ਹੈ ਕਿ ਮੇਰੇ ਕੋਲ ਕੁਛ ਨਹੀਂ ਹੈ। ਜੇ ਇੰਨਾ ਭਰੋਸਾ ਹੋ ਗਿਆ ਕਿ ਸਭ ਕੁਛ ਉਹਦਾ ਹੈ, ਤੇ ਫਿਰ ਉਹਨੂੰ ਦੇਣ ਲੱਗਿਆ ਦਿੱਕਤ ਕੀ ਹੋਏਗੀ? ਪਰ ਇੱਥੇ ਨਹੀਂ, ਮਨ 'ਚ ਹੁੰਦਾ ਹੈ, ਕਹਿੰਦੇ ਜ਼ਰੂਰ ਆ, ਪਰ ਮਨ ਦੇ ਵਿੱਚ ਇੱਕੋ ਹੀ ਚੀਜ਼ ਰਹਿੰਦੀ ਕਿ ਨਹੀਂ, ਇਹ ਤਾਂ ਸਭ ਕੁਛ ਮੇਰਾ ਹੀ ਹੈ, ਇਹ ਮੈਂ ਬਣਾਇਆ, ਮੈਂ ਕੀਤਾ। ਔਰ ਸਭ ਤੋਂ ਵੱਡੀ ਤਾਂ ਚੀਜ਼ ਦੇਖੋ, ਇਹ ਸਰੀਰ ਹੀ ਹੈ, ਇਹ ਕਿਹਨੇ ਬਣਾਇਆ ਹੈ? ਇਹਨੂੰ ਕੌਣ ਪਾਲ ਪੋਸ ਰਿਹਾ ਹੈ? ਇਹਨੂੰ ਇਹਨੇ ਆਪ ਹੀ ਬਣਾਇਆ ਹੈ। ਪਰ ਇਹਨੂੰ ਹੀ ਉਹਨਾਂ ਨੇ ਹੋਰ ਤਾਂ ਕੁਛ ਮੰਗਿਆ ਨਹੀਂ, ਕੋਈ ਬਾਹਰਲੀ ਚੀਜ਼ਾਂ ਤਾਂ ਨਹੀਂ ਮੰਗੀਆਂ, ਕੋਈ ਜ਼ਮੀਨਾਂ ਜਾਇਦਾਦਾਂ ਜਾਂ ਕੋਈ ਪੈਸਾ ਧੇਲਾ, ਕੋਈ ਉਹਨਾਂ ਨੇ ਕਿਹਾ ਕਿ ਤੂੰ ਆਪਣਾ ਮਨ ਵੇਚੇ ਸਤਿਗੁਰ ਕੇ ਪਾਸ, ਜੇ ਆਪਣਾ ਆਪ ਭੇਟ ਕਰਾਂਗੇ ਤੇ ਕਹਿੰਦੇ ਤੈਨੂੰ ਸਭ ਕੁਛ ਮਿਲ ਜਾਏਗਾ। ਨਹੀਂ ਤੇ ਬੜੇ ਬੜੇ ਰਾਜੇ ਮਹਾਰਾਜੇ ਸੀ, ਬੜੀਆਂ ਬੜੀਆਂ ਚੀਜ਼ਾਂ ਭੇਟ, ਪਰ ਜਦੋਂ ਤੱਕ ਆਪਣਾ ਆਪ ਭੇਟ ਨਹੀਂ ਕੀਤਾ ਉਦੋਂ ਤੱਕ ਗੱਲ ਨਹੀਂ ਬਣੀ।
ਤੇ ਉਹਨੇ ਫਰਮਾਇਆ ਹੈ ਕਿ ਹਉ ਮਨ ਤਨ ਦੇਵੋ ਕਾਟ ਗੁਰੂ ਕੋ, ਮੇਰਾ ਭਰਮ ਭਉ ਗੁਰ ਬਚਨੀ ਭਾਗੇ। ਕਹਿੰਦੇ ਕਿ ਬਈ ਗੁਰੂ ਨੂੰ ਆਪਣਾ ਸਾਰਾ ਮਨ ਤਨ ਜਿਸ ਤਰ੍ਹਾਂ ਕੱਟ ਕੇ ਜਿਸ ਤਰ੍ਹਾਂ ਚੀਜ਼ ਦੇ ਦਿੱਤੀ ਤੇ ਦੇ ਦਿੱਤੀ, ਬਸ ਉਹਨੂੰ ਭੇਟ ਕਰ ਦਿਓ, ਦੇ ਦਿਓ ਉਹਨੂੰ, ਕਿਉਂਕਿ ਮੇਰੇ ਵੀ ਜਿਹੜੇ ਮੇਰਾ ਸਭ ਕੁਝ, ਜਿਸ ਤਰ੍ਹਾਂ ਉਹਨਾਂ ਨੇ ਪਿੱਛੇ ਫਰਮਾਇਆ ਕਿ ਮੈਂ ਆਪਣਾ ਸਭ ਕੁਝ ਵੇਚ ਦਿੱਤਾ ਉਹਨੂੰ, ਤੇ ਉਹਨਾਂ ਨੇ ਅੱਗੇ ਦੱਸਿਆ ਹੈ ਕਿ ਮੇਰਾ ਭਰਮ ਭਾਉ ਗੁਰ ਬਚਨੀ ਭਾਗੇ, ਕਿ ਮੇਰੇ ਅੰਦਰ ਵੀ ਉਹ ਜਿਹੜਾ ਸਤਿਗੁਰਾਂ ਦੀ ਦਇਆ ਕਿਰਪਾ ਆਈ ਹੈ, ਜੋ ਮੇਰੇ ਡਰ ਭੈ ਦੂਰ ਹੋਏ ਨੇ, ਇਹ ਸਾਰੇ ਗੁਰੂ ਦੇ ਬਚਨਾਂ ਤੇ ਚੱਲ ਕੇ ਹੋਏ ਨੇ। ਇਹ ਗੁਰੂ ਨੂੰ ਮੈਂ ਸਭ ਕੁਝ ਆਪਣਾ ਭੇਟ ਕੀਤਾ ਤੇ ਗੁਰੂ ਨੇ ਮੈਨੂੰ ਇੱਕ ਨਵੀਂ ਜਿੰਦ ਬਖਸ਼ ਦਿੱਤੀ, ਨਵੀਂ ਜਾਨ ਬਖਸ਼ ਦਿੱਤੀ, ਮੇਰੇ ਅੰਦਰ ਇੱਕ ਨਵੀਂ ਸ਼ਕਤੀ ਮੇਰੇ ਅੰਦਰ ਦੇ ਦਿੱਤੀ, ਤੇ ਫਿਰ ਮੈਂ ਸੰਸਾਰ ਦੇ ਵਿੱਚ ਚੱਲ ਲਿਆ। ਤੇ ਅੱਗੇ ਉਹਨੂੰ ਸਾਨੂੰ ਵੀ ਸੰਦੇਸ਼ ਦਿੱਤਾ ਕਿ ਵੀ ਆਪਣਾ ਜਿਹੜਾ ਗੁਰੂ ਦੇ ਅੱਗੇ ਮਨ ਤਨ ਜਿਹੜਾ ਆ ਇੱਕ ਉਹਨਾਂ ਨੂੰ ਭੇਟ ਕਰ ਦਿਓ। ਅੱਗੇ ਫਰਮਾਇਆ ਅੰਧਿਆਰੇ ਦੀਪਕ ਆਨ ਜਲਾਏ, ਗੁਰ ਗਿਆਨ ਗੁਰ ਲਿਵ ਲਾਗੇ। ਹੁਣ ਮੈਂ ਪਹਿਲਾਂ ਦੀਵਾਲੀ ਦੀ ਗੱਲ ਕੀਤੀ ਹੈ ਕਿ ਹਰ ਵਾਰ ਦੀਪਕ ਜਲਾਉਂਦੇ ਆ, ਕਈ ਵਾਰ ਤਾਂ ਠੀਕ ਹੈ ਆਮ ਇੱਕ ਪ੍ਰਥਾ ਬਣੀ ਕਿ ਗੁਰਦੁਆਰੇ ਜਾ ਕੇ ਦੀਵਾ ਜਲਾ ਕੇ ਆਉਣਾ ਹੈ, ਜਾਂ ਕਿਤੇ ਐਸੀ ਜਗ੍ਹਾ ਤੇ, ਬਈ ਉੱਥੇ ਕਾਹਦਾ ਦੀਵਾ ਜਲਾਉਣਾ, ਦੀਵਾ ਤਾਂ ਸਾਡੇ ਅੰਦਰ ਜਗਣਾ, ਉੱਥੇ ਤਾਂ ਚਾਨਣ ਜਿੱਥੇ ਬਈ ਬਾਹਰਲੀਆਂ ਚੀਜ਼ਾਂ ਜੋ ਮਰਜ਼ੀ ਹੈ, ਜਿੱਥੇ ਅਸੀਂ ਉਹ ਪ੍ਰਤੀਕ ਕਹਿੰਦੇ ਆ ਕਿ ਬਈ ਚਾਨਣ ਦਾ ਪ੍ਰਤੀਕ ਹੈ, ਉੱਥੇ ਤਾਂ ਉਹ ਜਿਹੜਾ ਚਾਨਣ ਹਮੇਸ਼ਾ ਹੀ ਹੈ। ਹਾਂ ਠੀਕ ਹੈ, ਚਲੋ ਆਪਣੀ ਭਾਵਨਾ ਮੁਤਾਬਕ ਕੁਝ ਵੀ, ਪਰ ਇੱਕ ਜਿਹੜੀ ਸਾਡੀ ਅੰਦਰ ਇਹ ਚੀਜ਼ ਹੋਵੇ ਕਿ ਨਹੀਂ ਅਸੀਂ ਤਾਂ ਬਈ ਰੋਸ਼ਨੀ ਲੈਣ ਜਾਣਾ ਹੈ, ਅਸੀਂ ਦੀਪਕ ਆਪਣੇ ਅੰਦਰ ਜਗਾਉਣਾ ਹੈ। ਅੰਧੇਰਾ ਸਾਡੇ ਅੰਦਰ ਹੈ, ਠੋਕਰਾਂ ਅਸੀਂ ਖਾਂਦੇ ਪਏ ਹਾਂ, ਦੁਖੀ ਅਸੀਂ ਹਾਂ। ਬਾਹਰ ਜਿਹੜੇ ਆ ਉਹਦੇ ਜਲਾਉਣ ਨਾਲ ਕੀ ਹੋਏਗਾ, ਤੇ ਉਹ ਜਿਹੜਾ ਅੰਦਰ ਦਾ ਦੀਪਕ ਹੈ, ਬਾਹਰ ਤਾਂ ਅਸੀਂ ਜਗਾ ਲਾਂਗੇ, ਪਰ ਜਿਹੜਾ ਅੰਦਰ ਦਾ ਦੀਪਕ ਹੈ ਉਹ ਕਿਹਨੇ ਜਗਾਉਣਾ ਹੈ? ਗੁਰੂ ਨੇ। ਉਹਨੇ ਫਰਮਾਇਆ ਹੈ ਕਿ ਅੰਧਿਆਰੇ ਦੀਪਕ ਆਨ ਜਲਾਏ, ਗੁਰ ਗਿਆਨ ਗੁਰ ਲਿਵ ਲਾਗੇ, ਗੁਰੂ ਲਿਵ ਲਾਗੇ। ਉਹ ਗੁਰੂ ਨੇ ਜਲਾਉਣਾ ਹੈ, ਇਸ ਕਰਕੇ ਗੁਰੂ ਦੇ ਨਾਲ ਲਿਵ ਲੱਗ ਜਾਵੇ ਤੇ ਬਈ ਗੁਰੂ ਸਾਨੂੰ ਐਸਾ ਗਿਆਨ ਬਖਸ਼ ਦੇਵੇ, ਉਹ ਗਿਆਨ ਸਾਡੇ ਅੰਦਰ ਆ ਗਿਆ ਤੇ ਸਾਡੇ ਸਾਰੇ ਅੰਧਿਆਰੇ ਖਤਮ ਹੋ ਜਾਣਗੇ। ਜਦੋਂ ਉਹ ਅੰਧੇਰਾ ਖਤਮ ਹੋ ਗਿਆ ਫਿਰ ਠੋਕਰ ਨਹੀਂ ਲੱਗੇਗੀ। ਅਸੀਂ ਰਾਤ ਨੂੰ ਦੇਖਿਆ ਆਪਣੇ ਘਰ ਦੇ ਵਿੱਚ ਤੁਰੇ ਫਿਰਦੇ ਹੋਈਏ, ਸਾਰੀ ਉਮਰ ਆਪਣੇ ਘਰ ਦੇ ਵਿੱਚ ਰਹਿੰਦੇ ਆ, ਪਰ ਜਦੋਂ ਲਾਈਟ ਬੰਦ ਹੋ ਜਾਂਦੀ ਹੈ ਨਾ, ਬੰਦਾ ਉੱਥੇ ਹੀ ਖਲੋ ਜਾਂਦਾ। ਬੰਦੇ ਨੂੰ ਪਤਾ ਕਿ ਹੁਣ ਮੇਰਾ ਗੋਡਾ ਨਾ ਬੈੱਡ ਨਾ ਵੱਜੇ, ਵਾਰੀ ਨਾ ਵੱਜੇ, ਕਹਿੰਦਾ ਕਿ ਲਿਆਓ ਜੀ ਲਾਈਟ ਜਗਾਓ ਪਹਿਲਾਂ। ਸਾਰੀ ਉਮਰ ਉੱਥੇ ਰਹੇ ਹੁੰਦੇ ਆ, ਪਰ ਫਿਰ ਵੀ ਠੋਕਰਾਂ ਘਰ 'ਚ ਉੱਥੋਂ ਲੱਗਦੀਆਂ ਨੇ, ਕਿਉਂਕਿ ਲਾਈਟ ਨਹੀਂ ਹੈਗੀ, ਅੰਧੇਰਾ ਹੈ। ਇਸੇ ਤਰ੍ਹਾਂ ਹੈ ਤਾਂ ਸਾਨੂੰ ਅੰਦਰ ਤੇ ਅੰਧੇਰਾ ਹੀ ਅੰਧੇਰਾ ਹੈ, ਪਰ ਮਨ 'ਚ ਇਹੋ ਹੁੰਦਾ ਕਿ ਨਹੀਂ ਮੈਨੂੰ ਤਾਂ ਸਭ ਕੁਛ ਪਤਾ ਹੈ, ਮੈਨੂੰ ਸਭ ਕੁਛ। ਭਾਈ ਗੁਰੂ ਦੇ ਬਗੈਰ ਠੋਕਰਾਂ ਹੀ ਠੋਕਰਾਂ ਨੇ। ਪਰ ਗੁਰੂ ਦਾ ਇੱਦਾਂ ਨਹੀਂ ਕਿ ਬਾਹਰੋਂ ਜਿਸ ਤਰ੍ਹਾਂ ਕਹਿੰਦੇ ਕਿ ਗੁਰੂ ਨੂੰ ਇਕੱਲਾ ਮੈਂ ਫਲਾਣੇ ਗੁਰੂ ਨੂੰ ਮੰਨਦਾ, ਮੈਂ ਫਲਾਣੇ ਨੂੰ ਮੰਨਦਾ। ਮੈਂ ਤਾਂ ਅੱਗੇ ਕਿਹਾ ਕਿ ਸਾਰੇ ਕਿਸੇ ਨਾ ਕਿਸੇ ਨੂੰ ਗੁਰੂ ਨੂੰ ਉੱਦਾਂ ਮੰਨੀ ਬੈਠੇ ਨੇ, ਪਰ ਗੁਰੂ ਦੀ ਕੌਣ ਮੰਨ ਰਿਹਾ ਹੈ? ਜੋ ਗੁਰੂ ਸਾਨੂੰ ਕਹਿ ਰਿਹਾ ਹੈ, ਕਦੋਂ ਤੋਂ ਅਸੀਂ ਇਹ ਗ੍ਰੰਥ ਪੰਥ ਬਣੇ ਨੇ, ਕਦੋਂ ਤੋਂ ਇਹ ਜਿਹੜੀਆਂ ਅਸੀਂ ਇਹ ਬਾਣੀਆਂ ਪੜ੍ਹ ਰਹੇ ਹਾਂ, ਤੇ ਕੀ ਅਸੀਂ ਉਹਨਾਂ ਨੂੰ ਮੰਨ ਲਿਆ? ਮੈਂ ਕਹਿੰਦਾ ਮੰਨ ਲਈਏ। ਸੀ ਕੋਈ ਵੀ ਹੋਵੇ, ਕੋਈ ਵੀ ਚੀਜ਼ ਮੰਨ ਲਈਏ। ਬਈ ਸਤਿਗੁਰਾਂ ਨੇ ਸਾਨੂੰ ਕਦੋਂ ਕਿਹਾ ਕਿ ਗੁਰੂ ਨੇ ਆਪਣੀ ਦੇਹ ਦੇ ਨਾਲ ਕਦੋਂ ਜੋੜਿਆ? ਸਿਰਫ ਇੱਕ ਜ਼ਰੀਆ ਇਸ ਕਰਕੇ ਕਿਉਂਕਿ ਜਦੋਂ ਅਸੀਂ ਕਿਤਾਬ ਤੋਂ ਪੜ੍ਹਦੇ ਹਾਂ ਤਾਂ ਆਪਣੇ ਆਪਣੇ ਤਰੀਕੇ ਦੇ ਨਾਲ ਜਿਹੜੀ ਚੀਜ਼ ਸਾਨੂੰ ਠੀਕ ਲੱਗੀ, ਇੱਕ ਚੀਜ਼ ਜਿਸ ਤਰ੍ਹਾਂ ਫਿਲਮ ਦੇ ਵਿੱਚ ਕੋਈ ਸੀਨ ਹੀਰੋ ਦੇ ਹੁੰਦੇ ਆ, ਕੁਝ ਵਿਲਨ ਦੇ ਹੁੰਦੇ ਆ, ਕਿਸੇ ਨੂੰ ਕੁਝ ਬਣਨਾ ਪਸੰਦ, ਕਿਸੇ ਨੂੰ ਕੁਝ। ਪਰ ਜਿਹੜਾ ਗੁਰੂ ਉਹ ਸਾਨੂੰ ਦੱਸ ਦਿੰਦਾ ਕਿ ਇਹਦੇ ਆਹ ਫਾਇਦੇ ਨੇ, ਇਹਦੇ ਆਹ ਨੁਕਸਾਨ ਨੇ। ਬਾਕੀ ਸਤਿਗੁਰਾਂ ਨੇ ਕਦੀ ਨਹੀਂ ਕਿਹਾ ਕਿ ਬਈ ਤੁਸੀਂ ਮੱਥੇ ਟੇਕੋ, ਤੁਸੀਂ ਆਣ ਕੇ ਕੋਈ ਪੂਜਾ ਕਰੋ ਜਾਂ ਕੋਈ ਗੱਲ 'ਚ ਹਾਰ ਪਾਓ, ਕੁਛ ਨਹੀਂ ਉਹਨਾਂ ਨੇ ਕਦੀ ਕਿਹਾ। ਗੁਰੂ ਆਪ ਫਰਮਾਉਂਦੇ ਨੇ ਕਈ ਵਾਰ ਕਹਿ ਕੇ ਦੂਰੋਂ ਰਸ ਮਿਲਾਓ, ਰਸ ਮਿਲਾਓ ਬਈ। ਚਾਹੇ ਅਸੀਂ ਸਤਿ ਸ੍ਰੀ ਅਕਾਲ ਕਰੀਏ, ਅਸੀਂ ਨਮਸਤੇ ਕਰੀਏ, ਜੋ ਮਰਜ਼ੀ ਕਰੀਏ, ਪਰ ਜੋ ਮਰਜ਼ੀ ਕਰੇ, ਪਰ ਗੁਰੂ ਦੀ ਜੋ ਗੁਰੂ ਕਹਿੰਦਾ ਹੈ ਉਹਨੂੰ ਮੰਨੀਏ। ਜੋ ਵੀ ਕਹਿੰਦਾ ਹੈ ਸਾਨੂੰ ਦੂਰ ਖੜੇ ਕਰਦਾ ਹੈ, ਦੂਰ ਖੜੇ ਹੋਈਏ। ਸਾਨੂੰ ਕੋਲ ਬਿਠਾਉਣ ਵਾਸਤੇ ਕਹਿੰਦਾ, ਬੈਠਣ ਵਾਸਤੇ ਕੋਲ ਬੈਠੀਏ। ਸਾਨੂੰ ਮਿਲਣ ਵਾਸਤੇ ਕਹਿੰਦਾ ਮਿਲੀਏ, ਨਹੀਂ ਮਿਲਣ ਵਾਸਤੇ ਕਹਿ ਰਿਹਾ ਤੇ ਨਹੀਂ, ਕੋਈ ਕਿਸੇ ਤਰ੍ਹਾਂ ਦਾ ਨਹੀਂ। ਮੈਂ ਕਈ ਵਾਰ ਦੱਸਦਾ ਹੈ, ਕਈ ਵਾਰ ਅਸੀਂ ਮਨ 'ਚ ਹੁੰਦਾ ਹੈ, ਅਸੀਂ ਕਿੰਨੀ ਵਾਰ ਅਸੀਂ ਮਿਲਦੇ ਹਾਂ ਜਾਂ ਅਸੀਂ ਪਹਿਲਾਂ ਤੋਂ ਅਸੀਂ ਕਈ ਵਾਰੀ ਕਹਿੰਦੇ ਹਾਂ ਅਸੀਂ ਤਾਂ ਜੀ ਫਲਾਣੇ ਟਾਈਮ ਤੋਂ ਗੁਰੂ ਦੇ ਪਾਸ ਆਉਂਦੇ, ਗੁਰੂ ਨੂੰ ਮਿਲਦੇ। ਪਰ ਮੈਂ ਕਹਿੰਦਾ ਹੈ ਅਜੇ ਤੱਕ ਸਾਡੀ ਉਹੀ ਚੀਜ਼ ਜਿਹੜੀ ਇੱਕ ਬਾਣੀ 'ਚ ਫਰਮਾਇਆ ਕਿ ਮਿਲਿਆ ਕਦੀ ਨਾ ਵਿਛੜੇ। ਜੇ ਅਸੀਂ ਮਿਲੇ ਹੁੰਦੇ ਤੇ ਫਿਰ ਵਿਛੋੜਾ ਕਿੱਥੋਂ ਆ ਗਿਆ ਵਿੱਚ? ਜਿਹੜਾ ਮਿਲਿਆ ਉਹਨੂੰ ਦੁਬਾਰਾ ਮਿਲਣ ਦੀ ਕੀ ਲੋੜ ਹੈ? ਥੋੜਾ ਜਿਹਾ ਇਹਨੂੰ ਸਮਝੀਏ ਸਾਰੇ। ਅਜੇ ਤੱਕ ਮਿਲੇ ਨਹੀਂ ਹੈਗੇ ਅਸੀਂ, ਚਾਹੇ ਅਸੀਂ ਕਹੀਏ ਅਸੀਂ
ਦੂਸਰੀ ਪਾਤਸ਼ਾਹੀ ਤੋਂ ਆ ਰਹੇ ਅਸੀਂ, ਪਹਿਲੀ ਪਾਤਸ਼ਾਹੀ ਤੋਂ ਆ ਰਹੇ, ਜਿਹੜੀ ਤੋਂ ਮਰਜ਼ੀ ਹੋਈਏ, ਪਰ ਜੇ ਮਿਲੇ, ਜਿੱਦਣ ਅਸੀਂ ਮਿਲ ਗਏ ਫਿਰ ਬਈ ਮਿਲਿਆ ਕਹਿੰਦੇ ਕਦੀ ਨਾ ਵਿਛੜੇ। ਅਜੇ ਮਿਲੇ ਹੀ ਨਹੀਂ ਆ, ਅਜੇ ਤਾਂ ਅਸੀਂ ਬਾਹਰ ਦਾ ਜਿਹੜਾ ਚੱਕਰ ਪਿਆ ਕਿ ਠੀਕ ਹੈ ਜੀ ਆਏ ਆ, ਆਪਣੀ ਮਨਮਰਜ਼ੀ ਨਾਲ ਹੀ ਆਏ ਆ, ਆਪਣੀ ਮਨਮਰਜ਼ੀ ਨਾਲ ਹੀ ਕੰਮ ਕੀਤੇ, ਆਪਣੀ ਮਨਮਰਜ਼ੀ ਨਾਲ ਹੀ ਸਭ ਕੁਝ, ਔਰ ਸਾਨੂੰ ਲੱਗਦਾ ਹੈ ਕਿ ਅਸੀਂ ਹਾਂ ਠੀਕ ਹੈ, ਗੁਰੂ ਸਾਨੂੰ ਕੁਝ ਕਹਿੰਦਾ ਕੋਈ ਨਹੀਂ, ਕਹਿੰਦਾ ਹੈ ਕਿ ਠੀਕ ਹੈ। ਕਈ ਵਾਰੀ ਚਲਾਉਣ ਵਾਸਤੇ, ਤੋਰਨ ਵਾਸਤੇ ਸਾਡੇ ਨਾਲ ਸਾਥ ਵੀ ਦਿੰਦਾ ਹੈ, ਪਰ ਇਹ ਨਾ ਸੋਚੀਏ ਕਿ ਅਸੀਂ ਗੁਰੂ ਬਣ ਬੈਠੇ ਹਾਂ। ਗੁਰੂ ਜਿੱਥੇ, ਮੈਂ ਪਹਿਲਾਂ ਕਿਹਾ ਕਿ ਜਿਸ ਤਰ੍ਹਾਂ ਡਾਕਟਰ ਕੋਲ ਜਾਂਦੇ, ਡਾਕਟਰ ਜਿਸ ਤਰ੍ਹਾਂ ਕਹਿੰਦਾ, ਸਾਨੂੰ ਬੈਠਿਆਂ ਤਕਲੀਫ ਹੋ ਰਹੀ ਹੈ, ਅਸੀਂ ਲੇਟਣਾ ਚਾਹੁੰਦੇ, ਡਾਕਟਰ ਕਹਿੰਦਾ ਨਹੀਂ ਬੈਠ, ਲੰਮੇ ਨਹੀਂ ਪੈਣਾ, ਲੰਮੇ ਨਹੀਂ ਪੈਣਾ, ਬੈਠਣਾ ਹੈ। ਤੇ ਬੈਠਣ ਦੇ ਵਿੱਚ ਹੀ ਉੱਥੇ ਜਿਹੜਾ ਫਾਇਦਾ ਹੈ। ਜੇ ਕਵੇ ਨਹੀਂ ਨਹੀਂ ਮੈਨੂੰ ਤਾਂ ਲੰਮੇ ਪੈ ਕੇ ਆਰਾਮ ਮਿਲਦਾ, ਉਹ ਹੁਣ ਡਾਕਟਰ ਨੂੰ ਪਤਾ ਹੈ ਕਿ ਲੰਮੇ ਪੈ ਕੇ ਕਿਹੜੀ ਸਮੱਸਿਆ ਵਧਣੀ ਹੈ। ਕਈ ਵਾਰ ਕਿਸੇ ਦਾ ਆਪਰੇਸ਼ਨ ਹੁੰਦਾ ਹੈ, ਕੋਈ ਅਸੀਂ ਜਾਂ ਕੋਈ ਹੱਡੀ ਟੁੱਟ ਜਾਂਦੀ ਹੈ, ਬੰਦਾ ਬੈਠਾ ਰਹਿੰਦਾ ਬੈੱਡ ਤੇ ਨਹੀਂ ਹਿਲਦਾ, ਡਾਕਟਰ ਕਹਿੰਦਾ ਉੱਠ ਕੇ ਤੁਰ, ਇਹ ਕਹਿੰਦੇ ਨਾ 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 ਤਕਲੀਫ ਹੁੰਦੀ, ਅਸੀਂ ਨਹੀਂ ਤੁਰਨਾ। ਪਰ ਉਹਨੂੰ ਪਤਾ ਹੈ ਕਿ ਜੇ ਤੁਰੇਗਾ ਨਹੀਂ ਤੇ ਇੱਥੇ ਹੀ ਜੋੜ ਪੈ ਜਾਣਾ, ਇੱਥੇ ਇਹਨੇ ਤੁਰਨਾ ਹੀ ਨਹੀਂ ਕਦੇ ਵੀ। ਇਸੇ ਤਰ੍ਹਾਂ ਗੁਰੂ ਦੇ ਪਾਸ ਆ ਕੇ ਵੀ ਗੁਰੂ ਦੀ ਮੰਨੀਏ ਕਿ ਗੁਰੂ ਕੀ ਕਹਿੰਦਾ ਪਿਆ। ਜਦੋਂ ਸਾਡਾ ਇੰਨਾ ਅਕੀਦਾ ਬਣ ਗਿਆ ਫਿਰ ਬਈ ਉਸੇ ਵੇਲੇ ਕੰਮ ਹੋਏਗਾ, ਫਿਰ ਦੇਰ ਨਹੀਂ ਹੋਏਗੀ, ਫਿਰ ਇਹਨੂੰ ਕਦੀ ਵਿਛੋੜਾ ਲੱਗੇਗਾ ਹੀ ਨਹੀਂ ਕਦੀ ਵੀ। ਤੇ ਨਹੀਂ ਤੇ ਹਮੇਸ਼ਾ ਹੀ ਇਸੇ ਗੱਲ ਦਾ ਹੀ ਰਹਿੰਦਾ ਹੈ। ਅਸੀਂ ਕਿੰਨੀ ਕੁ ਦੇਰ, ਅਸੀਂ ਘਰਾਂ ਚੋਂ ਨਿਕਲ ਕੇ ਕਿੰਨੀ ਕੁ ਦੇਰ ਗੁਰੂ ਦੇ ਜਾਂ ਕਿਤੇ ਵੀ ਗੁਰਦੁਆਰੇ ਮੰਦਰ ਜਾ ਕੇ ਕਿੰਨੀ ਦੇਰ ਬੈਠ ਸਕਦੇ ਹਾਂ ਇਸ ਉੱਤੇ? ਕੀ ਹੋਰ ਡਿਊਟੀਆਂ ਨਹੀਂ ਹੈਗੀਆਂ? ਪਰ ਸਤਿਗੁਰਾਂ ਨੇ ਕਿਹਾ ਨਾ, ਹੱਥ ਕਾਰ ਵੱਲ ਚਿੱਤ ਯਾਰ ਵੱਲ। ਕੰਮ ਸਾਰੇ ਕਰਨੇ ਆ, ਪਰ ਚਿੱਤ ਜਿਹੜਾ ਆ ਉਹ ਆਪਣੇ ਗੁਰੂ ਦੇ ਚਰਨਾਂ 'ਚ ਰੱਖਣਾ ਹੈ, ਉਹਦੇ ਨਾਲ ਮਿਲਿਆ ਰਹਿਣਾ ਹੈ, ਉਹਦੇ ਨਾਲੋਂ ਵਿਛੜਨਾ ਹੀ ਨਹੀਂ ਹੈਗਾ। ਜੇ ਵਿਛੜਾਂਗੇ ਤੇ ਫਿਰ ਮਿਲਣ ਦੀ ਫਿਰ ਲੋੜ ਪੈਂਦੀ ਹੈ, ਪਰ ਉਹਨੂੰ ਤਾਂ ਰੱਖਦੀ ਹੈ ਉੱਥੇ, ਕੁਛ ਉਹਦੀ ਸਾਨੂੰ ਲੋੜ ਹੀ ਨਹੀਂ ਹੈਗੀ। ਉਹਨੂੰ ਤਾਂ ਬਈ ਗੁਰੂ ਦੇ ਪਾਸ ਛੱਡੀਏ, ਗੁਰੂ ਦੇ ਨਾਲ ਕਿ ਉਹ ਲਿਵ ਲੱਗੀ ਰਹੇ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਵਾਹੀ ਕੀਤੀ, ਆਪਣਾ ਕਬੀਰ ਸਾਹਿਬ ਨੇ ਖੱਡੀਆਂ ਹੋਣੀਆਂ, ਰਵਿਦਾਸ ਜੀ ਨੇ ਜੋੜੇ ਗੰਢੇ, ਪਰ ਲਿਵ ਤੇ ਲੱਗੀ ਰਹੀ ਜਿੱਥੇ ਲੱਗੀ ਸੀ। ਇਹ ਤਾਂ ਨਹੀਂ ਕਿ ਲਿਵ ਥੱਲੇ ਆ ਗਈ, ਕਦੀ ਕਦੀ ਖੱਡੀਆਂ 'ਚ ਚੱਲ ਗਈ, ਕਦੀ ਜੋੜਿਆਂ 'ਚ ਚੱਲ ਗਈ, ਜਾਂ ਕਦੀ ਬਾਹਰ ਚੱਲ ਗਈ। ਉਹ ਤਾਂ ਜਿੱਥੇ ਸੀ ਹਰ ਵੇਲੇ ਉੱਥੇ ਲੱਗੀ ਰਹੀ। ਜਦੋਂ ਸਾਨੂੰ ਐਸੀ ਜਾਚ ਆ ਗਈ, ਜਿਸ ਤਰ੍ਹਾਂ ਨੇ ਫਰਮਾਇਆ ਕਿ ਗੁਰ ਬਚਨੀ ਭਰਮ, ਮੇਰਾ ਭਰਮ ਭਾਓ ਗੁਰ ਬਚਨੀ ਭਾਗੇ, ਗੁਰੂ ਦੇ ਬਚਨਾਂ ਦੇ ਵਿੱਚ ਆ ਗਏ ਤੇ ਬਈ ਸਾਰੇ ਡਰ ਦੂਰ ਹੋ ਜਾਣਗੇ, ਸਭ ਕੁਛ ਇਹਦਾ ਵਧੀਆ ਹੋ ਜਾਏਗਾ। ਪਰ ਜਦੋਂ ਤੱਕ ਇਹਦੇ ਗੁਰੂ ਦੇ ਬਚਨਾਂ ਤੇ ਆਇਆ ਹੀ ਨਹੀਂ, ਤੇ ਭਾਵੇਂ ਇਹ ਗੁਰੂ ਦੀ ਫੋਟੋ ਲੈ ਕੇ ਸਿਰ ਤੇ ਰੱਖ ਛੱਡੇ, ਭਾਵੇਂ ਗਲ 'ਚ ਪਾ ਛੱਡੇ, ਭਾਵੇਂ ਜੋ ਮਰਜ਼ੀ ਕਰਦਾ ਫਿਰ, ਉਦੋਂ ਤੱਕ ਇਹਨੂੰ ਫਾਇਦਾ ਨਹੀਂ ਹੋਣਾ। ਮੈਂ ਥੋੜ੍ਹੇ ਦਿਨ ਪਹਿਲਾਂ ਵੀ ਜੇ ਗੱਲ ਕੀਤੀ ਸੀ ਕਿ ਆ ਕਈ ਵਾਰੀ ਗੱਡੀਆਂ ਲੈ ਕੇ ਆਉਂਦੇ ਹਾਂ, ਗੱਡੀਆਂ ਲੈ ਕੇ ਆਉਂਦੇ ਹਾਂ, ਗੱਡੀਆਂ ਦੇ ਵਿੱਚ ਸਰੂਪ ਕਹਿੰਦੇ ਆ, ਸਰੂਪ ਲਗਾਉਣਾ। ਅਸਲ ਦੇ ਵਿੱਚ ਉਹ ਸਰੂਪ ਲਗਾਉਣ ਦਾ ਮਤਲਬ ਕੀ ਹੈ? ਮਤਲਬ ਧਿਆਨ ਬਣਾ, ਚੇਤਾ ਨਾ ਭੁੱਲਿਆ। ਘਰਾਂ ਦੇ ਵਿੱਚ ਸਰੂਪ ਅਸੀਂ ਲਗਾਏ ਹੁੰਦੇ ਆ, ਕਾਹਦੇ ਵਾਸਤੇ ਲਗਾਏ ਆ? ਗੁਰੂਆਂ ਨੇ ਆਪ ਫਰਮਾਇਆ ਕਿ ਇਹਨਾਂ ਦਾ ਕੋਈ ਕੰਮ ਨਹੀਂ, ਸਿਰਫ ਇਹ ਹੁਣ ਗੁਰੂਆਂ ਨੇ ਇੱਥੋਂ ਤੱਕ ਕਿਹਾ ਕਿ ਸਾਡੀ ਯਾਦਦਾਸ਼ਤ ਵਾਸਤੇ ਨੇ ਸਿਰਫ। ਹੁਣ ਇਸ ਗੱਲ ਤੋਂ ਅੱਗੇ ਵੀ ਕਈ ਵਾਰ ਇਹ ਜਿਹੜੀ ਚੀਜ਼ਾਂ ਮਨ 'ਚ ਸਾਡੇ ਆਉਂਦੀਆਂ, ਝਗੜੇ ਖੜੇ ਹੋ ਜਾਂਦੇ ਨੇ ਕਿ ਜਦੋਂ ਅਸੀਂ ਇਹ ਗੱਲ ਕਰਦੇ ਹਾਂ। ਪਰ ਇਸ ਨੂੰ ਸਮਝੀਏ, ਜਦੋਂ ਸਾਨੂੰ ਸਮਝ ਲੱਗੇਗੀ ਫਿਰ ਅੱਗੇ ਅਸੀਂ ਚੱਲਾਂਗੇ। ਸਤਿਗੁਰਾਂ ਨੇ ਕਦੀ ਨਹੀਂ ਇਸ ਤਰ੍ਹਾਂ, ਕਈ ਗੁਰਮਾਈ ਨੇ, ਕਈ ਮੈਨੂੰ ਯਾਦ ਹੈ ਕਈ ਵਾਰੀ ਸਰੂਪ ਗੁਰਮਾਈ ਦਾ ਵੀ ਕਿਸੇ ਨੇ ਗੁਰਮਾਈ ਕਹਿਣਾ, ਬੇਟੇ ਨਹੀਂ ਨਹੀਂ ਕੋਈ ਗੱਲ ਨਹੀਂ। ਪਰ ਇਹ ਸੀ ਸਾਡੀ ਇੱਕ ਪੌੜੀ ਹੈ ਉੱਥੇ ਚੜ੍ਹਨ ਵਾਸਤੇ। ਹੁਣ ਅਸੀਂ ਉਹਨਾਂ ਦੇ ਉੱਤੇ ਉਹਨਾਂ ਚੀਜ਼ਾਂ ਨੂੰ ਮੱਥੇ ਟੇਕੀ ਜਾਈਏ, ਤਿਲਕ ਲਗਾਈ ਜਾਈਏ, ਪਰ ਜੋ ਉਹਨਾਂ ਨੇ ਫਰਮਾਇਆ, ਜਿਸ ਹੁਣ ਗੁਰਬਾਣੀ ਹੈ, ਅਸੀਂ ਗੁਰੂ ਨਾਨਕ ਸਾਹਿਬ ਦੀ ਪਿਕਚਰ ਲਗਾ ਲਈਏ, ਦਸਮ ਪਾਤਸ਼ਾਹ ਦੇ ਲਗਾ ਲਈਏ, 10 ਪਾਤਸ਼ਾਹੀਆਂ ਦੇ ਲਗਾ ਲਈਏ, ਰੋਜ਼ 10 ਪਾਤਸ਼ਾਹੀਆਂ ਦਾ ਮੱਥਾ ਟੇਕੀਏ, 10 ਨੂੰ ਰੋਜ਼ ਨਵੇਂ ਨਵੇਂ ਹਾਰ ਪਾਈਏ, ਪਰ ਜੋ ਗੁਰਬਾਣੀ ਕਹਿੰਦੀ ਪਈ ਹੈ ਉਹਨੂੰ ਅਸੀਂ ਮੰਨੀਏ ਨਾ, ਅਸੀਂ ਉਹਦੇ ਚੱਲੀਏ ਨਾ ਉੱਤੇ, ਤੇ ਕੀ ਗੁਰੂ ਦੀ ਕਿਰਪਾ ਆਏਗੀ? ਜਿਸ ਤਰ੍ਹਾਂ ਹੀ, ਚਲੋ ਹੋਰ ਸਮਝ ਲਈਏ ਕਿ ਡਾਕਟਰ ਹੈ, ਬਹੁਤ ਵੱਡਾ ਡਾਕਟਰ ਹੈ, ਦੁਨੀਆ ਦਾ ਸਭ ਤੋਂ ਵੱਡਾ ਡਾਕਟਰ ਹੈ, ਅਸੀਂ ਉਹਦੀ ਫੋਟੋ ਲੈ ਆਂਦੀ, ਅਸੀਂ ਫੋਟੋ ਲਿਆ ਕੇ ਉਹਦੀ ਘਰ 'ਚ ਲਗਾ ਲਈਏ, ਤੇ ਅਸੀਂ ਉਹ ਜੋ ਉਹਦੇ ਕੋਲ ਦਵਾਈ ਲਈ ਜਾਂ ਉਹਨੇ ਸਾਨੂੰ ਪਰਹੇਜ਼ ਦੱਸਦਾ ਹੈ ਜਾਂ ਜੋ ਇੱਕ ਲਾਈਫ ਸਟਾਈਲ ਦੱਸਦਾ, ਉਹਨੂੰ ਅਸੀਂ ਅਪਣਾਉਂਦੇ ਨਹੀਂ। ਅਸੀਂ ਰੋਜ਼ ਉਹਨੂੰ ਮੱਥੇ ਟੇਕੀ ਜਾਂਦੇ ਹਾਂ, ਕਹਿੰਦੇ ਹਾਂ, ਦੱਸਦੇ ਮੈਂ ਫਲਾਣੇ ਡਾਕਟਰ ਕੋਲ ਜਾਣਾ ਹੈ, ਮੈਂ ਫਲਾਣੇ ਡਾਕਟਰ ਕੋਲ। ਆਰਾਮ ਆਏਗਾ? ਕਦੀ ਨਹੀਂ ਆਏਗਾ। ਇਸ ਲਈ ਜੇ ਅਸੀਂ ਵਾਕਿਆ ਆਪਣਾ ਭਲਾ ਚਾਹੁੰਦੇ ਹਾਂ, ਆਪਣਾ ਸੁੱਖ ਚਾਹੁੰਦੇ ਹਾਂ, ਤੇ ਫਿਰ ਗੁਰੂ ਦੇ ਰਸਤੇ ਤੇ ਆਉਣਾ ਸਟਾਰਟ ਕਰੀਏ।
ਗੁਰੂ ਦੇ ਪਾਸ ਬੈਠਣਾ ਕੀ ਹੈ? ਇਹ ਨਹੀਂ ਕਿ ਬਾਹਰੋਂ ਅਸੀਂ ਜਿਸ ਤਰ੍ਹਾਂ ਜਿੱਦਾਂ ਨਹੀਂ ਮੈਂ ਗੁਰੂ ਦੇ ਕੋਲ ਬਹਿਣਾ, ਮੈਨੂੰ ਟਾਈਮ ਚਾਹੀਦਾ, ਮੈਨੂੰ ਟਾਈਮ ਚਾਹੀਦਾ, ਮੈਂ ਨਹੀਂ ਮਿਲਿਆ, ਮੈਨੂੰ ਨਹੀਂ ਮਿਲਣ ਦਾ ਟਾਈਮ ਮਿਲਿਆ। ਬਈ ਮਿਲਣਾ ਹੈ ਤੇ ਚੰਗੀ ਤਰ੍ਹਾਂ ਮਿਲੀਏ ਜਿਹੜਾ ਮਿਲਣਾ ਹੈ। ਮੈਂ ਕਈ ਵਾਰ ਦੱਸਿਆ ਏ, ਕਈ ਵਾਰ ਅਸੀਂ ਕਹਿੰਦੇ ਹਾਂ ਫੋਨਾਂ 'ਤੇ ਗੱਲ ਆਮ ਹੁੰਦੀ ਰਹਿੰਦੀ। ਅੱਜ ਸਭ ਤੋਂ ਵੱਡਾ ਜਿਹੜਾ ਸੀ ਇਹ ਰੁਕਾਵਟ ਜਿਹੜੀ ਫੋਨਾਂ ਨੇ ਵੀ ਪਈ। ਜਿਨ੍ਹਾਂ ਨੇ ਫਾਇਦਾ ਲਿਆ, ਫਾਇਦਾ ਵੀ ਲਿਆ ਇਹਦੇ ਤੋਂ। ਅੱਜ ਔਨਲਾਈਨ ਸਤਸੰਗ ਜਿਹੜੇ ਨਜ਼ਾਰੇ ਘਰ ਨਹੀਂ ਵੀ ਆਇਆ ਜਾਂਦਾ, ਲੋਕ ਵਿਦੇਸ਼ਾਂ 'ਚ ਬੈਠ ਕੇ ਵੀ ਸਤਸੰਗ ਸੁਣ ਰਹੇ ਨੇ, ਸਭ ਕੁਛ ਆਪਣਾ ਜਿਹੜਾ ਜੀਵਨ ਸਵਾਰ ਰਹੇ ਨੇ। ਠੀਕ ਹੈ, ਫਾਇਦਾ ਵੀ ਹੈ। ਪਰ ਜੇ ਅਸੀਂ ਉਲਟ ਬੰਨੇ ਚੱਲਣਾ, ਹੁਣ ਅਸੀਂ ਕਈ ਵਾਰੀ ਦੱਸਦੇ ਹਾਂ, ਕਈ ਵਾਰੀ ਬੱਚੇ ਰੋਜ਼ ਕਰਦੇ ਰਹਿਣਗੇ, ਅਸੀਂ ਜੀ ਫੋਨ ਕੀਤਾ, ਸਾਡਾ ਫੋਨ ਨਹੀਂ ਚੁੱਕਿਆ। ਅਸੀਂ ਮੈਸੇਜ ਕੀ ਕਰਦੇ ਹਾਂ, ਸਾਡੇ ਮੈਸੇਜ ਦਾ ਜਵਾਬ ਨਹੀਂ ਦਿੰਦੇ। ਅਸੀਂ ਡੇਰੇ ਆਉਂਦੇ ਹਾਂ, ਸਾਨੂੰ ਮਿਲਦੇ ਨਹੀਂ, ਸਾਨੂੰ ਟਾਈਮ ਨਹੀਂ ਦਿੰਦੇ। ਬਈ ਤੁਸੀਂ ਸੋਚੋ ਤਾਂ ਸਹੀ, ਕਦੋਂ ਅਸੀਂ ਮਿਲੇ ਹਾਂ, ਕਦੋਂ ਅਸੀਂ ਟਾਈਮ ਜਿਹੜਾ ਟਾਈਮ ਵਾਲੀ ਗੱਲ ਕਰਦੇ ਹਾਂ। ਬਈ ਮੈਂ ਤਾਂ ਕਹਿੰਦਾ ਕਈ ਵਾਰ ਇਹ ਗੱਲ ਕੀਤੀ ਹੈ ਕਿ ਬਈ ਜੇ ਥੋੜ੍ਹਾ ਥੋੜ੍ਹਾ ਵੀ ਅਸੀਂ ਇਸ ਤਰੀਕੇ ਦੇ ਨਾਲ ਕਦੀ ਵੀ ਨਹੀਂ ਸਿਸਟਮ, ਕਦੀ ਮੇਰੇ ਕੋਲ ਇੱਥੇ ਚਲੋ ਮੈਂ ਪਹਿਲੀ ਗੱਲ ਨਹੀਂ ਕਰ ਰਿਹਾ, ਮੈਂ ਹੁਣ ਵੀ ਅੱਜ ਵੀ ਕਹਿੰਦਾ ਹੈ ਕੋਈ ਜੇ ਸਾਡੇ ਕੋਲ ਟਾਈਮ, ਅਸੀਂ ਵੀ ਸਾਰੇ ਗ੍ਰਸਤੀ ਹਾਂ, ਬਾਹਰ ਦੀਆਂ ਡਿਊਟੀਆਂ ਵੀ ਕਰ ਰਹੇ ਹਾਂ, ਇਹ ਸਤਿਗੁਰਾਂ ਦਾ ਉਹਦੇ ਵਾਸਤੇ ਵੀ ਟਾਈਮ ਕੱਢਣਾ ਹੈ। ਬਈ ਕਦੀ ਥੋੜ੍ਹੇ ਦਿਨ ਵਾਕਈ ਹੀ ਪਰਸਨਲ ਤੌਰ ਦੇ ਉੱਤੇ ਟਾਈਮ ਲੈ ਕੇ ਵੇਖੋ। ਤੁਸੀਂ ਦੇਖੋ ਕਿ ਮੈਂ ਉਦੋਂ ਵੀ ਕਿਹਾ ਸੀ, ਮੈਂ ਅਜੇ ਵੀ ਦੇਖਦਾ ਜੇ ਕਿ ਮੈਂ ਅਜੇ ਤਕਰੀਬਨ ਫੋਨ ਮੈਂ ਜ਼ਿਆਦਾ ਅਟੈਂਡ ਨਹੀਂ ਕਰਦਾ। ਮੈਂ ਕਈ ਵਾਰ ਫਿਰ ਵੀ ਜਦੋਂ ਦੇਖਦਾ ਹੈ ਤੇ ਹਿਸਾਬ ਲਾਉਂਦਾ ਤਾਂ ਕਈ ਵਾਰ 2-3 ਘੰਟੇ ਰੋਜ਼ ਦੇ ਫੋਨਾਂ 'ਤੇ ਲੰਘ ਜਾਂਦੇ ਨੇ। ਅਜੇ ਕਿ ਬਿਲਕੁਲ ਘੱਟ ਤੋਂ ਘੱਟ ਬੜੇ ਜ਼ਰੂਰੀ ਕੋਈ, ਜਾਂ ਜਿਹੜਾ ਕੋਈ ਕਹਿੰਦਾ ਨਹੀਂ ਮੇਰੀ ਜ਼ਰੂਰੀ, ਉਹਦੀ ਗੱਲ ਕਰਦਾ ਹੈ, ਫਿਰ ਵੀ 2-3 ਘੰਟੇ ਜਿਹੜੇ ਮਾਮੂਲੀ ਗੱਲ ਫੋਨਾਂ 'ਚ ਹੀ ਨਿਕਲ ਜਾਂਦੇ ਨੇ। ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਕਈ ਵਾਰੀ ਕਿਹਾ ਕਿ ਨਾ ਕਰ, ਫੁੰਕ ਹੀ ਲੈਣ, ਪਰ ਅਸੀਂ ਜਦੋਂ ਆਪਾਂ ਮੰਨਣਾ ਹੀ ਨਹੀਂ ਉਸ ਚੀਜ਼ ਨੂੰ। ਹੁਣ ਜਿਸ ਤਰ੍ਹਾਂ ਆਉਂਦੇ ਹਾਂ, ਹੁਣ ਆਪਾਂ ਕਹਿੰਦੇ ਹਾਂ 5-5 ਮਿੰਟ 10-10 ਮਿੰਟ ਦੀ ਗੱਲ ਕਰਦੇ ਹਾਂ। ਮੈਂ ਉਹ ਵੀ ਤੁਹਾਨੂੰ ਕਈ ਵਾਰੀ ਗੱਲ ਦੱਸੀ ਆ, ਕੋਈ ਆਪਣਾ ਕੋਈ ਵੀ ਆਪਣੇ ਅੰਦਰ ਦੇਖ ਲਵੇ ਕਿ ਬਈ ਕਿਹੜਾ, ਹੁਣ ਭਾਵੇਂ ਇੱਥੇ ਆਪਾਂ ਕਿੰਨੀ ਦੇਰ ਬੈਠੇ ਹਾਂ ਨਾ, ਹੁਣ ਵੀ ਤਾਂ ਮਿਲਦੇ ਪਏ ਆ, ਠੀਕ ਹੈ ਨਾ। ਪਰ ਜਦੋਂ ਸਾਡੇ ਮਨ ਦੇ ਵਿੱਚ ਉਹ ਚੀਜ਼ ਭਾਵਨਾ ਆ ਗਈ, ਜੇ ਅਸੀਂ ਗੁਰੂ ਨੂੰ ਇੱਕ ਵਾਰੀ ਮਿਲ ਲਿਆ ਤੇ ਸਾਨੂੰ ਕਦੀ ਵੀ ਉਹ ਨਹੀਂ। ਹੁਣ ਜਦੋਂ ਆਪਾਂ ਛੁੱਟੀ ਲੈ ਕੇ ਜਾਂਦੇ ਹਾਂ, ਉਹ ਫਿਰ ਵਿਛੜ ਜਾਂਦੇ, ਇਹਦਾ ਮਤਲਬ ਛੁੱਟੀ ਲੈ ਕੇ ਅਸੀਂ ਘਰ ਚੱਲ ਗਏ, ਹੁਣ ਵਿਛੜ ਗਏ, ਸਾਲ ਵਿਛੜੇ ਰਹੇ, ਸਾਲ ਬਾਅਦ ਫਿਰ ਮੇਲ ਹੋਇਆ। ਤੇ ਬਈ ਕਿੰਨੇ ਕੁ ਸਾਲ ਹੈਗੇ ਨੇ ਜ਼ਿੰਦਗੀ ਦੇ? ਇਹ ਤੇ ਗੁਰੂ ਦੀ ਫਿਲੋਸਫੀ ਨਹੀਂ ਹੈਗੀ, ਇਹ ਤੇ ਗੁਰੂ ਦਾ ਰਸਤਾ ਨਹੀਂ। ਗੁਰੂ ਤੇ ਨਹੀਂ ਇੱਦਾਂ ਕਹਿੰਦਾ ਕਿ ਤੁਸੀਂ, ਗੁਰਮਤਿ ਦੇ ਇੱਥੇ ਫਰਮਾਇਆ ਸੀ ਗੁਰੂ ਪੂਜਾ ਵਾਲੇ ਦਿਨ, ਜਿਸ ਦਿਨ ਕੋਈ ਗੁਰਮਤਿ ਦੇ ਸੇਵਾਦਾਰ ਆਏ ਤੇ ਗੁਰਮਤਿ ਨੇ ਫਰਮਾਇਆ ਕਿ ਬਈ ਅੱਜ ਕਿੱਧਰ ਆਏ ਬਣੇ, ਅੱਜ ਨਾ ਕੋਈ ਸੰਗਰਾਮ ਆਇਆ, ਕਿੱਧਰ ਅੱਜ? ਕਹਿੰਦੇ ਅੱਜ ਮਹਾਰਾਜ ਜੀ ਗੁਰੂ ਪੂਜਾ ਹੈ। ਗੁਰੂ ਹੱਸ ਕੇ ਕਹਿਣ ਲੱਗੇ ਕਿ ਬੇਟੇ ਗੁਰੂ ਦੀ ਪੂਜਾ ਤੇ ਰੋਜ਼ ਚਾਹੀਦੀ ਹੈ। ਸਵਾਮੀ ਨੇ ਫਰਮਾਇਆ ਕਿ ਗੁਰੂ ਕੀ ਕਰ ਹਰਦਮ ਪੂਜਾ। ਇਹ ਕਿਹੜੀ ਪੂਜਾ ਜਿਹੜੀ ਸਾਲ ਬਾਅਦ ਹੋਣੀ ਹੈ? ਕਿੰਨੇ ਇਸ ਤਰ੍ਹਾਂ ਕਿੰਨੇ ਸਾਲ 'ਚ ਇੱਕ ਪੂਜਾ ਕਰ ਲਈ ਤੇ ਬਸ ਹੋ ਗਿਆ। ਅੰਗਰੇਜ਼ਾਂ ਵਾਲਾ ਕੰਮ ਜਿਹੜਾ ਦਿਨ ਬਣਾ ਲਏ ਕਿ ਫਾਦਰ ਡੇ ਬਣ ਗਿਆ, ਅੱਜ ਮਦਰ ਡੇ ਬਣ ਗਿਆ, ਜੀ ਅੱਜ ਫਲਾਣਾ, ਜਿੱਦਣ ਇੱਕ ਦਿਨ ਹੁੰਦਾ ਆ, ਜਿਸ ਦਿਨ ਫਾਦਰ ਡੇ ਆਇਆ ਉਹ ਦਿਨ ਫਾਦਰ ਦੇ ਨਾਲ ਪਾਰਟੀਆਂ ਕਰਵਾਈਆਂ, ਕਦੀ ਉਹਨੂੰ ਕੱਪੜੇ ਲੈ ਕੇ ਦੇ, ਅਗਲੇ ਦਿਨ ਪੁੱਛਣਾ ਨਹੀਂ ਉਹਨੂੰ। ਅੱਜ ਮਦਰ ਡੇ ਆ, ਅੱਜ ਮਦਰ ਦੀਆਂ ਕਿਤੇ DP ਉਹ ਲਾ ਕੇ, ਸਟੇਟਸ ਲਾ ਕੇ ਤੇ ਬੜਾ ਉੱਥੇ ਕਰ ਰਹੇ ਨੇ, ਕੋਈ ਜਿੱਥੇ ਬੈਠੇ ਨੇ, ਅਗਲੇ ਦਿਨ ਤੂੰ ਮੈਂ। ਇਹੋ ਜਿਹੇ ਪ੍ਰਪੰਚ ਜਿਹੜੇ ਆ ਇਹ ਸਾਨੂੰ ਅੱਗੇ ਨਹੀਂ ਲਿਜਾ ਸਕਦੇ। ਦਿਲੋਂ ਜਿਹੜੀ ਚੀਜ਼ ਹੈਗੀ, ਜਿਹੜਾ ਨਾਤਾ ਹੈਗਾ, ਜੋ ਪਿਆਰ ਹੈਗਾ ਏ, ਉਹਨੂੰ ਬਣਾਈਏ। ਛਿਨਵੇਂ ਬੜੇ ਛਿਨਵੇਂ ਘਟੇ ਉਹ ਤੋਂ ਪ੍ਰੇਮ ਨਹੀਂ। ਇਹ ਕਦਾ ਪ੍ਰੇਮ ਹੋਇਆ ਕਿ ਦਿਨੇ ਚੜ੍ਹਦਿਆਂ ਤੇ ਏਦਾਂ ਤੇ ਰਾਤ ਨੂੰ ਫੇਰ ਬਸ ਇੱਕਦਮ ਠੁੱਸ ਕੰਮ। ਜੇ ਤੇ ਕੰਮ ਹੋ ਗਿਆ, ਜੇ ਤੇ ਗੁਰੂ ਨੇ ਵੀ ਜਿਸ ਤਰ੍ਹਾਂ ਸੰਸਾਰੀ ਚਾਲਣ ਚੱਲਦੇ ਆ, ਕੋਈ ਸਾਡੀ ਜਿਸ ਤਰ੍ਹਾਂ ਕਹੀ ਜਾਈਏ, ਮੰਨੀ ਜਾਵੇ, ਜੋ ਸਾਡੇ ਦਿਲ 'ਚ ਆਵੇ ਕਰੀ ਜਾਵੇ, ਫਿਰ ਤੇ ਅਸੀਂ ਬੜੀਆਂ ਉਹਦੀ ਉਸਤਤ ਕਰਦੇ ਹਾਂ। ਜੇ ਇੱਕ ਦਿਨ ਕਿਤੇ ਕੋਈ ਨਾ ਕਰ ਦਿੱਤੀ ਜਾਂ ਕੋਈ ਗੱਲ ਹੋ ਗਈ, ਫਿਰ ਜੀ ਉਹਦੀਆਂ ਫਿਰ ਜੀ ਇੱਦਾਂ ਨਹੀਂ ਉੱਦਾਂ ਨਹੀਂ। ਇਹ ਪ੍ਰੇਮ ਨਹੀਂ ਹੈਗਾ। ਇਸ ਲਈ ਸਤਿਗੁਰਾਂ ਦਾ ਜਿਹੜੇ ਬਚਨ ਸੁਣਦੇ ਆ ਉਹਨਾਂ ਦੇ ਉੱਤੇ ਵਿਚਾਰ ਕਰੀਏ। ਉਹਨੇ ਕਿਹਾ ਕਿ ਪ੍ਰੇਮੀ ਸੁਣੋ ਪ੍ਰੇਮ ਕੀ ਬਾਤ। ਜਿਹੜੀ ਪ੍ਰੇਮ ਵਾਲੀ ਬਾਤ ਉਹਨਾਂ ਨੇ ਸਾਨੂੰ ਸੁਣਾਈ, ਉਹਨੂੰ ਅੱਛੀ ਤਰ੍ਹਾਂ ਸੁਣੀਏ ਕਿ ਪ੍ਰੇਮ ਕਹਿੰਦੇ ਕਿਹਨੂੰ ਆ। ਔਰ ਹੈ ਵੀ ਹੋਰ ਕੁਛ ਨਹੀਂ ਹੈ, ਨਾ ਵੀ ਆਈਏ ਕੋਈ ਗੱਲ ਨਹੀਂ ਹੈਗੀ। ਤੁਸੀਂ ਘਰ ਵੀ ਬੈਠੇ ਰਹੋਗੇ ਤਾਂ ਵੀ ਉੱਥੇ ਗੁਰੂ ਨਾਲ ਹੀ ਹੈ। ਗੁਰੂ ਉੱਥੋਂ ਵੀ ਬੇਨਤੀਆਂ ਸੁਣਦਾ ਹੈ, ਗੁਰੂ ਉੱਥੇ ਵੀ ਸੇਵਾ ਲੈਂਦਾ ਹੈ, ਗੁਰੂ ਉੱਥੇ ਵੀ ਕੰਮ ਕਰਦਾ ਹੈ। ਪਰ ਕਿਸ ਤਰ੍ਹਾਂ? ਪ੍ਰੇਮ ਕਹਿੰਦੇ ਸਾਚ ਕਹੂੰ ਸੁਣ ਲਿਓ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੁਸੀਂ ਪ੍ਰੇਮ ਘਰ ਬੈਠ ਕੇ ਵੀ ਕਰੋਗੇ, ਜੰਗਲਾਂ 'ਚ ਬੈਠ, ਜਿੱਥੇ ਮਰਜ਼ੀ, ਤੁਹਾਡੇ ਅੰਦਰ ਪ੍ਰੇਮ ਹੋਣਾ ਚਾਹੀਦਾ ਹੈ। ਪਰ ਪ੍ਰੇਮ ਜਗਾਉਣ ਵਾਸਤੇ ਸਾਨੂੰ ਗੁਰੂ ਦਾ ਸਹਾਰਾ ਠੀਕ ਹੈ ਲੈਣਾ ਪੈਂਦਾ ਹੈ।
ਪਰ ਜਦੋਂ ਉਸ ਛੱਤ ਦੇ ਉੱਤੇ ਪਹੁੰਚ ਗਏ, ਜਦੋਂ ਉਸ ਅਵਸਥਾ ਤੇ ਪਹੁੰਚ ਗਏ, ਉਹ ਪ੍ਰੇਮ ਵਾਲੀ ਅਵਸਥਾ ਦੇ ਉੱਤੇ, ਫਿਰ ਜਿੱਥੇ ਮਰਜ਼ੀ ਹੋਈਏ, ਫਿਰ ਕੋਈ ਨਹੀਂ, ਫਿਰ ਨਹੀਂ ਸਾਨੂੰ ਵਿਛੋੜਾ। ਤੇ ਜੇ ਉਹ ਨਹੀਂ ਗੱਲ ਬਣੀ ਪ੍ਰੇਮ ਵਾਲੀ, ਤਾਂ ਅਸੀਂ ਭਾਵੇਂ ਜਿਹੜੇ ਮਰਜ਼ੀ, ਭਾਵੇਂ ਜਿੱਥੇ ਜਿਹੜਾ ਮਰਜ਼ੀ ਕੋਈ ਖਾਸ ਸਥਾਨ ਐਸਾ ਹੈਗਾ, ਚਾਹੇ ਸ਼੍ਰੀ ਹਰਿਮੰਦਰ ਸਾਹਿਬ ਜਾ ਕੇ ਬੈਠ ਜਾਈਏ, ਹੇਮਕੁੰਟ ਸਾਹਿਬ ਜਾ ਕੇ ਬੈਠ ਜਾਈਏ, ਧਿਆਨਪੁਰ ਦਰਬਾਰ ਆ ਕੇ ਬੈਠ ਜਾਈਏ, ਹੋਰ ਕਿਤੇ ਜਾ ਕੇ ਬੈਠ ਜਾਈਏ, ਜੇ ਅਸੀਂ ਕਹੀਏ ਕਿ ਨਹੀਂ, ਫਿਰ ਨਹੀਂ ਕੋਈ ਗੱਲ। ਪ੍ਰੇਮ ਅੰਦਰ ਹੋਏਗਾ ਤੇ ਸਾਨੂੰ ਮਿਲੇਗਾ ਸਭ ਕੁਝ। ਔਰ ਇੱਕ ਕਈ ਵਾਰ ਮੈਂ ਕਿਹਾ ਕਿ ਜਿੱਥੇ ਪ੍ਰੇਮ ਆਏਗਾ ਉੱਥੇ ਡਰ ਵੀ ਨਾਲ ਹੀ ਆਏਗਾ। ਭੈ ਤੇ ਪ੍ਰੀਤ ਦੋਨੋਂ ਇਕੱਠੇ ਹੀ ਚੱਲਦੇ ਆ। ਜੇ ਅਸੀਂ ਕਹੀਏ ਨਹੀਂ ਪ੍ਰੀਤ ਤੇ ਸਾਨੂੰ ਹੈਗੀ ਹੈ, ਤੇ ਕੰਮ ਸਾਡੇ ਕੋਈ ਉਹੋ ਜਿਹੇ ਹੋਣਗੇ, ਕੋਈ ਮਾਸਾ ਸਾਨੂੰ ਕੋਈ ਗੱਲ ਕਰਨ ਲੱਗਿਆ ਨਾ ਪਤਾ ਲੱਗੇ ਅਸੀਂ ਕੀ ਕਰ ਰਹੇ ਹਾਂ, ਕੀ ਕਿੱਥੇ, ਸਾਨੂੰ ਕੋਈ ਡਰ ਹੀ ਨਾ ਹੋਵੇ, ਇਹਦਾ ਮਤਲਬ ਨਹੀਂ, ਧਿਆਨ ਦੇਈਏ, ਵਿਚਾਰ ਕਰੀਏ ਕਿ ਨਹੀਂ, ਅਜੇ ਗੱਲ ਨਹੀਂ ਹੈਗੀ। ਸੰਸਾਰੀ ਤੌਰ ਤੇ ਰਿਸ਼ਤੇ ਨਾਤੇ ਹੁੰਦੇ ਆ, ਅਸੀਂ ਗੱਲਾਂ ਬਾਤਾਂ ਕਰਨ ਲੱਗਿਆ ਡਰਦੇ ਹਾਂ ਕਿ ਯਾਰ ਕੋਈ ਗੱਲ ਇਸ ਤਰ੍ਹਾਂ ਦੀ ਨਾ ਹੋਵੇ। ਤੇ ਬਈ ਇਹ ਜਿੱਥੇ ਗੁਰੂ ਦੀ ਗੱਲ ਕਰ ਰਹੇ ਹਾਂ, ਮੈਂ ਤਾਂ ਕਹਿੰਦਾ ਕਿ ਉਹਨਾਂ ਕਹਿੰਦਾ ਇੱਕ ਚੁੱਪ 100 ਸੁੱਖ। ਜੇ ਨਹੀਂ ਕੋਈ ਸਮਝ ਤੇ ਕਮ ਸੇ ਕਮ ਅੰਦਰ ਚੁੱਪ ਰਹੀਏ, ਕਮ ਸੇ ਕਮ ਮਨ ਦੇ ਅੰਦਰ ਚੱਲ ਰਿਹਾ ਨਾ, ਉਹਦਾ ਦੋਸ਼ ਘੱਟ ਹੈ। ਜੇ ਮਨ ਦੇ ਅੰਦਰ ਚੱਲ ਰਿਹਾ ਗੁਰਮਤਿ ਫਰਮਾਉਣਾ, ਉਹਦਾ ਦੋਸ਼ ਘੱਟ ਹੈ। ਜਦੋਂ ਉਹਨੂੰ ਅਸੀਂ ਹੁਣ ਮਨ 'ਚ ਕੋਈ ਦੁਸ਼ਮਣ ਹੀ ਆ ਗਿਆ ਸਾਹਮਣੇ, ਦੇਖਣ ਨੂੰ ਦਿਲ ਨਹੀਂ ਕਰਨ ਦਿਆ, ਠੀਕ ਹੈ ਨਾ, ਦਿਲ ਕਰਨ ਦਿਆ ਤੇ ਮੂੰਹ ਤੇ ਮੈਂ ਥੱਪੜ ਮਾਰਾਂ, ਉਹ ਤੇ ਮਨ 'ਚ ਆ ਰਿਹਾ ਨਾ, ਕੋਈ ਗੱਲ ਨਹੀਂ ਹੈਗੀ। ਤੇ ਜੇ ਉਹਨੂੰ ਪ੍ਰਗਟ ਕਰ ਦਿੱਤਾ ਤੇ ਫਿਰ ਤੇ ਲੜਾਈ ਵੱਧ ਗਈ ਨਾ, ਉਸੇ ਵੇਲੇ ਝਗੜਾ ਵੱਧ ਗਿਆ। ਮਨ 'ਚ ਆਏ ਤਾਂ ਦੋਸ਼ ਘੱਟ ਹੈ, ਕਿਉਂਕਿ ਮਨ ਤਾਂ ਠੀਕ ਹੈ, ਪਰਮਾਤਮਾ ਨੂੰ ਪਤਾ ਕਿ ਇਹਦੇ ਨਹੀਂ, ਇਹਦੇ ਵਾਸਤੇ 'ਚ ਕੋਈ ਚੀਜ਼ ਹੈ। ਪਰ ਜਦੋਂ ਇਹ ਵਾਰ ਕਰੇਗਾ, ਕਿਉਂ ਕਹੀਦਾ ਹੁਣ ਨਿੰਦਿਆ ਚੁਗਲੀ ਦੀ ਕਈ ਵਾਰੀ ਕੀਤੀ ਕਿ ਨਾ ਕਰੀਏ ਨਿੰਦਿਆ ਚੁਗਲੀ, ਨਾ ਕਿਤੇ ਈਰਖਾਬਾਜ਼ੀ ਕਰੇ, ਕੀ ਕਰਨਾ, ਕੀ ਅੰਦਰ ਹੈਗਾ ਏ, ਚਲੋ ਹੈਗਾ ਏ ਤੇ ਅੰਦਰ ਠੀਕ ਹੈ, ਕੋਈ ਗੱਲ ਨਹੀਂ ਹੈਗੀ, ਹੈਗਾ ਤੇ ਕੋਈ ਸਤਿਗੁਰੂ ਜਾਣਦੇ ਨੇ, ਬੇਨਤੀ ਕਰੀਏ ਕਿ ਸਤਿਗੁਰੂ ਜੀ ਦਇਆ ਕਿਰਪਾ ਕਰੋ, ਮੇਰੇ ਅੰਦਰੋਂ ਇਹ ਕੋੜ ਕੱਢੋ ਬਾਹਰ। ਪਰ ਆਪਾਂ ਨਾ ਕਿ ਉਹ ਹਰ ਜਿੱਥੇ ਖਲੋਈਏ ਉੱਥੇ ਹੀ ਉਹ ਚੀਜ਼ਾਂ, ਉੱਥੇ ਹੀ ਉਹ ਗੱਲਾਂ, ਉਹੀ ਗੱਲਾਂ। ਔਰ ਜਿਹੜੀ ਗੱਲ ਆ ਗਈ, ਫਿਰ ਵੇਖੋ ਜਿੱਥੇ ਜਿਹਨੇ ਸਾਨੂੰ ਸਭ ਤੋਂ ਵੱਧ ਬਚਾਉਣਾ ਹੈ, ਜਿਹੜੀ ਸਾਡੀ ਢਾਲ ਹੈ, ਜਾਂ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਗੁਰੂ ਕਹਿੰਦੇ ਹਾਂ, ਜਦੋਂ ਸਾਡਾ ਉਹਦੇ ਤੋਂ ਵਿਸ਼ਵਾਸ ਨਹੀਂ, ਉਹਦੀਆਂ ਹੀ ਅਸੀਂ ਉਹ ਚੀਜ਼ਾਂ ਉਹ ਕਰੀ ਜਾਂਦੇ ਹਾਂ ਕਿ ਬਈ ਆਹ ਚੀਜ਼ ਨਹੀਂ, ਆਹ ਚੀਜ਼ ਇੱਦਾਂ ਵਾ, ਇਹਦਾ ਮਤਲਬ ਕਿ ਅਸੀਂ ਚੇਲੇ ਨਹੀਂ, ਅਸੀਂ ਗੁਰੂ ਹਾਂ। ਅਸੀਂ ਗੁਰੂ ਹਾਂ। ਫਿਰ ਵੀ ਫਿਰ ਤੇ ਕੋਈ ਲੋੜ ਹੀ ਨਹੀਂ ਕਿਸੇ ਚੀਜ਼ ਦੀ। ਫਿਰ ਅਸੀਂ ਗੁਰੂ ਕੋਲੋਂ ਸਾਨੂੰ ਕੀ ਚਾਹੀਦਾ ਹੈ? ਗੁਰੂ ਦੂਰੀ ਵੀ ਸਾਡੀ ਇਸੇ ਕਰਕੇ ਹੀ ਹੁੰਦੀ ਹੈ। ਚੇਲੇ ਨਾਲ ਤਾਂ ਜਾਂ ਸ਼ਿਸ਼ ਨਾਲ ਤੇ ਉਹ ਬਈ ਗੁਰੂ ਦੀ ਕੋਈ ਦੂਰੀ ਨਹੀਂ। ਤੇ ਬਈ ਉਹ ਕਹਿੰਦਾ ਨਾ, ਏਕ ਮਿਆਨ ਮੇਂ ਦੋ ਖੜਗ ਵਾਲੀ ਗੱਲ, ਉਹ ਕਿੱਦਾਂ ਗੱਲ ਬਣੇਗੀ? ਆਪਾਂ ਤਾਂ ਜਦੋਂ ਜੇ ਸਿਆਣੇ ਆ, ਤਾਂ ਸਿਆਣ ਕਿਹਾ ਕਿ ਬਈ ਉਹ ਉਸ ਤਰੀਕੇ ਨਾਲ ਨਹੀਂ, ਗੁਰਮਤਿ ਦੇ ਬਚਨਾਂ ਨੂੰ ਮੰਨ ਕੇ ਚੱਲ ਕੇ ਤੇ ਫਿਰ ਗੁਰੂ ਦੀ ਸਮਝ ਆਏਗੀ, ਤੇ ਇਹਦੇ ਸਾਰੇ ਜਿਹੜੇ ਪਰਦੇ ਖੁੱਲ ਜਾਣਗੇ। ਹਾਂਜੀ ਬੇਟੇ, ਅੱਗੇ ਕਰ ਦਿਓ। ਅਗਿਆਨ ਅੰਧੇਰਾ ਬਿਨਸ ਬਿਨਾਸਿਓ, ਕਰ ਵਸਤ ਲਈ ਮਨ ਜਾਗੇ। ਫਰਮਾਇਆ ਕਿ ਅਗਿਆਨ ਅੰਧੇਰਾ ਬਿਨਸ ਬਿਨਾਸਿਓ, ਘਰ ਵਸਤ ਲਈ ਮਨ ਜਾਗੇ। ਜਦੋਂ ਮਨ ਜਾਗ ਜਾਂਦਾ ਹੈ ਤੇ ਫਿਰ ਕਹਿੰਦੇ ਘਰ ਦੇ ਵਿੱਚ ਹੀ ਬੈਠਿਆ, ਕਹਿੰਦੇ ਕਿ ਮੈਨੂੰ ਉਹ ਚੀਜ਼ ਮਿਲ ਗਈ ਜਿਹਨੂੰ ਮੈਂ ਬਾਹਰ ਲੱਭਦਾ ਫਿਰਦਾ ਸੀ। ਬਾਹਰ ਲੱਭਦਾ ਫਿਰਦਾ ਸੀ, ਪਰ ਚੀਜ਼ ਘਰ ਦੇ ਵਿੱਚ ਸੀ। ਹੁਣ ਜਿਸ ਤਰ੍ਹਾਂ ਸੁਣਾਇਆ ਕਿ ਸੂਈ ਕਿਸੇ ਦੀ ਕੋਈ ਜਿਸ ਤਰ੍ਹਾਂ ਮਾਈ ਦੀ ਗਵਾਚੀ, ਤੇ ਉਹ ਸੜਕ ਦੇ ਉੱਤੇ ਲੱਭਦੀ ਫਿਰੇ, ਤੇ ਲੜਦੀ ਫਿਰੇ, ਕਿੰਨੇ ਜਣੇ ਆ ਗਏ, ਕਹਿੰਦੇ ਕੀ ਮਾਤਾ ਲੱਭਦੀ ਪਈ? ਕਹਿੰਦੇ ਮੇਰੀ ਨਾ ਕੋਈ ਚੀਜ਼ ਗਵਾਚ ਗਈ ਹੈ। ਚਲੋ ਕੁਛ ਵੀ, ਉਹ ਕਹਿੰਦੇ ਕਿ ਸਾਰੇ ਜਣੇ ਲੱਭਣ ਲੱਗ ਪਏ, ਅੱਧਾ ਘੰਟਾ ਪੌਣਾ ਘੰਟਾ ਲੱਭਦੇ ਰਹੇ, ਲੱਭੀ ਨਾ। ਫਿਰ ਉਹ ਕਹਿੰਦੇ ਮਾਤਾ ਕਿੱਥੇ ਰੱਖੀ, ਕਿੱਥੇ ਗਵਾਚੀ ਕਿੱਥੇ ਆ? ਕਹਿੰਦੀ ਗਵਾਚੀ ਤੇ ਘਰ ਸੀ ਵੈਸੇ। ਤੇ ਕਹਿੰਦੇ ਇੱਥੇ ਕੋਈ ਲੱਭਦੀ ਪਈ? ਕਹਿੰਦੇ ਉੱਥੇ ਅੰਧੇਰਾ ਹੈ ਨਾ, ਲਾਈਟ ਨਹੀਂ ਆਉਂਦੀ ਉੱਥੇ, ਇੱਥੇ ਲਾਈਟ ਜਗਣ ਦੀ ਤਾਂ ਲੱਭਣ ਦੀ ਹੈ। ਬਈ ਜਿੱਥੇ ਅੰਧੇਰਾ ਹੈ, ਉੱਥੇ ਜਿੱਥੇ ਚੀਜ਼ ਗਵਾਚੀ ਉੱਥੇ ਲੱਭਣੀ ਪਊਗੀ। ਹੁਣ ਉੱਥੇ ਅੰਧੇਰਾ ਜਿਹੜਾ ਆ ਸਾਡੇ ਅੰਦਰ ਆ। ਕਈ ਵਾਰ ਅਸੀਂ ਸੁਣਿਆ ਕਿ ਮਾਲਕ ਵੀ ਅੰਦਰ ਹੀ ਹੈ, ਜਿਹਨੂੰ ਮਿਲਿਆ ਆਪਣੇ ਕੋਲੋਂ ਹੀ ਮਿਲਿਆ। ਹੁਣ ਅਸੀਂ ਉਹ ਜਦੋਂ ਅੰਦਰ ਸਾਡੇ ਅੰਧੇਰਾ, ਸਾਨੂੰ ਗੱਲ ਨਹੀਂ ਬਣਦੀ, ਤੇ ਕਿੱਦਾਂ ਚੈਨ ਆਏਗਾ? ਪਰ ਜਦੋਂ ਸਤਿਗੁਰਾਂ ਦੀ ਵਚਨਾਂ ਦੇ ਉੱਤੇ ਚੱਲ ਕੇ ਉਹਨਾਂ ਦੀ ਦਇਆ ਪ੍ਰਾਪਤ ਹੋਈ, ਅੰਧੇਰਾ ਦੂਰ ਹੋ ਗਿਆ, ਤੇ ਉਹਨਾਂ ਨੇ ਕਿਹਾ ਘਰ ਦੇ ਵਿੱਚ ਹੀ ਉਹ ਜਿਹੜੀ ਚੀਜ਼ ਜਿਹੜੀ ਸੀ, ਜਿਹਨੂੰ ਮੈਂ ਬਾਹਰ ਲੱਭਦਾ ਪਿਆ ਸੀ, ਉਹ ਘਰ ਦੇ ਵਿੱਚ ਹੀ ਮਿਲ ਗਈ। ਹਾਂਜੀ ਅੱਗੇ ਬੇਟੇ। ਸਾਕਤ ਬਦਿਕ ਮਾਇਆ ਧਾਰੀ, ਤਿਨ ਜਮ ਜੋਨੀ ਲਾਗੇ, ਉਨ ਸਤਿਗੁਰ ਆਗੇ
ਸੀਸ ਨਾ ਵੇਚਿਆ, ਓਏ ਆਵੇ ਜਾਏ ਅਪਾਗੇ। हमरा बिनो सुनो प्रभ ठाकुर, हम शरण प्रभु हर मागे। जन नानक की लाज पात गुरु है, सिर बेचियो सतगुर आगे। ਰਾਧਾ ਸਤਿਗੁਰਾਂ ਨੇ ਬੜੇ ਪਿਆਰ ਦੇ ਨਾਲ ਹਰ ਚੀਜ਼ ਹੀ ਜ਼ਿੰਦਗੀ ਦਾ ਜੋ ਜੀਵਨ ਦਾ ਭੇਤ ਹੈ ਸਾਰਾ ਹੀ ਬਖਸ਼ ਦਿੱਤਾ ਛੋਟੇ ਜਿਹੇ ਬਚਨ ਦੇ ਵਿੱਚ ਹੀ, ਕਿ ਜਿਨ੍ਹਾਂ ਨੇ ਆਪਣਾ ਆਪ ਨੂੰ ਉਸ ਸਤਿਗੁਰਾਂ ਦੇ ਚਰਨਾਂ 'ਚ ਭੇਟ ਦਿੱਤਾ, ਵੇਚ ਦਿੱਤਾ, ਉਹਨਾਂ ਨੂੰ ਤਾਂ ਸਭ ਕੁਛ ਮਿਲ ਗਿਆ, ਉਹਦੇ ਡਰ ਭਰਮ ਸਾਰੇ ਦੂਰ ਹੋ ਗਏ। ਔਰ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਕਿ ਸਾਕਤ ਬਦਿਕ ਮਾਇਆ ਧਾਰੀ, ਜਿਨ ਤਿੰਨ ਜਮ ਜੋਹਨ ਲਾਗੇ, ਉਹਨੂੰ ਸਤਿਗੁਰ ਆਗੇ ਸ਼ੀਸ਼ ਨਾ ਵੇਚਿਆ, ਓਏ ਆਵੇ ਜਾਵੇ ਅਭਾਗੇ। ਕਹਿੰਦੇ ਜਿਨ੍ਹਾਂ ਨੇ ਜਿਹੜੇ ਇਸ ਸੰਸਾਰ ਦੀ ਮਾਇਆ ਦੇ ਵਿੱਚ ਹੀ ਹਰ ਵੇਲੇ ਰੰਗੇ ਰਹੇ, ਕਦੀ ਉਹਨਾਂ ਨੂੰ ਗੁਰੂ ਦੀ ਯਾਦ ਨਾ ਆਈ, ਕਦੀ ਗੁਰੂ ਦੇ ਵਚਨਾਂ 'ਤੇ ਚੱਲੇ ਨਾ, ਜਿਨ੍ਹਾਂ ਨੇ ਆਪਣੇ ਆਪ ਨੂੰ ਭੇਟ ਹੀ ਨਹੀਂ ਕੀਤਾ ਗੁਰੂ ਦੇ ਅੱਗੇ, ਕਹਿੰਦੇ ਉਹਨਾਂ ਦਾ ਆਵਣ ਜਾਵਣ ਨਹੀਂ ਮੁੱਕਿਆ। ਉਹ 84 'ਚ ਹੀ ਪਏ ਰਹੇ। ਕਈ ਵਾਰ ਸੇਠ ਸ਼ਾਹੂਕਾਰ ਬਣੇ, ਕਈ ਵਾਰ ਗਧੇ ਬਣੇ, ਕਈ ਵਾਰ ਉਹ ਕੁੱਕਰ ਬਣੇ, ਕਈ ਵਾਰ ਉਹ ਰਾਜੇ ਮਹਾਰਾਜੇ ਬਣੇ। ਆਪਣੇ ਕਰਮਾਂ ਦੇ ਮੁਤਾਬਕ ਸ਼ੁਭ ਕਰਮ ਕੀਤੇ, ਸ਼ੁਭ ਫਲ ਮਿਲ ਗਿਆ, ਮੰਦੇ ਕਰਮ ਕੀਤੇ, ਮਾੜੇ ਜਿਹੜਾ ਉਹੋ ਜਿਹੀ ਜੋਨੀ ਮਿਲ ਗਈ। ਪਰ ਉਹਨਾਂ ਦਾ ਜਿਹੜਾ ਇਹ 84 ਦਾ ਗੇੜ ਮੁੱਕਿਆ ਨਹੀਂ ਕਦੇ ਵੀ। ਉਹ ਗੇੜ ਕਿੰਨੇ ਮੁਕਾਉਣਾ ਹੈ? ਗੁਰੂ ਨੇ ਹੀ, ਕਿਉਂਕਿ ਸਤਿਗੁਰ ਹੀ ਸਾਨੂੰ ਇੱਕ ਐਸਾ ਰਸਤਾ ਦਿਖਾਉਂਦੇ ਨੇ, ਨਾ ਪੁੰਨ ਤੇ ਨਾ ਪਾਪ ਉੱਤੇ। ਦੁਨੀਆ ਦੇ ਵਿੱਚ ਪੁੰਨਾਂ ਪਾਪਾਂ ਤੇ ਚੱਲਣ ਦਿਆ। ਕੋਈ ਕਹਿੰਦਾ ਵੱਧ ਤੋਂ ਵੱਧ ਦਾਨ ਕਰੋ, ਫਿਰ ਬਾਅਦ ਦਾਨ ਕਰ ਲਓ, ਫਿਰ ਦਾਨ ਲੈਣ ਵਾਸਤੇ ਫਿਰ ਆਵੋ। ਸ਼ੁਭ ਕਰਮ ਕਰ ਲਓ, ਫਿਰ ਸ਼ੁਭ ਕਰਮਾਂ ਦਾ ਫਲ ਭੁਗਤਣ ਵਾਸਤੇ ਆਓ। ਮਾੜੇ ਕਰਮ ਕਰ ਲਓ ਤੇ ਮਾੜੀ ਉਹਦੀ ਸਜ਼ਾ ਪਾਉਣ ਵਾਸਤੇ ਫਿਰ ਆਓ। ਪਰ ਸਤਿਗੁਰ ਇੱਕ ਐਸਾ, ਜਿਸ ਤਰ੍ਹਾਂ ਤਰਾਜੂ ਨੂੰ ਬੈਲੈਂਸ ਕਰੀਦਾ ਹੈ, ਨਾ ਇੱਧਰ ਵੱਧ ਨਾ ਘੱਟ, ਨਾ ਕਿਸੇ ਪਾਸੇ ਵੀ, ਐਂ ਬਿਲਕੁਲ ਬਰਾਬਰ ਕਰਕੇ ਤੇ ਜਿਸ ਚੀਜ਼ ਨੂੰ ਜਿਸ ਤਰ੍ਹਾਂ ਅੱਗੇ ਕਰ ਦਿੰਦੇ ਨੇ। ਔਰ ਇਹ ਭੇਤ ਜਿਹੜਾ ਸਤਿਗੁਰ ਹੀ ਦੱਸਦੇ ਨੇ। ਔਰ ਕਰਦਿਆਂ ਜਦੋਂ ਅਸੀਂ ਉਹਨਾਂ ਦੇ ਵਿਸ਼ਵਾਸ ਕਰਕੇ ਬਚਨਾਂ ਦੇ ਵਿੱਚ ਆਉਣਾ ਸ਼ੁਰੂ ਕਰ ਦਿੱਤਾ, ਤੇ ਸਤਿਗੁਰ ਇਹਦੇ ਵੀ ਜਿਹੜੀ ਹੈ ਆਉਣ ਜਾਣ ਦਾ ਗੇੜ ਮੁਕਾ ਦਿੰਦੇ ਨੇ। ਇਹਨੂੰ ਜਿੰਦਿਆਂ ਜੀ ਹੀ ਮੁਕਤੀ ਦੇ ਦਿੰਦੇ ਨੇ, ਮਰ ਕੇ ਨਹੀਂ, ਜਿੰਦਿਆਂ ਜੀ ਇਹਨੂੰ ਮੁਕਤੀ ਦਿੰਦੇ। ਇਹਨੂੰ ਪਤਾ ਲੱਗਦਾ ਹੈ ਕਿ ਬਈ ਹੁਣ ਮੇਰਾ ਕੋਈ ਨਹੀਂ, ਲੇਖਾ ਹੀ ਨਹੀਂ ਕੋਈ, ਕਿਸੇ ਦਾ ਕੋਈ ਲੈਣ ਦੇਣ ਨਹੀਂ ਆ, ਕਿਸੇ ਦਾ ਮੈਂ ਕੋਈ ਡਰ ਭੈ ਨਹੀਂ ਆ ਮੇਰੇ ਅੰਦਰ, ਕਿਸੇ ਨਾਲ ਮੇਰੀ ਈਰਖਾ ਦਵੇਸ਼ ਨਹੀਂ ਹੈਗਾ, ਸਭ ਪਾਸੋਂ ਮੈਂ ਫਰੀ ਹਾਂ, ਤਾਂ ਬਈ ਮੁਕਤੀ ਹੋ ਗਈ। ਅੱਗੇ ਫਰਮਾਇਆ, ਹਮਰਾ ਬਿਨੋ ਸੁਣੋ ਪ੍ਰਭ ਠਾਕਰ, ਹਮ ਸ਼ਰਨ ਪ੍ਰਭ ਹਰ ਮੰਗੇ। ਕਹਿੰਦੇ ਸਤਿਗੁਰੂ ਜੀ ਇਹੋ ਹੀ ਬੇਨਤੀ ਹੈ ਤੁਹਾਡੇ ਅੱਗੇ, ਬਸ ਕਿਰਪਾ ਕਰੋ। ਇਹੋ ਹੀ ਬੇਨਤੀ ਕਰਦੇ ਹਾਂ ਕਿ ਸਾਨੂੰ ਆਪਣੀ ਸ਼ਰਨ ਦੇ ਵਿੱਚ ਰੱਖੋ, ਆਪਣੀ ਸ਼ਰਨ ਦੇ ਵਿੱਚ ਰੱਖੋ, ਆਪਣੇ ਬਣਾ ਕੇ ਰੱਖੋ। ਕਦੀ ਵੀ ਅਸੀਂ ਵਿਛੜੀਏ ਨਾ ਤੁਹਾਡੇ ਤੋਂ, ਕਦੀ ਵੀ ਤੁਹਾਡੇ ਬਚਨਾਂ ਤੋਂ ਕਦੀ ਬਾਹਰ ਨਾ ਜਾਈਏ। ਅੱਗੇ ਫਰਮਾਇਆ, ਜਨ ਨਾਨਕ ਕੀ ਲੱਜਪਤ ਗੁਰੂ ਹੈ, ਸਿਰ ਵੇਚਿਓ ਸਤਿਗੁਰ ਆ ਕੇ। ਕਿ ਸਤਿਗੁਰੂ ਜੀ ਇਹ ਸਿਰ ਹੁਣ ਤੁਹਾਡੇ ਸਾਹਮਣੇ ਭੇਟ ਕਰ ਦਿੱਤਾ ਹੈ, ਹੁਣ ਮੈਨੂੰ ਕਾਹਦਾ ਫਿਕਰ ਹੈ? ਮੈਂ ਤੇ ਦੇ ਦਿੱਤੀ ਇਹ ਚੀਜ਼, ਹੁਣ ਮੈਨੂੰ ਇਹਦੀ ਕੋਈ ਪਰਵਾਹ ਨਹੀਂ ਹੁਣ ਹੈਗੀ। ਕੋਈ ਮਾੜਾ ਕਹਿੰਦਾ ਹੈ, ਕੋਈ ਚੰਗਾ ਕਹਿੰਦਾ ਹੈ, ਉਹ ਤਾਂ ਹੁਣ ਤੁਹਾਨੂੰ ਲਾਜ ਹੈ ਨਾ ਇਸ ਚੀਜ਼ ਦੀ। ਤੁਹਾਡੇ ਕੋਲ ਹੁਣ ਇਹ ਜਿਹੜੀ ਭੇਟ ਹੁਣ ਮੇਰੀ ਨਹੀਂ ਹੈਗੀ, ਇਸ ਕਰਕੇ ਮੇਰੇ ਫਿਕਰ ਸਭ ਮੁੱਕ ਗਏ ਨੇ, ਮੈਨੂੰ ਮੇਰੀਆਂ ਟੈਨਸ਼ਨਾਂ ਸਭ ਖਤਮ ਹੋ ਗਈਆਂ ਨੇ, ਹੁਣ ਮੈਂ ਤੁਹਾਡਾ ਬਣ ਗਿਆ। ਇਸੇ ਤਰ੍ਹਾਂ ਹੀ ਜਦੋਂ ਸਿੱਖ ਗੁਰੂ ਦਾ ਨੂੰ ਆਪਣੇ ਆਪ ਭੇਟ ਕਰ ਦਿੰਦਾ, ਫਿਰ ਇਹ ਕਿੱਦਾਂ ਇਹ ਕਹਿ ਸਕਦਾ ਹੈ ਕਿ ਮੈਂ ਦੁਖੀ ਹਾਂ? ਕਿੱਦਾਂ ਕਹਿ ਸਕਦਾ ਹੈ ਕਿ ਵੀ ਆ ਫਿਰ ਉਸੇ, ਜਦੋਂ ਇਹਨੇ ਭੇਟ ਹੀ ਕਰ ਦਿੱਤਾ ਆਪਣੇ ਆਪ ਨੂੰ। ਇਹੋ ਹੀ ਸਭ ਤੋਂ ਵੱਡੀ ਜਿਹੜੀ ਚੀਜ਼ ਹੈ, ਪਤਾ ਲੱਗਦਾ ਹੈ ਕਿ ਬਈ ਨਹੀਂ, ਅਸੀਂ ਆਪਣੇ ਆਪ ਨੂੰ ਜਦੋਂ ਤੱਕ ਭੇਟ ਨਹੀਂ ਕੀਤਾ, ਉਦੋਂ ਤੱਕ ਹੀ ਸਾਨੂੰ ਸਾਰੀਆਂ ਜਿੰਨੀਆਂ ਵੀ ਸਾਡੀਆਂ ਰੋਸੇ ਚੀਜ਼ਾਂ ਨੇ ਉਦੋਂ ਤੱਕ ਹੀ ਨੇ, ਜਦੋਂ ਤੱਕ ਅਸੀਂ ਉਹਦੇ ਬਣੇ ਨਹੀਂ, ਜੇ ਉਹਨੂੰ ਭੇਟ ਨਹੀਂ ਕੀਤਾ। ਜਦੋਂ ਕਰ ਦਿੱਤਾ ਤੇ ਫਿਰ ਤੇ ਬਈ ਸਾਰੀਆਂ ਟੈਨਸ਼ਨਾਂ ਖਤਮ, ਫਿਰ ਤੇ ਗੁਰੂ ਨੂੰ ਲਾ ਜੇ, ਫਿਰ ਗੁਰੂ ਜੋ ਮਰਜ਼ੀ ਕਰਵਾਵੇ। ਮੈਂ ਅੱਗੇ ਵੀ ਕਈ ਵਾਰ ਸੁਣਾਇਆ ਹੈ ਕਿ ਸਤਿਗੁਰੂ ਆਪਣਾ ਪਹਿਲੀ ਪਾਤਸ਼ਾਹ ਪਹਿਲੇ ਸਰੂਪ ਦੇ ਵਿੱਚ ਜਦੋਂ ਤਰਨ ਤਾਰਨ ਦਰਬਾਰ ਦੇ ਵਿੱਚ ਗਏ, ਜੋ ਵੀ ਗੁਰੂ ਮਹਾਰਾਜ ਦੇ ਹੁਕਮ ਦੇ ਅਨੁਸਾਰ ਸਾਰਾ ਚੱਲ ਰਿਹਾ ਸੀ। ਘਰ ਦੇ ਵਿੱਚ ਬਹੁਤ ਜਿਹੜੀ ਸੀ ਕਹਿੰਦੇ ਤੰਗੀ ਆ ਗਈ,
ਇੱਕ ਵਾਰ ਗੁਰੂ ਮਹਾਰਾਜ ਜੀ ਉੱਥੇ ਡਿਊਟੀ 'ਤੇ ਸੀ, ਕਾਫੀ ਘਰ ਦੇ ਵਿੱਚ ਗੁਰੂ ਮਹਾਰਾਜ ਆਪਣੇ ਮੌਜ ਦੇ ਵਿੱਚ ਉੱਥੇ ਡਿਊਟੀ ਕਰਨੀ, ਡਿਊਟੀ ਕਰਨ ਤੋਂ ਬਾਅਦ ਬਾਬਾ ਜੀ ਦੇ ਉੱਥੇ ਚੱਲ ਜਾਣਾ ਚਰਨਾਂ ਦੇ ਵਿੱਚ, ਸੇਵਾ 'ਤੇ ਚਲੇ ਜਾਣਾ, ਉੱਥੇ ਸੇਵਾ ਦੇ ਵਿੱਚ ਰਹਿਣਾ। ਘਰ ਦੇ ਵਿੱਚ ਠੀਕ ਹੈ, ਸਤਿਗੁਰਾਂ ਨੇ ਭਗਤੀ ਕਰਾਉਣੀ ਸੀ, ਸਭ ਕੁਛ ਸਤਿਗੁਰਾਂ ਦਾ ਕੋਰਸ, ਪਰ ਗੁਰੂ ਮਹਾਰਾਜ ਨੇ ਵਚਨ ਫਰਮਾਏ ਸੀ ਕਿ ਬਈ ਆਪਣੇ ਉਸ ਉੱਥੋਂ ਦਾ ਜਿਹੜਾ ਆਪਣੀ ਜ਼ਮੀਨ ਦਾ ਨਹੀਂ ਅੰਨ ਨਹੀਂ ਖਾਣਾ ਕੋਈ, ਜਾਂ ਕੋਈ ਵੀ ਉੱਥੋਂ ਦੀ ਕੋਈ ਚੀਜ਼ ਨਹੀਂ ਲੈਣੀ, ਸਭ ਕੁਛ ਸਤਿਗੁਰਾਂ ਨੇ ਛੱਡਿਆ ਸੀ। ਇੱਕ ਦਿਨ ਘਰ 'ਚ ਇੰਨੀ ਦੱਸਦੇ ਕੋਈ ਚੀਜ਼ ਆ ਗਈ ਕਿ ਘਰ ਦੇ ਵਿੱਚ ਆਟਾ ਵੀ ਨਹੀਂ ਸੀ ਖਾਣ ਨੂੰ ਹੈਗਾ। ਘਰ ਦੇ ਵਿੱਚ ਪਰਿਵਾਰ ਸਾਰੇ ਬੈਠੇ ਸੀ, ਬੜਾ ਮੁਸ਼ਕਿਲ ਚੱਲ ਰਹੀ ਸੀ, ਮਨ ਦੇ ਵਿੱਚ ਕਈ ਚੀਜ਼ਾਂ ਆ ਰਹੀਆਂ ਸੀ ਕਿ ਦੇਖੋ ਕਈ ਰੋਸ ਵੀ ਆ ਰਹੇ ਸੀ ਘਰ ਦੇ। ਇੰਨੀ ਦੇਰ ਨੂੰ ਕਹਿੰਦੇ ਆ ਕਿ ਇੱਕ ਮਤਲਬ ਕੋਈ ਕਾਂ ਉੱਡ ਕੇ ਆਇਆ, ਤਾਂ ਉਹ ਆਣ ਕੇ ਬਨੇਰੇ ਜਿੱਤੇ ਜਾਂ ਕਿਤੇ ਲਾਗੇ ਕੋਈ ਤੇ ਬੈਠਾ, ਕਿਤੇ ਉਹਦੇ ਮੂੰਹ 'ਚ ਇੱਕ ਗੰਦਾ ਜਿਹਾ ਰੁਮਾਲ ਫੜਿਆ ਸੀ। ਉਹ ਉੱਥੇ ਮਤਲਬ ਜਦੋਂ ਬੈਠਾ ਤੇ ਬੈਠ ਕੇ ਉਸੇ ਲੋਡਣ ਲੱਗਾ ਤੇ ਮੂੰਹ 'ਚ ਰੁਮਾਲ ਡਿੱਗ ਪਿਆ ਉਹਦੇ, ਤੇ ਮਾਤਾ ਜੀ ਨੇ ਕਿ ਸ਼ਾਇਦ ਉਹਨਾਂ ਨੇ ਵੱਡੇ ਭਾਈ ਉਹਨਾਂ ਨੇ ਜਿਸ ਤਰ੍ਹਾਂ ਕੱਢ ਕੇ ਤੇ ਵੇਖਿਆ ਖੋਲ ਕੇ, ਤੇ ਉਹਦੇ ਵਿੱਚ ਸ਼ਾਇਦ ਉਸ ਟਾਈਮ ਤੇ ਪਤਾ ਨਹੀਂ ਕਿ ਕਹਿੰਦੇ 1.5 ਰੁਪਈਆ ਕਿ ਸ਼ਾਇਦ 2.5 ਰੁਪਏ ਇਸ ਤਰ੍ਹਾਂ ਕੁਛ ਸੀ। ਘਰ ਦੇ ਵਿੱਚ ਬਹੁਤ ਆਈ ਸੀ ਪ੍ਰੋਬਲਮ, ਤੰਗੀ ਸੀ। ਚਲੋ ਉਹਨਾਂ ਨੇ ਮਨ 'ਚ ਆਇਆ ਕਿ ਬਈ ਮਨ 'ਚ ਪਹਿਲਾਂ ਆਇਆ ਕਿ ਨਹੀਂ ਇਸ ਤਰ੍ਹਾਂ ਉਸ ਤਰ੍ਹਾਂ ਪਤਾ ਨਹੀਂ ਕਿੱਥੋਂ ਆ, ਕਿਸ ਤਰ੍ਹਾਂ ਪੈਸੇ ਆ, ਫਿਰ ਆਇਆ ਕਿ ਬਈ ਸਤਿਗੁਰਾਂ ਨੇ ਭੇਜੇ ਹੋਣਗੇ, ਪਤਾ ਕਿ ਘਰ ਭੁੱਖੇ ਬੈਠੇ ਆ। ਉਹ ਲੈ ਕੇ ਜੋ ਵੀ ਥੋੜ੍ਹਾ ਬਹੁਤਾ ਰਾਸ਼ਨ ਵਗੈਰਾ ਲਿਆਂਦਾ, ਖਾਧਾ ਪੀਤਾ ਜੋ ਵੀ ਹੈ। ਥੋੜ੍ਹੇ ਦਿਨ ਬਾਅਦ ਜਦੋਂ ਗੁਰੂ ਮਹਾਰਾਜ ਜੀ ਘਰ ਆਏ ਤੇ ਸਾਰੀ ਗੱਲਬਾਤ ਉਹਨਾਂ ਨੂੰ ਦੱਸੀ, ਗੁਰੂ ਮਹਾਰਾਜ ਜੀ ਬਹੁਤ ਹੀ ਵਿਰਾਗ 'ਚ ਆਏ। ਗੁਰੂ ਮਹਾਰਾਜ ਫਰਮਾਉਣ ਲੱਗੇ ਕਿ ਬਈ ਕਹਿਣ ਲੱਗੇ ਕਿ ਬਈ ਕੋਈ ਨਹੀਂ, ਹੋਰ ਨਹੀਂ ਹੈ, ਮੇਰੇ ਸਤਿਗੁਰ ਆਏ ਸੀ। ਕਿ ਵੀ ਮੈਂ ਤਾਂ ਢਿੱਲਾ ਮਠਿੱਲਾ, ਮੈਂ ਤੇ ਨਹੀਂ ਉਸ ਚੀਜ਼ ਨੂੰ ਕਰ ਪਾਉਂਦਾ, ਪਰ ਬਈ ਜਿਨ੍ਹਾਂ ਦੀ ਸੇਵਾ 'ਚ ਆ ਉਹਨਾਂ ਨੂੰ ਫਿਕਰ ਹੈ ਸਾਰਾ। ਗੁਰੂ ਮਹਾਰਾਜ ਫਰਮਾਉਣ ਲੱਗੇ ਕਿ ਮੇਰੇ ਸਤਿਗੁਰਾਂ ਨੂੰ ਮੇਰੇ ਵਾਸਤੇ ਕਾਂ ਵੀ ਬਣਨਾ ਪਿਆ। ਬੜੇ ਵਿਰਾਗ 'ਚ ਆਏ ਬਹੁਤ। ਫਿਰ ਸਾਰਿਆਂ ਨੂੰ ਨਾਲ ਲੈ ਕੇ ਤੇ ਬਈ ਉੱਥੇ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਤਰਨ ਤਾਰਨ ਉੱਥੇ ਗਏ। ਬਾਬਾ ਜੀ ਕੋਲ ਬੈਠ ਕੇ ਅਤੇ ਉਹਨਾਂ ਨੂੰ ਬੇਨਤੀ ਕਰਨੀ ਸੀ, ਪਰਿਵਾਰ ਨੂੰ ਸਭ ਨੂੰ ਦੱਸਿਆ। ਹੁਣ ਘਰ ਚਲੋ ਸ਼ੁਕਰਾਨਾ ਵੀ ਕੀਤਾ, ਸਭ ਕੁਛ ਕੀਤਾ, ਅਤੇ ਕਹਿਣ ਲੱਗੇ ਮਨ 'ਚ ਭਾਵ ਇਹ ਹੋਰ ਕੋਈ ਨਹੀਂ, ਭਾਵ ਇਹੋ ਹੀ ਕਿ ਮੇਰੇ ਵਾਸਤੇ ਮੇਰੇ ਸਤਿਗੁਰ ਨੂੰ ਕਿੰਨੀਆਂ ਤਕਲੀਫਾਂ ਉਠਾਉਣੀਆਂ ਪੈਂਦੀਆਂ ਨੇ, ਅਤੇ ਜੇ ਸਤਿਗੁਰ ਦਇਆ ਕਿਰਪਾ ਕਰਨ ਥੋੜ੍ਹਾ ਹੋਵੇ ਤਾਂ ਬਈ ਇਹੋ ਜਿਹੀ ਨਾ ਮੁਸ਼ਕਿਲ ਆਵੇ। ਅਤੇ ਪਰਿਵਾਰ 'ਚ ਸਭ ਨੂੰ ਦੱਸ ਦਿੱਤਾ ਕਿ ਵੀ ਇਸ ਤਰ੍ਹਾਂ ਬੇਨਤੀ ਕਰਨੀ, ਉਹ ਕਰਨਾ ਜਾਂ ਜੋ ਵੀ ਹੈ। ਅਤੇ ਸਾਰਿਆਂ ਨੇ ਜਾ ਕੇ ਮੱਥਾ ਟੇਕਿਆ। ਬਾਬਾ ਜੀ ਆਪਣੇ ਮੌਜ ਦੇ ਵਿੱਚ ਜਿਸ ਤਰ੍ਹਾਂ ਚੱਲ ਰਹੇ ਸੀ, ਅਤੇ ਗੁਰੂ ਮਹਾਰਾਜ ਜੀ ਨੇ ਦੱਸਿਆ ਕਿ ਗੁਰੂ ਮਹਾਰਾਜ ਬਾਬਾ ਜੀ ਆ ਇਸ ਤਰ੍ਹਾਂ ਬੱਚੇ ਆ, ਬੇਨਤੀ ਕਰਨੀ ਹੈ ਜਾਂ ਕੋਈ ਵੀ ਚੀਜ਼ ਇਸ ਤਰ੍ਹਾਂ ਕਰਨਗੇ। ਇੱਕ ਵਾਰੀ ਦੋ ਵਾਰੀ ਕੀਤਾ, ਜ਼ਿਆਦਾ ਧਿਆਨ ਨਾ ਦਿੱਤਾ ਹੋਵੇ। ਜਦੋਂ ਕੋਸ਼ਿਸ਼ ਕੀਤੀ ਫਿਰ ਦੁਬਾਰਾ ਕਰਨ ਦੀ, ਅਤੇ ਬਾਬਾ ਜੀ ਕਹਿਣ ਲੱਗੇ ਕਿ ਬਈ ਕਿਹਦੇ ਬੱਚੇ ਨੇ। ਜਦੋਂ ਜ਼ੋਰ ਨਾਲ ਸਭ ਪੁੱਛਿਆ ਕਿ ਕਿਹਦੇ ਬੱਚੇ ਨੇ, ਕਹਿਣ ਲੱਗੇ ਮਹਾਰਾਜ ਤੁਹਾਡੇ ਹੀ ਹੈ। ਅਤੇ ਕਹਿਣ ਲੱਗੇ ਤੇ ਫਿਰ ਤੈਨੂੰ ਕਾਹਦਾ ਫਿਕਰ ਹੈ ਜੇ ਮੇਰੇ ਆ। ਇਸ ਤਰ੍ਹਾਂ ਹੱਥ ਕਰਕੇ ਕਹਿਣ ਲੱਗੇ ਜਦੋਂ ਹੈ ਹੀ ਮੇਰੇ ਆ, ਫਿਰ ਤੈਨੂੰ ਕਾਹਦੀ ਫਿਕਰ ਹੈ ਇਸ ਚੀਜ਼ ਦੀ। ਪਰ ਗੱਲ ਉਹੀ ਆ ਗਈ, ਸਤਿਗੁਰਾਂ ਨੇ ਉਸੇ ਵੇਲੇ ਪਛਾਣ ਕਰ, ਠੀਕ ਹੈ, ਸਤ ਵਚਨ ਕਰਕੇ ਪਛਾਣ ਹੋ ਗਏ, ਕੋਈ ਉਸ ਤੋਂ ਬਾਅਦ ਨਹੀਂ ਕਿਸੇ ਤਰ੍ਹਾਂ ਦੀ। ਫਿਰ ਜਦੋਂ ਟਾਈਮ ਆਇਆ, ਸਤਿਗੁਰਾਂ ਨੇ ਵਚਨ ਛੱਡੇ, ਕੋਈ ਕਿਸੇ ਗੱਲ ਦੀ ਕੋਈ ਘਾਟ ਛੱਡੀ। ਸਤਿਗੁਰਾਂ ਨੇ ਸਾਫ਼ ਫਰਮਾਤਾ ਕਿ ਬਈ ਮੈਂ ਤੈਨੂੰ ਸੰਤਾਂ ਦਾ ਹੋਕਾ ਲੈਣਾ ਹੈ, ਕਿਸੇ ਡੇਰਿਆਂ ਮਗਰ ਨਹੀਂ ਜਾਣਾ, ਤੂੰ ਮੇਰੀ ਸੇਵਾ ਦਾ ਧਿਆਨ ਰੱਖਣਾ ਹੈ। ਘਰ ਦਾ ਪਰਿਵਾਰ ਦਾ ਜਿਹੜਾ ਉਹਦਾ ਜਿਹੜਾ ਹੈਗਾ ਹੈ ਜ਼ਿੰਮੇਵਾਰੀ ਮੇਰੇ 'ਤੇ ਛੱਡ ਦੇ, ਤੂੰ ਮੇਰੀ ਸੇਵਾ ਦਾ ਫਿਕਰ ਕਰੀ, ਘਰ ਦਾ ਫਿਕਰ ਮੈਨੂੰ ਆਪ। ਕਿਹੜੀ ਚੀਜ਼ ਦੀ ਉਹਨਾਂ ਨੇ ਘਾਟ ਛੱਡੀ। ਪਰ ਜੇ ਵਾਕਈ ਹੀ ਜਿਸ ਤਰ੍ਹਾਂ ਉਹਨੇ ਫਰਮਾਇਆ ਕਿ ਜੇ ਉਹਨਾਂ ਨੇ ਕਿਹਾ ਕਿ ਬੱਚੇ ਕਿਹਦੇ ਨੇ, ਅਸੀਂ ਕਹਿੰਦੇ ਤਾਂ ਹੈਗੇ ਮਹਾਰਾਜ ਤੁਹਾਡਾ ਹੀ ਹੈ ਸਭ ਕੁਛ, ਤੁਹਾਡਾ ਹੀ ਹੈ ਸਭ ਕੁਛ, ਪਰ ਅੰਦਰੋਂ ਨਹੀਂ ਉਹ ਚੀਜ਼ ਹੁੰਦੀ। ਇਸ ਕਰਕੇ ਸਾਨੂੰ ਫਿਰ ਉਹਦਾ ਦੁੱਖ ਲੱਗਦਾ ਹੈ। ਜੇ ਸੱਚਾਈ ਇਹ ਹੋਵੇ ਕਿ ਅਸੀਂ ਉਹਨਾਂ ਨੂੰ ਵਾਕਈ ਸੌਂਪ ਦੇ ਕਿ ਤੁਹਾਡੇ ਹੀ ਨੇ, ਅਤੇ ਫਿਰ ਬਈ ਉਹਦਾ ਪਰਮਾਤਮਾ ਦਾ ਜਾਂ ਗੁਰੂ ਦਾ ਕੁਝ ਮਾੜਾ ਕੋਈ ਕਰ ਸਕਦਾ ਹੈ। ਸਾਰੀ ਦੁਨੀਆ ਇਹਦੇ ਵੈਰੀ ਬਣ ਜਾਵੇ, ਕਹਿੰਦੇ ਇੱਕ ਬਾਂਹ ਗੁਰੂ ਕੀ ਲੱਖ ਬਾਂਹ ਕਿਆ ਹੋਏ। ਸਾਰੀ ਦੁਨੀਆ ਇਹਦੀ ਦੁਸ਼ਮਣ ਬਣ ਜਾਵੇ, ਇਹਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦੀ, ਪਰ ਇਹ ਗੁਰੂ ਹੋਵੇ ਸਹੀ ਦਾ, ਇਹ ਗੁਰੂ ਦਾ ਬਣ ਜਾਵੇ। ਇੱਥੇ ਤੇ ਕੋਈ
ਸੰਸਾਰੀ ਤੌਰ ਤੇ ਕੋਈ ਨੇਤਾ ਲੀਡਰ ਕੋਈ ਵੱਡੀ ਅਹੁਦੇ ਵਾਲਾ ਕੋਈ ਕਿਸੇ ਦੇ ਨਾਲ ਹੋਵੇ ਤੇ ਅਗਲਾ ਕਹਿੰਦਾ ਕਿ ਵੀ ਇਹਦੇ ਨਾਲ ਪੰਗਾ ਨਾ ਲਓ, ਇਹਦੇ ਮਗਰ ਉਹ ਹੈਗਾ। ਬਈ ਤੇ ਜਿਹਦੇ ਮਗਰ ਗੁਰੂ ਹੋ ਗਿਆ, ਜਿਹਦੇ ਮਗਰ ਉਹ ਸਤਿਗੁਰ ਆ, ਉਹਨੂੰ ਕੌਣ ਹਿਲਾ ਸਕਦਾ ਹੈ? ਤੈਨੂੰ ਫਰਮਾਇਆ ਕਿ ਜਨ ਨਾਨਕ ਕੀ ਲੱਜ ਪਤ ਗੁਰੂ ਹੈ, ਸਿਰ ਵੇਚਿਓ ਸਤਿਗੁਰ ਅੱਗੇ। ਕਿ ਸਤਿਗੁਰ ਜੀ ਮੈਂ ਤਾਂ ਆਪਣੇ ਆਪ ਨੂੰ ਭੇਟ ਕਰ ਦਿੱਤਾ ਹੈ, ਸਿਰ ਤੁਹਾਨੂੰ ਦੇ ਦਿੱਤਾ ਹੈ, ਹੁਣ ਤੁਹਾਡੀ ਮੌਜ ਹੈ, ਜਿਸ ਤਰ੍ਹਾਂ ਵੀ ਤੁਸੀਂ ਰੱਖਣਾ ਚਾਹੁੰਦੇ ਹੋ ਇਹਨੂੰ ਰੱਖ ਲਓ। ਸ਼ਬਦ ਬੋਲਦੇ ਨਾ ਕਿ ਸਤਿਗੁਰ ਜਿਉਂ ਭਾਵੇ ਤਿਉਂ ਰਾਖ ਲੈ, ਹਮ ਸ਼ਰਨ ਤੁਮਾਰੀ ਆਏ ਹੈ। ਪਰ ਐਸੀ ਦਸ਼ਾ ਬਣ ਜਾਵੇ ਸਾਡੀ ਕਿ ਬਈ ਤੁਹਾਡੀ ਸ਼ਰਨ 'ਚ ਆ ਗਏ ਹਾਂ, ਹੁਣ ਜਿੱਦਾਂ ਰੱਖਣਾ ਰੱਖ ਲਓ। ਜਦੋਂ ਜਿੱਦਾਂ ਰੱਖਣਾ ਤੇ ਫਿਰ ਮਨ 'ਚੋਂ ਰੋਸ ਕਾਹਦਾ ਆਏਗਾ? ਸਾਨੂੰ ਅਸੀਂ ਸੋਚੀਏ ਕਿ ਸਾਨੂੰ ਮਿਲਣ ਦੀ ਜ਼ਿਆਦਾ ਤੜਪ ਹੈ ਕਿ ਉਹਨਾਂ ਨੂੰ ਮਿਲਣ ਦੀ ਤੜਪ ਹੈ। ਚਲੋ ਜਿਸ ਤਰ੍ਹਾਂ ਕਈ ਮਹਾਤਮਾ ਜੀ ਇੱਕ ਵਾਰੀ ਕਹਿੰਦੇ ਤਰਨ ਤਾਰਨ ਆ ਚਲੇ ਗਏ, ਬਾਬਾ ਜੀ ਥੋੜ੍ਹਾ ਉੱਚਾ ਸੁਣਦੇ ਸੀ ਅਤੇ ਮੌਜ ਦੇ ਵਿੱਚ ਜਿਸ ਤਰ੍ਹਾਂ ਸੁਣਦੇ ਤਾਂ ਨਹੀਂ ਉੱਚਾ, ਸਭ ਕੁਛ ਸੁਣਦਾ ਉਹਨਾਂ ਨੂੰ, ਕਹਿੰਦਾ ਕੀੜੀ ਦੇ ਵੀ ਚੱਲਣ ਦੀ ਆਵਾਜ਼ ਸੁਣਦੇ, ਜਿਸ ਤਰ੍ਹਾਂ ਬਾਹਰੋਂ ਹੀ ਇੱਕ ਮੋਜਾ ਜਿਸ ਤਰ੍ਹਾਂ। ਅਤੇ ਉੱਥੇ ਬੈਠੇ ਸੀ, ਗਏ ਇੱਥੋਂ, ਉਦੋਂ ਬੱਸਾਂ ਬੁੱਸਾਂ ਬਹੁਤ ਘੱਟ ਚੱਲਦੀਆਂ ਸੀ ਅਤੇ ਗੁਰੂ ਮਹਾਰਾਜ ਜੀ ਉੱਥੇ ਭਜਨ ਕਰੀ ਜਾਣ ਬਾਬਾ ਜੀ, ਅਤੇ ਲਾਗੇ ਸੰਗਤ ਬੈਠੀ ਸੀ, ਭਜਨ ਕਰਦੇ ਪਏ ਸੀ। ਅਤੇ ਹੁੰਦਾ ਹੀ ਹੈ ਜਿਸ ਤਰ੍ਹਾਂ ਅਸੀਂ ਆਏ ਹੁਣ ਮਿਲਣ ਵਾਸਤੇ, ਅਤੇ ਘੜੀ ਦਾ ਵੱਲ ਵੀ ਟਾਈਮ ਜਾਂਦਾ, ਇੰਨਾ ਕੁ ਟਾਈਮ ਹੋ ਗਿਆ, ਲੇਟ ਨਹੀਂ ਹੋ ਰਹੇ, ਲੇਟ ਨਹੀਂ ਹੋ ਰਹੇ। ਬਾਹਰ ਕਿਸੇ ਨੂੰ ਕਹਿਣ ਲੱਗੇ ਮਾਤਾ ਕਿ ਮੇਰੇ ਮਨ 'ਚ ਵੀ ਆਇਆ ਕਿ ਲੇਟ ਹੋ ਰਹੇ ਆ, ਬੱਸ ਆਖਰੀ ਨਿਕਲ ਜਾਣੀ ਹੈ। ਬੱਸ ਕਹਿੰਦੇ ਵੇਖਿਆ ਕਿ ਹੁਣ ਵਚਨ ਬੰਦ ਹੁੰਦੇ, ਫਿਰ ਕਰਾਂਗੇ ਬੇਨਤੀ ਕਰਾਂਗੇ। ਅਤੇ ਜਦੋਂ ਕਰਦੇ ਪਏ ਵਿੱਚ ਹੀ ਕਹਿੰਦੇ, ਮੈਂ ਕਿਹਾ ਕਿ ਬਾਬਾ ਜੀ ਮੈਨੂੰ ਛੁੱਟੀ ਦੇ ਦਿਓ, ਮੈਂ ਜਾਣਾ ਵਾ। ਕਹਿੰਦੇ ਉਹਨਾਂ ਨੇ ਕੋਈ ਜਵਾਬ ਨਾ ਦਿੱਤਾ, ਉਹ ਫਿਰ ਵਚਨ ਕਰਨ ਲੱਗ ਪਏ। ਥੋੜ੍ਹੀ ਦੇਰ ਬਾਅਦ ਫਿਰ ਉੱਠੇ, ਫਿਰ ਕਹਿਣ ਲੱਗੇ ਬਾਬਾ ਜੀ ਛੁੱਟੀ ਦੇ ਦਿਓ, ਮੈਂ ਜਾਣਾ ਵਾ। ਬਾਬਾ ਜੀ ਫਿਰ ਧਿਆਨ ਨਾ ਦਿੱਤਾ, ਫਿਰ ਉਹ ਆਪਣੇ ਵਚਨ ਕਰਨਾ। ਮਨ 'ਚ ਵਿਚਾਰ ਆਇਆ ਕਿ ਇਹਨਾਂ ਨੂੰ ਉੱਚਾ ਸੁਣਦਾ ਵਾ। ਮੈਂ 2 ਵਾਰੀ ਕਿਹਾ, ਆਵਾਜ਼ ਨਹੀਂ ਸੁਣੀ ਲੱਗਦੀ। ਉਹਨੇ ਆਪ ਵੀ ਦੱਸਿਆ, ਕਹਿੰਦੇ ਤੀਸਰੀ ਵਾਰੀ ਮੈਂ ਉੱਠ ਕੇ ਨਾ ਬੜੀ ਉੱਚੀ ਜੀ ਬੁਝੋਰ ਨਾਲ, ਬਾਬਾ ਜੀ ਮੈਂ ਛੁੱਟੀ ਦੇ ਦਿਓ, ਮੈਂ ਜਾਣਾ, ਬੜੀ ਦੂਰੋਂ ਆਇਆ ਮੈਂ। ਜਦੋਂ ਇਸ ਤਰ੍ਹਾਂ ਕਿਹਾ ਤਾਂ ਬਾਬਾ ਜੀ ਵੇਖ ਕੇ ਕਹਿਣ ਲੱਗੇ, ਮੈਂ ਕੋਈ ਲਾਗੋਂ ਆਇਆ ਵਾਂ? ਮੈਂ ਵੀ ਬੜੀ ਦੂਰੋਂ ਆਇਆ। ਕਹਿਣ ਲੱਗੇ ਮੇਰੇ ਨਾਲ ਵੀ ਜ਼ਿਆਦਾ ਦੂਰੋਂ ਆਇਆ ਤੂੰ। ਹੁਣ ਇਹ ਤੇ ਮੈਂ ਕਈ ਵਾਰ ਦੱਸਿਆ ਕਿ ਬਈ ਆਪਣਾ ਭੇਦ ਆਪ ਹੀ ਬਖਸ਼ ਦੇਣ ਤੇ ਬਖਸ਼ ਦੇਣ। ਬਈ ਨਹੀਂ ਅਸੀਂ ਕਿੱਥੋਂ ਜਾਣ ਸਕਦੇ ਹਾਂ? ਸਾਡੇ ਵਾਸਤੇ ਉਹ ਨਿਜ ਧਾਮ ਨੂੰ ਛੱਡ ਕੇ ਸਾਡੇ ਵਾਸਤੇ ਇੱਥੇ ਆਏ ਆ, ਅਤੇ ਉਹਨਾਂ ਨੂੰ ਮਿਲਣ ਦੀ ਚਾਹ ਜ਼ਿਆਦਾ ਹੈ ਕਿ ਜਾਂ ਅਸੀਂ ਆ ਕੇ ਥੋੜ੍ਹੀ ਦੇਰ 'ਚ ਜਦੋਂ ਕਾਹਲੇ ਪੈ ਜਾਂਦੇ ਹਾਂ ਕਿ ਸਾਨੂੰ ਅਸੀਂ ਦਿਖਾਉਂਦੇ ਤਾਂ ਇਹੋ ਹੀ ਆ ਨਾ, ਦੇਖੋ ਜੀ ਅਸੀਂ ਆਏ, ਸਾਨੂੰ ਤਾਂ ਦਰਸ਼ਨ ਨਹੀਂ ਹੁੰਦੇ ਪਏ, ਸਾਨੂੰ ਤਾਂ ਮਿਲਦੇ ਨਹੀਂ ਪਏ, ਸਾਨੂੰ ਤਾਂ ਉਹ ਨਹੀਂ ਹੁੰਦਾ ਪਿਆ। ਸਾਡੇ ਅੰਦਰ ਉਹ ਤੜਫ ਨੂੰ ਬਈ ਮਜ਼ਾ ਉਦੋਂ ਹੀ ਆਉਂਦਾ ਹੈ, ਪਰ ਅਸੀਂ ਭੁੱਖ ਜਿਹੜੀ ਹੈ, ਜਦੋਂ ਭੁੱਖ ਪੂਰੀ ਲੱਗੀ ਹੋਵੇ ਨਾ, ਫਿਰ ਉਹਦਾ ਮਜ਼ਾ ਆਉਂਦਾ ਹੈ। ਬਾਕੀ ਠੀਕ ਹੈ, ਮੌਜ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਿਰ ਵੇਚਿਓ ਸਤਿਗੁਰ ਅੱਗੇ। ਜੇ ਅਸੀਂ ਸਿਰ ਦੇ ਦਿੱਤਾ ਹੈ, ਫਿਰ ਟੈਨਸ਼ਨ ਕਾਹਦੀ ਹੈ, ਫਿਕਰ ਕਾਹਦੀ ਹੈ? ਫਿਰ ਤੋਂ ਕਹਿੰਦੇ ਜਿਉਂ ਭਾਵੇ ਤਿਉਂ ਰੱਖ ਲੈ। ਫਿਰ ਜਿੱਦਾਂ ਉਹਨਾਂ ਦੀ ਮੌਜ ਤੇ ਛੱਡ ਕੇ ਤਾਂ ਦੇਖੀਏ ਕੀ ਕਰਦੇ ਕੀ ਹੈ, ਕਦੇ ਛੱਡ ਕੇ ਦੇਖੀਏ ਤਾਂ ਸਹੀ ਕਿ ਵਾਕਈ ਹੀ ਨਹੀਂ, ਮਤਲਬ ਕਿ ਸਾਨੂੰ ਮਿਲਣ ਦੀ ਚਾਹ ਉਹਨਾਂ ਨੂੰ ਕੋਈ ਚਾਹ ਹੀ ਨਹੀਂ ਹੈਗੀ। ਨਹੀਂ, ਇਹ ਗੱਲ ਨਹੀਂ ਜੱਚਦੀ ਨਹੀਂ। ਬਈ ਸਤਿਗੁਰ ਦਇਆ ਕਰਨ, ਕਿਰਪਾ ਕਰਨ, ਉਸ ਰਸਤੇ ਦੇ ਉੱਤੇ ਆ ਕੇ ਦੇਖੀਏ ਸਹੀ। ਗੁਰੂ ਮਹਾਰਾਜ ਜੀ ਦਇਆ ਕਰਨ, ਕਿਰਪਾ ਕਰਨ। ਜਿਸ ਤਰ੍ਹਾਂ ਪਿੱਛੇ ਬਚਨ ਆਏ ਆ ਕਿ ਬਈ ਅੰਧਿਆਰਾ ਦੂਰ ਹੋ ਜਾਏਗਾ, ਚਾਨਣ ਹੋ ਜਾਏਗਾ, ਪਤਾ ਲੱਗੇਗਾ ਗੁਰੂ ਤਾਂ ਦੂਰ ਹੈ ਹੀ ਨਹੀਂ ਹੈ। ਉਹਨਾਂ ਨੇ ਤਾਂ ਕਿਹਾ ਸਾਹ ਰਗ ਤੋਂ ਵੀ ਨੇੜੇ ਉਹ ਗੁਰੂ ਖੜਾ ਹੈ, ਸਾਹ ਰਗ ਤੋਂ ਵੀ ਨੇੜੇ। ਸਾਨੂੰ ਦੂਰ ਕਿਉਂ ਲੱਗਦਾ ਪਿਆ? ਕਿਉਂਕਿ ਹਜੇ ਅੰਧੇਰਾ ਹੈ। ਅੰਧੇਰੇ ਦੇ ਵਿੱਚ ਕੋਈ ਲਾਗੇ ਭਾਵੇਂ ਚੀਜ਼ ਪਈ ਹੋਵੇ ਨਾ, ਨਜ਼ਰ ਨਹੀਂ ਆਉਂਦੀ ਹੈਗੀ। ਤੇ ਉਹ ਅੰਧੇਰਾ ਦੂਰ ਕਿੱਦਾਂ ਹੋਣਾ ਹੈ? ਗੁਰੂ ਦੇ ਬਚਨਾਂ 'ਚ ਆ ਕੇ। ਸਤਿਗੁਰੂ ਬਚਨ ਕਮਾਵਨੇ, ਨਾਨਕੇ ਧੰਨ ਸਾਰੇ ਇਹੋ ਹੀ ਸਾਰੇ ਕਿ ਉਹਨਾਂ ਦੇ ਬਚਨਾਂ ਦੀ ਕਮਾਈ ਕਰੀ, ਬਈ ਉਹਨਾਂ ਦੇ ਬਚਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਜਦੋਂ ਸਮਝ 'ਚ ਆ ਗਏ ਤੇ ਸਾਰੇ ਜਿਹੜੇ ਅੰਧਿਆਰੇ ਖਤਮ ਹੋ ਜਾਣਗੇ। ਸਤਿਗੁਰ ਦਇਆ ਕਿਰਪਾ ਕਰਨ, ਸਭ ਨੂੰ ਆਪਣਾ ਪਿਆਰ ਭਰੋਸਾ ਬਖਸ਼ਣ, ਆਪਣੀ ਸ਼ਰਨ ਬਖਸ਼ਣ। ਜਿਸ ਤਰੀਕੇ ਦੇ ਨਾਲ ਵੀ ਸਾਨੂੰ ਚਲਾਉਣਾ ਚਾਹੁੰਦੇ ਨੇ, ਉਸੇ ਤਰੀਕੇ ਨਾਲ ਹੀ ਸਾਨੂੰ ਚਲਾਉਣ। ਕਿਉਂਕਿ ਅਸੀਂ ਤਾਂ ਅਲੱਗ-ਅਲੱਗ ਤਰੀਕਿਆਂ ਨਾਲ ਚੱਲਣਾ ਚਾਹੁੰਦੇ ਹਾਂ, ਅਸੀਂ ਤਾਂ ਆਪਣੇ ਤਰੀਕਿਆਂ ਨਾਲ ਹੀ ਚੱਲਣਾ ਚਾਹੁੰਦੇ ਹਾਂ। ਪਰ ਫਿਰ ਵੀ ਸਤਿਗੁਰਾਂ ਦੇ ਅੱਗੇ ਉਹੀ ਬੇਨਤੀ, ਜਿਸ ਤਰ੍ਹਾਂ ਉਹ ਚਲਾਉਣਾ ਚਾਹੁੰਦੇ ਨੇ ਉਸੇ ਤਰ੍ਹਾਂ ਹੀ ਅਸੀਂ ਚੱਲੀਏ, ਉਸੇ ਤਰ੍ਹਾਂ ਹੀ ਸਾਨੂੰ ਚਲਾਉਣ। ਕਿਉਂਕਿ ਆਪਣੇ ਚੱਲਦਿਆਂ ਹੋਇਆਂ ਤਾਂ ਕਈ ਯੁੱਗ ਲੰਘ ਗਏ, ਅਜੇ ਤੱਕ ਭਟਕਦੇ ਫਿਰ ਰਹੇ ਹਾਂ। ਪਰ ਜਦੋਂ ਉਹਨੂੰ ਆਪਣੀ ਮਰਜ਼ੀ ਨਾਲ ਉਹਨੇ ਕਿਹਾ ਨਾ ਕਿ ਬਹੁਤ ਜਨਮ ਪਏ ਕਿਰਪਨ ਤੋਂ,
ਅਬ ਕਿਛ ਕਿਰਪਾ ਕੀਜੇ, ਬਹੁਤੇ ਫੇਰ ਪਏ ਕਿਰਪਨ ਕਿ ਬੜੇ ਫੇਰ ਪੈ ਗਏ, ਆਪਣੀ ਮਰਜ਼ੀਆਂ ਕਰਦੇ ਆ, ਤੁਸੀਂ ਕਿਰਪਾ ਕਰੋ, ਦਇਆ ਕਰੋ, ਤੁਸੀਂ ਆਪਣੀ ਮੌਜ ਨਾਲ ਚਲਾਓ, ਜਿੱਦਾਂ ਵੀ ਚਾਹੁੰਦੇ ਹੋ। ਇਹ ਲੇਖਾ ਜਿਹੜਾ ਬਾਹਰ ਜਿਹੜਾ ਆਉਣਾ ਜਾਣਾ ਜਿਹੜਾ ਸੀ, ਇਹ ਜਿਹੜਾ ਮੁੱਕੇ, ਇਹੋ ਹੀ ਸਭ ਤੋਂ ਵੱਡਾ ਦੁੱਖ ਹੈ। ਰਾਧਾ ਸਵਾਮੀ, ਰਾਧਾ। ਜਿਸ ਤਰ੍ਹਾਂ ਅੱਜ ਵੀ ਸਤਸੰਗ ਦੇ ਵਿੱਚ ਇੱਕੋ ਹੀ ਵਚਨ ਦੇ ਉੱਤੇ ਜ਼ੋਰ ਦਿੱਤਾ ਗਿਆ ਸਾਰਾ, ਕਿ ਅਸੀਂ ਆਪਣੇ ਆਪ ਨੂੰ ਭੇਟ ਕਹਿ ਲਈਏ, ਵੇਚ ਕਹਿ ਲਈਏ, ਜਿਸ ਤਰ੍ਹਾਂ ਵੀ ਅਸੀਂ ਜਦੋਂ ਕਰਕੇ ਚੱਲਦੇ ਹਾਂ ਤੇ ਸਤਿਗੁਰਾਂ ਦੀ ਦਇਆ ਕਿਰਪਾ ਜਿਹੜੀ ਹੈ ਉਹ ਤਾਂ ਹੀ ਮਿਲਦੀ ਹੈ। ਇਸੇ ਤਰ੍ਹਾਂ ਦਿਨ ਵਾਰ ਜਿਹੜੇ ਨੇ, ਕਈ ਵਾਰ ਦੱਸਿਆ ਗਿਆ ਹੈ ਕਿ ਦਿਨ ਵਾਰ ਸਾਰੇ ਹੀ ਉਸ ਪਰਮੇਸ਼ਵਰ ਨੇ ਬਣਾਏ ਨੇ, ਸਾਰੇ ਹੀ ਵਧੀਆ ਹੈ। ਜਿਸ ਤਰ੍ਹਾਂ ਜਦੋਂ ਸਾਨੂੰ ਖੁਸ਼ੀ ਹੋਵੇ, ਸਾਡੇ ਉਸੇ ਦਿਨ ਹੀ ਦਿਵਾਲੀ ਹੈ। ਜਿਸ ਦਿਨ ਕਿਸੇ ਘਰ ਦੇ ਵਿੱਚ ਜਦੋਂ ਕੋਈ ਐਸੀ ਘਟਨਾ ਕੋਈ ਹੁੰਦੀ ਹੈ ਕਿਸੇ ਤਰ੍ਹਾਂ ਦੀ, ਭਾਵੇਂ ਉਹ ਦਿਵਾਲੀ ਵੀ ਹੋਵੇ, ਪਰ ਉਹ ਉਸ ਵੇਲੇ ਉਹ ਜੋ ਦੁੱਖ ਹੁੰਦਾ ਹੈ ਓਨਾ ਹੀ ਹੁੰਦਾ ਹੈ। ਇਸੇ ਤਰ੍ਹਾਂ ਹੀ ਜਿਹੜੇ ਦਿਨ ਵਾਰ ਸਾਰੇ ਨੇ ਪਰਮੇਸ਼ਵਰ ਦੇ ਨੇ, ਆਪਣੇ ਆਪਣੇ ਕਰਮਾਂ ਦੇ ਮੁਤਾਬਕ ਜਦੋਂ ਅਸੀਂ ਚੱਲਦੇ ਹਾਂ ਤੇ ਉਹਦੇ ਵਿਚਾਰਾਂ ਦੇ ਨਾਲ ਸਾਨੂੰ ਕਦੀ ਖੁਸ਼ੀ ਕਦੀ ਗਮੀ ਜਿਹੜੀ ਉਹ ਚੀਜ਼ਾਂ ਚੱਲਦੀਆਂ ਨੇ। ਇਸੇ ਤਰ੍ਹਾਂ ਹੀ ਜਿਹੜੇ ਦਿਨ ਵਾਰ, ਜਿਸ ਤਰ੍ਹਾਂ ਜੀ ਸੰਗਰਾਂਦ, ਮੱਸਿਆ, ਪੁੰਨਿਆ, ਭੰਡਾਰੇ ਦੇ ਦਿਨ ਜਿਹੜੇ ਨਿਯੁਕਤ ਕੀਤੇ ਗਏ, ਪਰ ਉਹਨਾਂ ਦਾ ਮਤਲਬ ਕੀ ਹੈ? ਉਹ ਸਿਰਫ ਇੱਥੋਂ ਤੱਕ ਕਿ ਕੋਈ ਦਿਨ ਵਾਰ ਕੋਈ ਖਾਸ ਨਹੀਂ ਸਤਿਗੁਰਾਂ ਨੇ ਕਹਿ ਦਿੱਤਾ ਕਿ ਫਲਾਣਾ ਦਿਨ ਜਿਹੜਾ ਹੈ ਬੜਾ ਵਧੀਆ ਹੈ, ਉਸ ਦਿਨ ਤੁਸੀਂ ਆਹ ਕੰਮ ਕਰੋ। ਉਹਨਾਂ ਨੇ ਕਿਹਾ ਕਿ ਸਾਰੇ ਦਿਨ ਹੀ ਜਿਹੜੇ ਗੁਰੂ ਦੇ ਨੇ, ਜਦੋਂ ਉਹਨੇ ਹੀ ਬਣਾਏ ਨੇ ਤੇ ਉਹਦੇ 'ਚ ਉਹਨੇ ਚੰਗੇ ਮਾੜੇ ਕਿਹੜੇ, ਅਸੀਂ ਆਪਣੇ ਵੱਲੋਂ ਠੱਪੇ ਲਾ ਦਿੱਤੇ, ਆਹ ਮਾੜਾ ਆ, ਚੰਗਾ ਜਾਂ ਕੁਛ ਹੀ, ਹਰ ਇੱਕ ਪਲ ਹੀ ਵਧੀਆ। ਪਰ ਜਿਸ ਤਰ੍ਹਾਂ ਨੇ ਕਿਹਾ ਕਿ ਜਿਸ ਪਲ ਸਾਨੂੰ ਉਹਦੀ ਯਾਦ ਆਵੇ, ਜਿਹੜੇ ਪਲ ਸਾਨੂੰ ਉਹਦੀ ਯਾਦ ਆਉਂਦੀ ਏ, ਉਹ ਪਲ ਕੋਈ ਵੀ ਹੋਵੇ, ਦਿਨ ਵਾਰ ਸ਼ੁਭ ਹੋਵੇ ਅਸ਼ੁਭ ਹੋਵੇ, ਉਹਦੇ ਨਾਲ ਕੋਈ ਫਰਕ ਨਹੀਂ। ਜੇ ਸ਼ੁਭ ਦਿਨ ਦੀ ਸਾਨੂੰ ਯਾਦ ਆ ਰਹੀ ਹੈ ਤਾਂ ਸ਼ੁਭ ਹੀ ਹੈ, ਤੇ ਜੇ ਬੜਾ ਕੋਈ ਸ਼ੁਭ ਮਹੂਰਤ ਤੇ ਸਾਨੂੰ ਅਸੀਂ ਭੁੱਲੇ ਪਏ ਹਾਂ, ਵਿਸਾਰਿਆ ਪਿਆ, ਅਸੀਂ ਗਲਤ ਕਰਮਾਂ 'ਚ ਅਸੀਂ ਹੈਗੇ ਹਾਂ, ਤੇ ਬਈ ਉਸ ਵੇਲੇ ਉਹ ਸ਼ੁਭ ਵੀ ਜਿਹੜੇ ਆ ਕੋਈ ਫਾਇਦੇ ਨਹੀਂ ਦਿੰਦੇ। ਇਸੇ ਤਰ੍ਹਾਂ ਸੰਗਰਾਮ ਦਾ ਜੋ ਸਤਸੰਗ ਸੀ, ਅਸੀਂ ਕਿਹਾ ਕਿ ਠੀਕ ਦਿਨਾਂ ਵਾਰਾਂ ਨਾਲ ਨਹੀਂ, ਜਦੋਂ ਵੀ ਸਾਨੂੰ ਚੀਜ਼ ਉਹ ਮਿਲੇ, ਮੇਨ ਤਾਂ ਇਹ ਹੈ ਕਿ ਸਾਨੂੰ ਸਤਿਗੁਰਾਂ ਦੇ ਬਚਨ ਜਿਹੜੇ ਯਾਦ ਆਉਣ, ਸਾਨੂੰ ਜੋ ਸੰਦੇਸ਼ ਉਹਨਾਂ ਨੇ ਦਿੱਤੇ ਨੇ, ਇਹਨਾਂ ਦੇ ਬਹਾਨੇ ਬਣਾ ਕੇ ਦੇਣਾ, ਤੇ ਉਹਨਾਂ ਦਾ ਪਤਾ ਲੱਗੇ ਕਿ ਬਈ ਠੀਕ ਹੈ ਵੀ ਇਹਨਾਂ ਵਚਨਾਂ ਦੇ ਉੱਤੇ ਅਸੀਂ ਆਵਾਂਗੇ ਤੇ ਸਾਨੂੰ ਸੁੱਖ ਹੋਏਗਾ। ਹੁਣ ਪਿਛਲੇ ਜਿਹੜਾ ਮਹੀਨਾ ਸੀ ਉਹਦੇ 'ਚ ਵੀ ਸਤਿਗੁਰਾਂ ਨੇ ਜਿਹੜਾ ਸੰਦੇਸ਼ 12 ਮਾਹ 'ਚ ਦਿੱਤਾ ਸੀ, ਫਰਮਾਇਆ ਸੀ ਕਿ ਕਦ ਤੱਕ ਕਰਮ ਕਮਾਵਣੇ ਦੋਸ਼ ਨਾ ਕਹੂ ਜੋਗ। ਉਹ 'ਚ ਵੀ ਕਲੀਅਰ ਕਰ ਦਿੱਤਾ ਸੀ ਕਿ ਆਪਣੇ ਹੀ ਕਰਮ ਨੇ, ਅਸੀਂ ਦੋਸ਼ ਨਾ ਦਈਏ ਕਿਸੇ ਨੂੰ, ਕਿਉਂਕਿ ਹਮੇਸ਼ਾ ਇਨਸਾਨ ਦੀ ਇੱਕ ਫਿਤਰਤ ਹੈ ਕਿ ਆਪਣੀ ਗਲਤੀ ਕਿਸੇ ਨਾ ਕਿਸੇ ਥੋਪਣ ਵਾਸਤੇ ਕੋਈ ਨਾ ਕੋਈ ਅਸੀਂ ਲੱਭਦੇ ਰਹਿੰਦੇ ਹਾਂ। ਅਸੀਂ ਕਹਿੰਦੇ ਕਿ ਪਰ ਲੇਕਿਨ ਸਤਿਗੁਰਾਂ ਦੇ ਜੇ ਬਚਨਾਂ ਦੇ ਮੁਤਾਬਕ ਅਸੀਂ ਆਪਣੇ ਆਪ ਨੂੰ ਲਿਆਵਾਂਗੇ ਤਾਂ ਸਾਨੂੰ ਵੀ ਸ਼ਾਂਤੀ ਆਵੇਗੀ ਤੇ ਅੱਗੇ ਤੋਂ ਬਚ ਵੀ ਜਾਵਾਂਗੇ। ਕਿਹਾ ਕਿ ਕਦ ਤੱਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਵਰ ਦੇ ਭੁੱਲਿਆਂ ਵਿਆਪਨ ਸਭੇ ਰੋਗ। ਜਦੋਂ ਅਸੀਂ ਕੋਈ ਵੀ ਕੰਮ ਜਦੋਂ ਉਹਨੂੰ ਭੁੱਲ ਕੇ ਕਰ ਰਹੇ, ਭੁੱਲਣ ਦਾ ਮਤਲਬ ਕੀ ਹੈ ਕਿ ਜਦੋਂ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਜਾਂ ਉਹ ਚੀਜ਼ਾਂ ਯਾਦ ਹੀ ਨਹੀਂ, ਅਸੀਂ ਉਹਦੇ ਤੋਂ ਵੱਧ ਭਰੋਸਾ ਕਿਸੇ 'ਤੇ ਕਰ ਰਹੇ ਹਾਂ, ਉਹਦੇ ਤੋਂ ਵੱਧ ਮਾਣ ਕਿਸੇ 'ਤੇ ਕਰ ਰਹੇ ਹਾਂ, ਇਹਦਾ ਮਤਲਬ ਅਸੀਂ ਫਸ ਰਹੇ ਹਾਂ, ਅਸੀਂ ਧੋਖਾ ਖਾਵਾਂਗੇ ਹੀ ਖਾਵਾਂਗੇ। ਜੋ ਨਿਯਮ ਬਣਾਏ ਨੇ ਦੁਕਾਨਦਾਰੀ ਦੇ, ਬਾਹਰ ਦੇ ਚੀਜ਼ਾਂ ਦੇ ਨਿਯਮ ਕਾਹਦੇ ਵਾਸਤੇ ਬਣਾਏ ਗਏ? ਹਰ ਇੱਕ ਚੀਜ਼ ਇੱਕ ਨਿਯਮ 'ਚ ਚੱਲ ਰਹੀ ਹੈ, ਤੇ ਬਈ ਉਹ ਨਿਯਮ ਜਿਹੜੇ ਨੇ, ਜਿਸ ਤਰ੍ਹਾਂ ਉਹਨੇ ਫਰਮਾਇਆ, ਗੁਰੂ ਨਾਨਕ ਸਾਹਿਬ ਜੀ ਵਚਨ ਫਰਮਾਏ ਸੀ ਕਿ ਕੰਜਰਾਂ ਦੇ ਵੀ ਅਸੂਲ ਹੁੰਦੇ ਨੇ, ਬੁੱਚੜਾਂ ਦੇ ਵੀ ਅਸੂਲ ਹੁੰਦੇ ਨੇ, ਬਈ ਹਰ ਇੱਕ ਦੇ ਅਸੂਲ ਏ, ਤੇ ਵੀ ਸਿੱਖ ਦਾ ਵੀ ਤਾਂ ਕੋਈ ਅਸੂਲ ਹੋਣਾ ਚਾਹੀਦਾ ਨਾ। ਇਹ ਅਸੂਲ ਤੋਂ ਬਾਹਰ ਕਿੱਦਾਂ ਹੋ ਗਿਆ? ਹੁਣ ਜਿਹੜੇ ਆਪਣੇ ਆਪਣੇ ਕਿੱਤੇ ਕਰ ਰਹੇ ਨੇ, ਆਪਣੇ ਆਪਣੇ ਅਸੂਲ 'ਚ ਵੱਜ ਕੇ ਕਰ ਰਹੇ ਨੇ, ਜੇ ਆਪਣਾ ਉਹ ਛੱਡਣਗੇ ਤੇ ਉਹ ਕਿਸ ਤਰ੍ਹਾਂ ਗੱਲ ਬਣੇਗੀ? ਨਹੀਂ ਹੋ ਸਕਦੀ। ਉਹਨਾਂ ਨੂੰ ਉਸੇ ਤਰ੍ਹਾਂ ਅਸੂਲਾਂ ਦੇ ਵਿੱਚ ਹੀ ਚੱਲਣਾ ਪੈਂਦਾ। ਹੁਣ ਕੋਈ ਐਸੇ ਆ ਰਸਤੇ 'ਚ, ਤੇ ਬੜਾ ਜਿਸ ਨੂੰ ਕਈ ਮਹਿਕਮੇ ਬੜੇ ਪਿਆਰ ਦੇ ਨਾਲ, ਹੁਣ ਕਈ ਪੁਲਿਸ ਦੇ ਮਹਿਕਮੇ ਨੇ, ਕੋਈ ਫੌਜ ਦੇ ਨੇ, ਉਹ ਵੀ ਉਹ ਜੋ ਨਹੀਂ ਉਸ ਤਰ੍ਹਾਂ ਦੀ ਸਖਤਾਈ ਕਰਨਗੇ, ਉਹ ਗੱਲ ਨਹੀਂ ਬਣੇਗੀ। ਉਹ ਆਪਣੇ ਅਸੂਲ 'ਚ ਚੱਲ ਰਹੇ ਨੇ, ਉਹ ਵੀ ਠੀਕ ਨੇ। ਇਸੇ ਤਰ੍ਹਾਂ ਹੀ ਇਹ ਅਸੂਲਾਂ ਦੀ ਗੱਲ ਕੀਤੀ ਉਹਨਾਂ ਨੇ ਕਿ ਬਈ ਪਰਮੇਸ਼ਵਰ ਦੇ ਭੁੱਲਿਆਂ, ਮਤਲਬ ਕੀ ਹੈ ਕਿ ਬਈ ਜਦੋਂ ਅਸੀਂ ਇੱਕ ਚੀਜ਼ ਨੂੰ ਜ਼ਰੂਰਤ ਤੋਂ ਵੱਧ ਕਰ ਰਹੇ ਹਾਂ, ਜਦੋਂ ਸਾਨੂੰ ਪਤਾ ਹੈ ਕਿ ਹਰ ਥਾਂ 'ਤੇ ਪਰਮੇਸ਼ਵਰ ਹੈ, ਹਰ ਇੱਕ ਜਗ੍ਹਾ ਦੇ ਉੱਤੇ ਉਹ ਸਾਡੀ ਸੰਭਾਲ ਕਰਦਾ ਹੈ, ਤੇ ਸਾਨੂੰ ਕਿਸੇ 'ਤੇ ਮਾਣ ਜਾਂ ਕਿਸੇ 'ਤੇ ਭਰੋਸਾ, ਠੀਕ ਹੈ ਅਸੀਂ ਚੱਲਣਾ ਜ਼ਰੂਰ ਹੈ, ਪਰ ਨਿਯਮ ਨਹੀਂ ਛੱਡਣਾ ਕੋਈ। ਜਦੋਂ ਨਿਯਮ ਛੱਡਾਂਗੇ ਉਦੋਂ ਗੱਲ ਖਰਾਬ ਹੁੰਦੀ ਹੈ। ਤੇ ਉਹਨਾਂ ਨੇ ਫਰਮਾਇਆ ਹੈ ਕਿ ਜਦੋਂ ਅਸੀਂ ਉਹਨੂੰ ਭੁੱਲਾਂਗੇ ਉਦੋਂ ਰੋਗ ਆਏ। ਤੇ ਅੱਜ ਵੀ ਜਿਹੜੇ ਵਚਨ ਆਏ ਨੇ, ਉਹ ਅੱਜ ਦੇ ਵਚਨ ਦੇ ਵਿੱਚ ਵੀ ਉਸੇ ਨਾਲ ਹੀ ਸਾਨੂੰ ਰਲਦੇ ਮਿਲਦੇ ਪਕਿਆਈ ਫਿਰ ਕਰਵਾ ਰਹੇ ਨੇ। ਹੁੰਦੇ ਨੇ ਕਿ ਇਹ ਜਿਹੜਾ ਮਹੀਨਾ ਚੜ੍ਹਿਆ ਹੈ, ਇਹਦੇ ਵਿੱਚ ਵੈਸੇ ਤਾਂ ਦੇਖੋ ਉਹਨੇ ਦੱਸਿਆ ਕਿ ਹਰ ਪਲ ਹੀ ਜਿਹੜਾ ਹੈ
ਅਸੀਂ ਯਾਦ ਰੱਖਣਾ ਹੈ ਉਹਨੂੰ। ਲੇਕਿਨ ਫਿਰ ਵੀ ਉਹਨਾਂ ਨੇ ਪੂਰੇ ਸਾਲ ਨੂੰ 12 ਮਾਹ 'ਚ ਵੰਡ ਦਿੱਤਾ ਅਤੇ ਬਈ ਉਹਨੂੰ ਵੰਡ ਕੇ ਕਿ ਇੱਕ ਇੱਕ ਜਿਸ ਤਰ੍ਹਾਂ ਹੁਣ ਇਕੱਠਾ ਸਿਲੇਬਸ ਕਿਸੇ ਬੱਚੇ ਨੂੰ ਦੱਸ ਦਿੱਤਾ ਜਾਵੇ ਤਾਂ ਕਈ ਵਾਰੀ ਨਹੀਂ ਯਾਦ ਰਹਿੰਦਾ, ਅਤੇ ਉਹ ਕਰਕੇ ਥੋੜ੍ਹੇ ਥੋੜ੍ਹੇ ਤਿਮਾਹੀ ਛਮਾਹੀ ਇੱਦਾਂ ਦਾ ਕਰਕੇ ਵੰਡਿਆ ਜਾਂਦਾ ਹੈ ਕਿ ਚਲੋ ਵੀ ਇੱਕ ਸਮੈਸਟਰ ਹੋ ਗਿਆ, ਹੁਣ ਦੂਸਰਾ ਸਮੈਸਟਰ ਹੋ ਗਿਆ, ਇਹ ਹੋ ਗਿਆ ਹੁਣ ਕਲੀਅਰ, ਹੁਣ ਅਗਲਾ ਪੜ੍ਹੀਏ। ਇਸੇ ਤਰ੍ਹਾਂ ਹੀ ਪਿਛਲੇ ਚੀਜ਼ਾਂ ਨੂੰ ਯਾਦ ਰੱਖ ਕੇ ਹੀ ਅੱਗੇ ਚੱਲਣਾ ਹੈ। ਜੇ ਪਿਛਲਾ ਕੰਮ ਕਰ ਲਿਆ ਹੈ ਤਾਂ ਫਿਰ ਅੱਗੇ ਵਾਲੀ ਵੀ ਸਾਨੂੰ ਉਹਦੀ ਜ਼ਰੂਰਤ ਪੈਂਦੀ ਹੈ। ਫਿਰ ਜਦੋਂ ਅਸੀਂ ਪੂਰਾ ਕੰਮ ਕੀਤਾ ਹੋਵੇ ਤਾਂ ਫਿਰ ਸਾਨੂੰ ਡਰ ਕਿਉਂ ਲੱਗੇਗਾ? ਜਿਹੜੇ ਬੱਚੇ ਨੇ ਪੂਰਾ ਆਪਣੇ ਸਿਲੇਬਸ ਜੋ ਜੋ ਟੀਚਰ ਨੇ ਦਿੱਤਾ ਸਾਰਾ ਨਾਲੋਂ ਨਾਲ ਹੀ ਉਹਨੇ ਕੰਮ ਕਰ ਲਿਆ ਹੈ, ਫਿਰ ਉਹਨੂੰ ਕੋਈ ਡਰ ਨਹੀਂ ਹੈ। ਜਦੋਂ ਜਮ੍ਹਾਂ ਹੋ ਜਾਂਦਾ ਹੈ ਫਿਰ ਡਰ ਲੱਗਦਾ ਕਿ ਕਿਸ ਤਰ੍ਹਾਂ ਪੂਰਾ ਹੋ ਗਿਆ, ਇਹ ਤਾਂ ਨਹੀਂ ਗੱਲ ਬਣਨੀ। ਇਸੇ ਤਰ੍ਹਾਂ ਹੀ ਹਰ ਇੱਕ ਮਹੀਨੇ ਦੇ ਜੋ ਪਿੱਛੇ ਸੰਦੇਸ਼ ਆਏ ਅਸੀਂ ਉਹਨੂੰ ਯਾਦ ਰੱਖਣਾ ਕਿ ਬਈ ਸਤਿਗੁਰਾਂ ਨੇ ਕੀ ਬਚਨ ਫਰਮਾਏ ਨੇ। ਅਤੇ ਅੱਜ ਵੀ ਮੱਘਰ ਦਾ ਮਹੀਨਾ ਦਾ ਜੋ ਸਤਿਗੁਰਾਂ ਨੇ ਸੰਦੇਸ਼ ਦਿੱਤਾ ਹੈ, ਬੜੇ ਧਿਆਨ ਦੇ ਨਾਲ ਉਹਨੂੰ ਸੁਣੀਏ। ਸਤਿਗੁਰ ਦਇਆ ਕਿਰਪਾ ਕਰਨ ਕਿ ਇਹ ਮਹੀਨਾ ਵੀ ਸਤਿਗੁਰਾਂ ਦੀ ਯਾਦ ਦੇ ਵਿੱਚ, ਉਹਨਾਂ ਦੇ ਚਰਨਾਂ ਦੇ ਵਿੱਚ ਸਾਡਾ ਗੁਜ਼ਰੇ, ਉਹਨਾਂ ਦੇ ਵਿਸ਼ਵਾਸ ਭਰੋਸੇ ਦੇ ਉੱਤੇ ਰਹਿ ਕੇ ਅਸੀਂ ਸਾਰੇ ਕਰਮ ਕਰੀਏ, ਬਚਨ ਜਿਹੜੇ ਆ ਉਹਨਾਂ ਦੇ ਹੀ ਗਾਈਏ, ਹੋਰ ਇੱਧਰ ਦੀਆਂ ਫਾਲਤੂ ਗੱਲਾਂ ਕਰਕੇ ਆਪਣੇ ਜਿਹੜਾ ਟਾਈਮ ਵੇਸਟ ਨਾ ਕਰੀਏ। ਅਤੇ ਉਹਨੇ ਫਰਮਾਇਆ ਹੈ ਕਿ ਮੱਘਰ ਮਾਹ ਸੁਹੰਦੀਆਂ ਹਰ ਪਿਰ ਸੰਗ ਬੈਠੜੀਆ, ਤਿਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ। ਫਰਮਾਇਆ ਕਿ ਇਹ ਸਮਾਂ ਜਿਹੜਾ ਇਹ ਮਹੀਨੇ ਉਹਨੂੰ ਹੀ ਸ਼ੋਭਦੇ ਨੇ, ਉਹਦੇ ਵਾਸਤੇ ਹੀ ਇਹ ਸੁੱਖ ਵਾਲੇ ਨੇ ਜਿਹੜੇ ਕੀ ਕਿਹਾ ਕਿ ਹਰ ਪਿਰ ਸੰਗ ਬੈਠੜੀ ਆ, ਕਿ ਉਹ ਪ੍ਰੀਤਮ ਹਰੀ ਜਿਹੜਾ ਆ, ਜਿਹੜੇ ਉਹਦੇ ਸੰਗ ਬੈਠੇ ਨੇ, ਜਿਹੜੀਆਂ ਕੋਈ ਜੀਵ ਇਸਤਰੀਆਂ ਉਹਦੇ ਨਾਲ ਜਿਨ੍ਹਾਂ ਦਾ ਮੇਲ ਬਣ ਗਿਆ ਹੈ ਉਹ ਹੀ ਸੁਖੀ ਨੇ ਇੱਥੇ। ਨਹੀਂ ਤੇ ਜਿਹੜਾ ਉਸ ਤੋਂ ਵਿਛੜਿਆ ਹੈ ਉਹ ਦੁਖੀ ਹੀ ਦੁਖੀ ਹੈ, ਭਾਵੇਂ ਉਹ ਕੋਈ ਵੀ ਹੋਵੇ। ਕਲੀਅਰ ਹੀ ਕਰ ਦਿੱਤਾ ਕਿ ਮੱਘਰ ਮਾਹ ਸੁਹੰਦੀਆਂ ਹਰ ਪਿਰ ਸੰਗ ਬੈਠੜੀਆ, ਤਿਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ। ਕਹਿੰਦੇ ਉਹਨਾਂ ਦੀ ਸ਼ੋਭਾ ਮੈਂ ਕੀ ਕਰਾਂ, ਕੀ ਬਿਆਨ ਹੋ ਸਕਦੀ ਹੈ, ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣੇ ਨਾਲ ਮਿਲਾ ਲਿਆ, ਜਿਨ੍ਹਾਂ ਨੂੰ ਆਪਣੇ ਬਚਨਾਂ ਦੇ ਵਿੱਚ ਲੈਣ ਦਾ, ਜਿਨ੍ਹਾਂ ਨੂੰ ਆਪਣਾ ਪਿਆਰ ਬਖਸ਼ ਦਿੱਤਾ, ਜਿਨ੍ਹਾਂ ਨੂੰ ਹੁਕਮ 'ਚ ਰਹਿਣ ਦਾ ਵੱਲ ਬਖਸ਼ ਦਿੱਤਾ, ਜਿਨ੍ਹਾਂ ਨੂੰ ਇੱਕਮੇਕੀ ਹੋ ਗਿਆ ਆਪਣੇ ਨਾਲ ਹੀ ਮਿਲਾ ਲਿਆ। ਕਹਿੰਦੇ ਉਹਨਾਂ ਦੀ ਤਾਂ ਸ਼ੋਭਾ ਹੀ ਨਹੀਂ ਮੈਂ ਕਿਸੇ ਤਰ੍ਹਾਂ ਬਿਆਨ ਕਰ ਸਕਦਾ। ਅਤੇ ਸਾਰੇ ਬਚਨ ਦੇ ਵਿੱਚ ਹੀ ਉਸੇ ਹੀ ਚੀਜ਼ ਨੂੰ ਕਲੀਅਰ ਕੀਤਾ ਕਿ ਫਰਮਾਇਆ ਤਨ ਮਨ ਮੌਲਿਆ ਰਾਮ ਸਿਉ, ਸੰਗ ਸਾਧ ਸਹੇਲੜੀਆ, ਸਾਧ ਜਨਾਂ ਤੇ ਬਾਹਰੀ ਸੇ ਰਹਿਣ ਇਕੱਲੜੀਆ। ਕਹਿੰਦੇ ਜਿਹੜੇ ਆਪਣੇ ਗੁਰੂ ਦੇ ਬਚਨਾਂ ਦੇ ਉੱਤੇ ਨਹੀਂ ਚੱਲਦੇ, ਜੋ ਸਾਧੂਆਂ ਦਾ ਸੰਗ ਨਹੀਂ ਕਰਦੇ, ਉਹਨਾਂ ਦੇ ਬਚਨਾਂ ਨੂੰ ਨਹੀਂ ਧਿਆਨ ਨਾਲ ਕਰਦੇ, ਉਹ ਕਹਿੰਦੇ ਉਹ ਇਕੱਲੇ ਹੀ ਰਹਿੰਦੇ। ਉਹਨਾਂ ਦੇ ਮਨ 'ਚ ਹਰ ਵੇਲੇ ਇਕੱਲੇ ਬੰਦੇ ਨੂੰ ਕਿਤੇ ਵੀ ਵੇਖਦੇ ਆ, ਕਿਤੇ ਜਾਣਾ ਹੋਵੇ ਕਈ ਵਾਰੀ ਕਹਿੰਦੇ ਇਕੱਠੇ ਚੱਲਦੇ ਆ। ਇਕੱਠੇ ਦਾ ਮਤਲਬ ਕਿ ਜਿੱਥੇ ਇਕੱਠੇ ਹੋ ਕੇ ਜਿੱਥੇ ਕਿਤੇ ਵੀ ਅਸੀਂ ਜਾਂਦੇ ਹਾਂ, ਕੋਈ ਸਿਆਣਾ ਨਾਲ ਹੋਵੇ, ਵੱਡਾ ਨਾਲ, ਸਾਨੂੰ ਡਰ ਨਹੀਂ ਲੱਗਦਾ ਉੱਥੇ। ਇਕੱਲਿਆਂ ਹਰ ਇੱਕ ਨੂੰ ਕਿਤੇ ਨਾ ਕੋਈ ਐਸਾ ਜਗ੍ਹਾ, ਕੋਈ ਐਸਾ ਸਥਾਨ ਜਾਂ ਕੋਈ ਐਸਾ ਸਮਾਂ ਜ਼ਰੂਰ ਹੁੰਦਾ ਕਿ ਜਦੋਂ ਇਕੱਲਿਆਂ ਡਰ ਲੱਗਦਾ। ਪਰ ਜਿਹਦੇ ਉਹਨਾਂ ਨੇ ਕਿਹਾ ਕਿ ਜਿਹੜੇ ਸਾਧ ਜਨਾਂ ਉਹਨਾਂ ਤੋਂ ਬਾਹਰ ਹੀ, ਜਿਹੜੇ ਉਹਨਾਂ ਦੇ ਬਾਹਰ ਹੋ ਕੇ ਕੰਮ ਕਰਦੇ ਨੇ, ਉਹਨਾਂ ਦੇ ਬਚਨਾਂ 'ਤੇ ਨਹੀਂ ਰਹਿੰਦੇ, ਉਹ ਸਾਰੀ ਉਮਰ ਹੀ ਉਹਨਾਂ ਦੇ ਇਕੱਲਿਆਂ ਹੀ ਲੰਘਦੀ, ਉਹਨਾਂ ਨੂੰ ਕਦੀ ਵੀ ਚੈਨ ਨਹੀਂ ਆਉਂਦਾ, ਉਹਨੂੰ ਡਰ ਲੱਗਾ ਹੀ ਰਹਿੰਦਾ ਹੈ। ਜਿਵੇਂ ਕਹਿੰਦੇ ਨੇ ਇੱਕ ਮੁੱਠ ਚੁੱਕ ਲਾ ਦੂਜੀ ਤਿਆਰ, ਕੋਈ ਨਾ ਕੋਈ ਡਰ ਉਹਨਾਂ ਨੂੰ ਵਿਆਪਿਆ ਰਹਿੰਦਾ ਹੈ। ਪਰ ਜਿਹੜੇ ਹਰ ਵੇਲੇ ਉਹਨਾਂ ਨੇ ਤਨ ਮਨ ਮੌਲਿਆ ਰਾਮ ਸਿਉ, ਜਿਨ੍ਹਾਂ ਦਾ ਹਰ ਵੇਲੇ ਤਨ ਮਨ ਉਹਦੇ ਨਾਲ ਮਿਲ ਗਿਆ, ਉਹ ਤਾਂ ਬਈ ਹਰ ਵੇਲੇ ਹੀ ਉਹਨਾਂ ਦੇ ਨਾਲ ਨੇ। ਅੱਗੇ ਫਰਮਾਇਆ ਹੈ ਕਿ ਤਿੰਨ ਦੁੱਖ ਨਾ ਕਬਹੂ ਉਤਰੇ, ਸੇ ਜਮ ਕੇ ਵਸ ਪੜੀਆ, ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆ। ਕਿ ਉਹਨਾਂ ਦੇ ਦੁੱਖ ਕਹਿੰਦੇ ਕਦੀ ਵੀ ਜਿਹੜੇ ਖਤਮ ਨਹੀਂ ਹੁੰਦੇ। ਜਦੋਂ ਬਚਨਾਂ ਤੋਂ ਬਾਹਰ ਚਲੇ ਜਾਂਦੇ ਹਾਂ, ਜਮ ਦੇ ਵਸ 'ਚ ਪੈ ਜਾਂਦੇ ਹਾਂ, ਅਤੇ ਫਿਰ ਉਹਦੇ ਕਿਸ ਤਰ੍ਹਾਂ ਦੁੱਖ ਖਤਮ ਹੋਣਗੇ। ਕਿ ਸਤਿਗੁਰੂ ਬਚਨ ਉਲੰਘ ਕੇ ਜਹਾਂ ਜੀਵ ਜੇ ਜਾਏ, ਜਹਾਂ ਜਾਏ ਤਹਾਂ ਕਾਲ ਹੈ, ਕਹੇ ਕਬੀਰ ਸਮਝਾਏ। ਸਤਿਗੁਰੂ ਬਚਨ ਉਲੰਘ ਕੇ ਕਿਹਾ ਨਾ। ਇਸੇ ਤਰ੍ਹਾਂ ਹੀ ਜਦੋਂ ਉਹਨਾਂ ਨੇ ਕਿਹਾ ਕਿ ਬਈ ਉਹਨਾਂ ਤੋਂ ਸਾਧ ਜਨਾਂ ਤੋਂ ਬਾਹਰ ਹੀ, ਜਿਹੜੇ ਜਦੋਂ ਉਹਨਾਂ ਤੋਂ ਬਾਹਰ ਹੋ ਕੇ ਅਤੇ ਉਹਨਾਂ ਦੇ ਫਿਰ ਕਹਿੰਦੇ ਦੁੱਖ ਖਤਮ ਨਹੀਂ ਹੁੰਦੇ, ਉਹ ਜਮ ਦੇ ਵਾਸੀ ਪਏ ਰਹਿੰਦੇ ਨੇ। ਅਤੇ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆ, ਕਿ ਜਿਨ੍ਹਾਂ ਨੇ ਆਪਣੇ ਪ੍ਰਭੂ ਦੇ ਨਾਲ ਮੇਲ ਹੋ ਗਿਆ, ਉਹਨਾਂ ਨੂੰ ਕੋਈ ਵੀ ਸਮਾਂ ਹੋਵੇ ਹਰ ਵੇਲੇ ਆਪਣਾ ਪ੍ਰਭੂ ਨਾਲ ਖੜਾ ਹੀ ਦਿਸਦਾ ਹੈ। ਉਹਨੂੰ ਕੋਈ ਵੀ ਦੁੱਖ ਦਾ ਸਮਾਂ ਹੋਵੇ, ਉਹਨਾਂ ਨੂੰ ਇਕੱਲਿਆਂ ਨਹੀਂ ਕਦੀ ਮਹਿਸੂਸ, ਉਹਨਾਂ ਨੂੰ ਪਤਾ ਹੁੰਦਾ ਹੈ ਮੇਰਾ ਗੁਰੂ ਮੇਰੇ ਨਾਲ ਹੈ। ਫਿਰ ਉਹਨੂੰ ਕਾਹਦਾ ਡਰ, ਜਦੋਂ ਬੱਚੇ ਦੇ ਨਾਲ ਉਹਦਾ ਪਿਤਾ ਨਾਲ ਖੜਾ ਹੋਵੇ, ਮਾਂ ਦਾ, ਫਿਰ ਉਹਨੂੰ ਕਾਹਦਾ ਡਰ ਲੱਗਦਾ। ਸਮਾਂ ਤਾਂ ਬਦਲਦਾ ਰਹਿੰਦਾ, ਠੀਕ ਹੈ, ਕਦੀ ਕੁਛ ਕਦੀ ਕੁਝ। ਅਸੀਂ ਵੇਖਦੇ ਹਾਂ ਕਿ ਕਈ ਵਾਰੀ ਬਾਜ਼ਾਰ ਦੇ ਵਿੱਚ ਸਾਨੂੰ ਦੀਵਾਲੀ ਲੰਘੀ ਹੈ, ਕਈ ਵਾਰੀ ਪਟਾਕੇ ਚੱਲਦੇ ਨੇ, ਕਈ ਬੱਚਿਆਂ ਨੂੰ ਡਰ ਲੱਗਦਾ ਹੈ, ਅਤੇ ਉਹ ਆਪਣੇ ਮਾਤਾ ਪਿਤਾ ਦੇ ਨਾਲ ਘੁੱਟ ਕੇ ਜੱਫੀ ਪਾ ਲੈਂਦੇ ਨੇ, ਘੁੱਟ ਕੇ ਹੱਥ ਫੜ ਲੈਂਦੇ, ਕਹਿੰਦੇ ਮੈਨੂੰ ਚੁੱਕ ਲੈ। ਬੰਬ ਤਾਂ ਫਿਰ ਵੀ ਚੱਲ ਰਹੇ ਨੇ, ਪਟਾਕੇ ਤਾਂ ਫਿਰ ਵੀ ਆਵਾਜ਼ਾਂ ਆਉਣੀਆਂ ਆ ਰਹੀਆਂ,
ਪਰ ਉਹਨਾਂ ਦਾ ਉਹ ਡਰ ਖਤਮ ਹੋ ਗਿਆ। ਪਤਾ ਹੈ ਕਿ ਮੈਂ ਹੁਣ ਆਪਣੇ ਉਹਦੇ ਵਿੱਚ ਹਾਂ, ਗੋਦ ਦੇ ਵਿੱਚ ਹਾਂ, ਹੁਣ ਮੈਨੂੰ ਕੋਈ ਡਰ ਨਹੀਂ ਹੈਗਾ। ਇਸੇ ਤਰ੍ਹਾਂ ਹੀ ਜਿਸ ਸਿੱਖ ਨੂੰ ਇਹ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਗੁਰੂ ਮੇਰੇ ਨਾਲ ਹੈ, ਮੈਂ ਗੁਰੂ ਦੀ ਗੋਦ ਦੇ ਵਿੱਚ ਹਾਂ, ਉਹਨੂੰ ਫਿਰ ਕੋਈ ਡਰ ਨਹੀਂ ਲੱਗਦਾ, ਨਾ ਉਹਨੂੰ ਕੋਈ ਮਨ ਕਿਸ ਤਰ੍ਹਾਂ ਉਹਨੂੰ ਬੇਚੈਨ ਕਰਦਾ ਹੈ। ਜਦੋਂ ਹੀ ਉਸ ਤੋਂ ਬਾਹਰ ਹੁੰਦੇ ਆ ਫਿਰ ਹੀ ਬੇਚੈਨੀ ਹੁੰਦੀ ਹੈ। ਅੱਗੇ ਉਹਨੇ ਫਰਮਾਇਆ ਕਿ ਰਤਨ ਜਵਾਹਰ ਲਾਲ ਹਰਕੰਠ ਤਿੰਨਾ ਜੜੀਆ, ਨਾਨਕ ਬਾਛੇ ਧੂੜ ਤਿੰਨ ਪ੍ਰਭ ਸਰਣੀ ਦਰ ਪੜਿਆ, ਮੱਗਰ ਪ੍ਰਭੂ ਅਰਾਧਨਾ ਬਹੁਰ ਨਾ ਜਨਮੜੀਆ। ਕਿ ਸਤਿਗੁਰੂ ਜੀ ਦਇਆ ਕਿਰਪਾ ਕਰੋ, ਇਹ ਬਾਹਰ ਦੇ ਜਿਹੜੇ ਜੋ ਵੀ ਹੈ ਚੀਜ਼ਾਂ ਨੇ ਇਹ ਤਾਂ ਕੁਛ ਵੀ ਨਹੀਂ ਹੈਗੀਆਂ। ਸਭ ਤੋਂ ਵੱਡੀ ਜਿਹੜੀ ਚੀਜ਼ ਹੈ, ਜਿਹੜੇ ਪ੍ਰਭੂ ਦੀ ਸ਼ਰਨ ਦੇ ਵਿੱਚ ਚਲੇ ਗਏ, ਬਈ ਉਹ ਕਹਿੰਦੇ ਕਿ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ, ਜਿਹੜੇ ਪ੍ਰਭੂ ਦੇ ਚਰਨਾਂ ਦੇ ਵਿੱਚ ਜਿਨ੍ਹਾਂ ਦੀ ਲਿਵ ਲੱਗ ਗਈ, ਮੈਂ ਉਹਨਾਂ ਐਸੇ ਜਿਹੜੇ ਆ ਸਾਜਣਾ ਉਹਨਾਂ ਦੀ ਧੂੜ ਮੰਗਦਾ ਹੈ। ਅਤੇ ਬਈ ਕਿਰਪਾ ਕਰੋ, ਦਇਆ ਕਰੋ ਕਿ ਮੇਰੇ ਉੱਤੇ ਮੇਰੀ ਅਰਾਧਨਾ ਜਿਹੜੀ ਆ ਮਨਜ਼ੂਰ ਕਰੋ, ਮੈਨੂੰ ਇਹ ਜਨਮ ਮਰਨ ਦੇ ਚੱਕਰ ਤੋਂ ਬਾਹਰ ਕੱਢ ਲਓ। ਬਸ ਇਹੋ ਹੀ ਮੇਰਾ ਜਿਹੜਾ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਕਿ ਹਰ ਵੇਲੇ ਮੈਂ ਤੁਹਾਡੀ ਸ਼ਰਨ ਦੇ ਵਿੱਚ ਰਵਾਂ, ਤੁਹਾਡੇ ਬਚਨਾਂ ਦੇ ਵਿੱਚ ਰਵਾਂ, ਕਦੀ ਵੀ ਬਾਹਰ ਨਾ ਜਾਵਾਂ, ਕਦੀ ਵੀ ਮੈਂ ਤੁਹਾਡੇ ਤੋਂ ਵਿਛੜਾ ਨਾ ਕਦੀ ਵੀ। ਕਿਉਂਕਿ ਜੇ ਮੈਂ ਨਾਲ ਰਵਾਂਗਾ, ਮਿਲਿਆ ਰਵਾਂਗਾ, ਤਾਂ ਕਦੀ ਵੀ ਮੈਨੂੰ ਫਿਰ ਡਰ ਨਹੀਂ ਹੋਏਗਾ, ਹਰ ਹਮੇਸ਼ਾ ਹੀ ਮੈਨੂੰ ਚੈਨ ਰਹੇਗਾ। ਫਿਰ ਸਤਿਗੁਰ ਦਇਆ ਕਿਰਪਾ ਕਰਨ ਕਿ ਹਮੇਸ਼ਾ ਹੀ ਜਿਸ ਤਰ੍ਹਾਂ ਉਹਨੇ ਫਰਮਾਇਆ ਕਿ ਮੱਘਰ ਮਾਹ ਸੁਹੰਦੀਆਂ ਹਰ ਪਿਰ ਸੰਗ ਬੈਠੜੀ ਆ, ਕਿ ਹਮੇਸ਼ਾ ਹੀ ਗੁਰੂ ਦੇ ਬਚਨਾਂ ਦੇ ਵਿੱਚ ਬੈਠ ਕੇ ਹੀ ਅਸੀਂ ਉਹਨਾਂ ਦੇ ਸੰਗ ਬੈਠ ਸਕਦੇ ਹਾਂ। ਸਤਿਗੁਰੂ ਨੇ ਸਾਫ਼ ਫਰਮਾਇਆ ਸੀ ਕਿ ਅਸੀਂ ਗ੍ਰੰਥਾਂ ਦੀ ਪੂਜਾ ਕਰੀਏ, ਅਸੀਂ ਸੋਨੇ 'ਚ ਮੜਾ ਦਈਏ, ਅਸੀਂ ਸਿਰ 'ਤੇ ਚੁੱਕੀ ਫਿਰੀਏ, ਪਰ ਜੇ ਉਹਨਾਂ ਨੂੰ ਮੰਨਦੇ ਨਹੀਂ ਆ ਤਾਂ ਕੋਈ ਫਾਇਦਾ ਨਹੀਂ ਉਹਨਾਂ ਦਾ। ਇਹ ਉਹਨਾਂ ਦਾ ਸੰਗ ਨਹੀਂ ਕਰਨਾ ਹੈਗਾ। ਜੇ ਉਹਨਾਂ ਨੂੰ ਮੰਨਦੇ ਆ ਤਾਂ ਬਈ ਉਹੀ ਅਸਲੀ ਸੰਗ ਆ। ਅਤੇ ਜੇ ਅਸੀਂ ਉਹਨਾਂ ਦਾ ਸੰਗ ਚਾਹੁੰਦੇ ਹਾਂ ਕਿ ਹਰ ਵੇਲੇ ਨਾਲ ਉਹਨਾਂ ਦੇ ਬੈਠਣਾ, ਅਤੇ ਫਿਰ ਉਹਨਾਂ ਦੇ ਬਚਨਾਂ 'ਚ ਚੱਲਣਾ ਸ਼ੁਰੂ ਕਰੀਏ, ਸਾਨੂੰ ਉਹਨਾਂ ਦੀ ਮੌਜੂਦਗੀ ਹਮੇਸ਼ਾ ਹੀ ਪਤਾ ਚੱਲੇਗੀ। ਰਾਧਾ ਰਾਧਾ ਰਾਧਾ